कृत घणता विश्वास घात मित्र घात मारियो। ਇਹ ਕਿਰਤ ਘਣਤਾ ਵਿਸ਼ਵਾਸ ਘਾਤ ਪਹਿਲਾਂ ਕਿਹਾ ਸੀ। ਇਹ ਜਿਹੜੇ ਸੀ ਨਾ ਇਹ ਯੋਧੇ, ਇਹ ਅਵਿਵੇਕ ਦੇ ਯੋਧੇ ਨੇ। ਅਵਿਵੇਕ ਦੇ ਯੋਧੇ ਨੇ ਪਹਿਲਾਂ ਆਇਆ ਹੋਇਆ ਨਾ ਉੱਥੇ। ਅਵਿਵੇਕ ਦੇ ਯੋਧੇ ਨੇ, ਹੁਣ ਵਿਵੇਕ ਨੇ ਮਾਰਨੇ ਨੇ, ਵਿਵੇਕ ਦੀ ਫੌਜ ਨਾਲ ਲੜਨਾ ਇਹਨਾਂ ਨੇ। ਲੜਾਈ ਦੋਹਾਂ ਦੀ ਹੈ। ਕਿਰਤ ਘਣਤਾ ਵਿਸ਼ਵਾਸ ਘਾਤ ਮਿੱਤਰ ਘਾਤ ਮਾਰਿਓ। ਉਹਨੂੰ ਇਹ ਕਿਹਾ ਸੀ ਪਾਰਸਨਾਥ ਨੂੰ ਵੀ ਤੇਰੀ ਫੌਜ ਜਿਹੜੀ ਤੂੰ ਇਕੱਠੀ ਕਰੀ ਫਿਰਦਾ ਨਾ, ਰਾਜੇ ਜਿੱਤ ਕੇ, ਇਹ 'ਚ ਇਹੋ ਜਿਹੇ ਬੰਦੇ ਵੀ ਨੇ, ਵਿਸ਼ਵਾਸਘਾਤੀ ਵੀ ਹੁੰਦੇ ਨੇ, ਮਿੱਤਰ ਘਾਤੀ ਵੀ ਹੁੰਦੇ ਨੇ। ਤੂੰ ਇਹ ਨਾ ਕਹ ਮੇਰੇ ਸਾਰੇ ਨਾਲੇ ਨੇ। ਹੁਣ ਤਾਂ ਜਿੱਤ ਲੈ ਤੈਂ। ਜਾਂ ਰਣਜੀਤ ਸਿੰਘ ਡੋਗਰੇ ਨਾਲੇ ਸੀ, ਕੀ ਕੀਤਾ ਉਹਨਾਂ ਨੇ? ਜਾਂ ਪੜ੍ਹਿਆ ਹੁੰਦਾ ਰਣਜੀਤ ਸਿੰਘ ਧੋਖਾ ਨਹੀਂ ਸੀ ਖਾਂਦਾ। ਉਹ ਵੀ ਪਾਰਸਨਾਥ ਵਾਂਗੂ ਹੀ ਸੀ ਵੀ ਬਸ ਮੇਰਾ ਹੀ ਰਾਜ ਹੈ। ਡੋਗਰਿਆਂ ਨੇ ਵਿਸ਼ਵਾਸਘਾਤ ਕੀਤਾ, ਡੋਗਰਿਆਂ ਨੇ ਰਾਜ ਖਤਮ ਕੀਤਾ ਉਹਦਾ। ਜੋ ਪਛਾਣ ਸਕਦਾ ਵੀ ਡੋਗਰੇ ਕੀ ਕਰਦੇ ਨੇ, ਇਹ ਹੁੰਦਾ ਕਿਉਂ? ਖੈਰ ਉਹਦੇ ਨਾਲ ਹੋਣਾ ਹੀ ਚਾਹੀਦਾ ਸੀ। ਉਹ ਕਿਹੜਾ ਘੱਟ ਸੀ ਆਪ। ਹਾਂਜੀ, ਵਿਸ਼ਵਾਸਘਾਤ ਮਿੱਤਰ ਘਾਤ ਮਾਰਿਓ, ਇਹ ਮਾਰਤੇ ਵਿੱਚ ਇਹ ਨਹੀਂ ਰਹਿਣ ਦਿੱਤੇ। ਵਿੱਚ ਵਿਸ਼ਵਾਸਘਾਤ ਔਰ ਮਿੱਤਰ ਘਾਤ ਸੰਗਤ ਵਿੱਚ ਗੁਰੂ ਕੀ ਨਹੀਂ ਰਹਿਣ ਦਿੱਤੇ, ਨਹੀਂ ਰਹਿਣ ਦੇਣੇ ਚਾਹੀਦੇ ਕਿਸੇ ਪਾਰਟੀ 'ਚ। ਤੁਹਾਨੂੰ ਲੈ ਕੇ ਡੁੱਬ ਜਾਣਗੇ ਉਹ। ਤੁਸੀਂ ਇਹ ਮਤ ਸੋਚੋ ਵੀ ਸਾਡੀ ਫੌਜ ਹੈ। ਉਹ ਤਾਂ ਤੁਹਾਡੇ ਦੁਸ਼ਮਣ ਬੈਠੇ ਨੇ। ਉਹ ਤਾਂ ਇੱਕ ਆਦਮੀ 1000 ਆਦਮੀ ਦਾ ਕੰਮ ਕਰਦਾ ਹੈ। ਪੂਰੇ 1000 ਖੜਾ, ਵਿੱਚ ਇੱਕ ਵਿਸ਼ਵਾਸਘਾਤੀ ਹੈ। ਉਹ 1000 ਨੂੰ ਭਾਰੂ ਹੈ ਇਕੱਲਾ ਹੀ। ਐਡਾ ਖਤਰਨਾਕ ਹੈ। ਅਸਲ ਦੇ ਵਿੱਚ ਰਾਜਨੀਤੀ ਪੜ੍ਹਾ ਰਹੇ ਨੇ ਇੱਥੇ ਤੁਹਾਨੂੰ। ਇਹ ਰਾਜਨੀਤੀ ਯੁੱਧ ਨੀਤੀ ਤਿੰਨੇ ਚੀਜ਼ਾਂ ਨੇ। ਉਹ ਰਾਜਾ ਹੈ, ਉਹ ਰਾਜਾ ਨਹੀਂ ਹੈ ਪਾਰਸਨਾਥ। ਰਾਜਨੀਤੀ ਪੜ੍ਹਾ ਰਹੇ ਨੇ 10ਵੇਂ ਗ੍ਰੰਥ ਦੇ ਵਿੱਚ। ਇਹਦਾ ਜਦੋਂ ਕੋਈ ਚੀਜ਼ ਪੜ੍ਹਾਉਣੀ ਹੁੰਦੀ ਹੈ ਧਰਮ ਦੇ ਵਿੱਚ, ਕੋਈ ਨਾ ਕੋਈ ਤਾਂ ਤੁਹਾਨੂੰ ਲੈਣਾ ਹੀ ਪਊਗਾ। ਹਾਂ, ਕਿਰਤ ਘਣਤਾ ਵਿਸ਼ਵਾਸ ਘਾਤ ਮਿੱਤਰ ਘਾਤ ਮਾਰਿਓ। ਅਕਿਰਤ ਘਣਤਾ ਜਿਹੜਾ ਮਤਲਬ ਹੈ ਆਪਾਂ ਭਲਾ ਕਰੀਏ, ਉਹ ਆਪਣੇ ਡੰਗ ਮਾਰੇ। ਜਿਹਨੂੰ ਆਪਾਂ ਕਹਿੰਦੇ ਬੁੱਕੜ ਦਾ ਸੱਪ ਹੈ, ਉਹ ਕਿਰਤ ਘਣ ਹੋਊਗਾ। ਉਹ ਭਲੇ ਕਰਦੇ ਦਾ ਬੁਰਾ ਸੋਚੇ ਹੀ, ਸੋਚਦਾ ਹੀ ਬੁਰਾ ਰਹੇ। ਭਲਾ ਕਰਨ ਵੇਲੇ ਵੀ ਕਰੂ ਤਾਂ ਜਦ ਉਹਦਾ ਦੌ ਲੱਗੂ ਜਦ ਕਰੂਗਾ, ਬੁਰਾ ਤਾਂ ਜਦ ਕਰੂਗਾ। ਪਰ ਸੋਚਦਾ ਭਲਾ ਵੀ ਨਹੀਂ ਉਹ ਤੁਹਾਡਾ ਕਦੇ ਵੀ। ਅਕਿਰਤ ਘਣ ਹੁੰਦਾ ਉਹ ਸੋਚਦਾ ਹੀ ਨਹੀਂ ਭਲਾ। ਕਰਨਾ ਤਾਂ ਬਾਅਦ ਦੀ ਗੱਲ ਹੈ ਨਾ। ਬੁਰਾ ਜਦ ਕਰੂਗਾ ਜਾਂ ਉਹਦਾ ਦੌ ਪੈ ਜੂ। ਹਰ ਵਕਤ ਸੋਚ ਹੈ ਉਹਦੀ, ਮੈਂ ਬੁਰਾ ਕਰਨਾ ਇਹਦਾ। ਜੇ ਜਹਾਜ਼ 'ਚ ਬੈਠਾ ਹੀ ਚਾਹੁੰਦਾ ਵੀ ਜਹਾਜ਼ ਡੁਬੋ ਦੇਣਾ ਮੈਂ, ਤਾਂ ਉਹਦਾ ਫਿਰ ਜਦ ਦੌ ਭੂਠ ਬੋਲੂਗਾ। ਅਸੀਂ ਤਾਂ ਸਮੁੰਦਰ ਜਾ ਰਹੇ ਹਾਂ ਨਾ, ਸਾਡੇ ਜਹਾਜ਼ 'ਚ ਬੈਠਾ ਆਦਮੀ ਸਾਡਾ ਭਰੋਸੇ ਵਾਲਾ ਬੰਦਾ ਹੈ। ਉਹ ਚਾਹੁੰਦਾ ਵੀ ਮੈਂ ਜਹਾਜ਼ ਡੁਬੋਣਾ, ਉਹਦਾ ਫਿਰ ਕਦੇ ਹੀ ਡੁਬੋ ਸਕਦਾ। ਘਰ ਦੇ ਚੋਰ ਦੀ ਰਾਖੀ ਮੁਸ਼ਕਲ ਹੈ, ਬਾਹਰਲੇ ਚੋਰ ਦੀ ਰਾਖੀ ਹੁੰਦੀ ਹੈ। ਉਹ ਤਾਂ ਘਰ 'ਚ ਬੈਠੇ ਸਾਡੇ ਚੋਰ, ਘਰ ਦੇ ਚੋਰ ਦੀ ਰਾਖੀ ਕੌਣ ਕਰੇ? ਹਾਂਜੀ, ਵਿਸ਼ਵਾਸਘਾਤ ਮਿੱਤਰ ਘਾਤ ਇਹ ਸਾਰੇ ਮਾਰਿਓ, ਕੱਢ ਦਿੱਤੇ, ਮਾਰਤੇ। ਹਾਂਜੀ, ਸੁਰਾਜ ਦੋ ਇਹ ਨਹੀਂ ਰੱਖੀ ਦੇ ਹੁੰਦੇ ਨਾਲ ਇਹਨਾਂ ਤੇ ਭਰੋਸਾ ਕਰਕੇ। ਭੀੜ ਨਹੀਂ ਵਧਾਈ ਦੀ ਹੁੰਦੀ, ਖਰੇ ਹੀ ਖਰੇ ਰੱਖੀ ਦੇ ਨੇ। ਜੇ ਖਰੇ ਸੀ ਚਮਕੌਰ ਸਾਹਿਬ ਕਿੰਨੇ ਸੀ, ਸਾਰੇ ਨੇੜੇ ਨਹੀਂ ਆਏ। ਇਹ ਹਿੰਮਤ ਪਈ ਵੀ ਗੱਡੀ ਨੂੰ ਸਿੱਧਾ ਹੀ ਚਲੇ ਜਾਈਏ। 40 ਸੇ ਮੁਕਤੇ ਉੱਥੇ ਕਿੰਨੀ ਕਫੌਜ ਸੀ, ਨਾਲੇ ਉੱਥੇ ਕਿਹੜਾ ਕੋਈ ਕਿਲਾ ਸੀ? ਇੱਥੇ ਤਾਂ ਗੜੀ ਵੀ ਸੀ, ਸਾਹਮਣੇ ਸੀ, ਮੂਹਰੇ ਖੜ ਕੇ ਕੰਧ ਵਾਂਗੂ। ਟਿੱਬੀ ਸਾਹਿਬ ਸੀ, ਗੁਰੂ ਸਾਹਿਬ ਟਿੱਬੀ ਪਿੱਛੇ, ਟਿੱਬੀ ਸਾਹਿਬ ਹੈ ਗੁਰਦੁਆਰਾ। ਉਦੋਂ ਟਿੱਬਾ ਸੀ ਕੋਈ, ਉਦੋਂ ਟਿੱਬਾ ਸੀ, ਗੁਰਦੁਆਰਾ ਹੈਗਾ। ਪੂਰੇ ਦੀਵਾਰ ਬਣ ਕੇ ਖੜੇ ਹੋ ਗਏ। ਨਾਲੇ ਕੋਈ ਕਿਲਾ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਉਹਨਾਂ ਕੋਲ ਹਾਥੀ ਵੀ ਨੇ, ਘੋੜੇ ਵੀ ਨੇ। ਉਹਨਾਂ ਕੋਲ ਤਾਂ ਘੋੜੇ ਵੀ ਹੈ ਨਹੀਂ ਸੀ, ਪੈਦਲੇ ਸੀ ਇਹ ਤਾਂ ਸਾਰੀ। ਹਾਂਜੀ, ਸੋ ਰਾਜ ਦੋਖ ਬ੍ਰਹਮ ਦੋਖ ਬ੍ਰਹਮ ਅਸਤਰ ਝਾਰਿਓ। ਜਿਹੜਾ ਰਾਜ ਦੋਖ ਹੁੰਦਾ ਨਾ ਔਰ ਬ੍ਰਹਮ ਦੋਖ ਹੁੰਦਾ, ਉਹ ਬ੍ਰਹਮ ਅਸਤਰ ਨਾਲ ਝਾੜੇ ਜਾ ਸਕਦੇ। ਉਹ ਅੰਦਰ ਹੁੰਦਾ, ਆਪਣੇ ਅੰਦਰ ਹੁੰਦਾ।
ਰਾਜ ਦੋਖ ਹੈ ਜਿਹੜਾ ਰਾਜ ਦੇ ਵਿੱਚ ਤੁਹਾਡੇ ਅਵਨਾਸ਼ੀ ਰਾਜ 'ਚ ਵਾਧਾ ਬਣਦਾ ਹੈ। ਆਪਾਂ ਕਿਤੇ ਨੂੰ ਜਾ ਰਹੇ ਹਾਂ, ਆਪਣੇ ਅੰਦਰ ਇਹ ਕੋਈ ਚੀਜ਼ ਹੈ, ਆਪਣੇ ਅੰਦਰ ਆਪਣੇ ਸੁਭਾਅ ਦੇ ਵਿੱਚ ਕੋਈ ਐਸੀ ਚੀਜ਼ ਹੈ, ਜਿਵੇਂ ਕੋਈ ਬੱਚਾ ਹੈ ਉਹਨੂੰ ਪੜ੍ਹਾਈ ਵੱਲ ਨੂੰ ਨਹੀਂ ਜਾਣ ਦਿੰਦਾ, ਉਹਦੇ ਸੁਭਾਅ ਦੇ ਵਿੱਚ ਕੋਈ ਐਸੀ ਚੀਜ਼ ਹੈ, ਲੱਗਦਾ ਨਹੀਂ ਉਹਦਾ ਮਨ। ਜਿੰਨਾ ਚਿਰ ਉਹਨੂੰ ਹਟਾ ਨਹੀਂ ਦਿੰਦਾ ਉਹ ਪੜ੍ਹ ਨਹੀਂ ਸਕਦਾ, ਜਿੰਨਾ ਚਿਰ ਉਹਨੂੰ ਮਾਰਦਾ ਉਹ ਦੁਸ਼ਮਣ ਹੈ ਉਹਦੇ ਸੁਭਾਅ ਦੇ ਵਿੱਚ। ਇਹ ਅੰਦਰਲੀ ਗੱਲ ਹੈ। ਰਾਜ ਦੋਖ ਔਰ ਬ੍ਰਹਮ ਦੋਸ਼, ਬ੍ਰਹਮ ਦੋਖ, ਬ੍ਰਹਮ ਦਾ ਫਿਰ ਅੰਦਰ ਹੈ। ਬ੍ਰਹਮ ਦੋਖ ਹੈ ਜਿਹੜਾ ਰਾਜ ਦੋਖ ਹੈ, ਉਹ ਬ੍ਰਹਮ ਅਸਤਰ ਨਾਲੇ, ਉਹ ਬ੍ਰਹਮ ਗਿਆਨ ਨਾਲੇ ਮਾਰੇ ਜਾਣਗੇ। ਬ੍ਰਹਮ ਅਸਤਰ ਝਾਰਿਓ, ਉਹ ਬ੍ਰਹਮ ਗਿਆਨ ਨਾਲੇ ਮਾਰੇ ਜਾਣਗੇ ਆਪਣੇ ਅੰਦਰਲੇ। ਬਾਹਰਲੇ ਤਾਂ ਸੌਖੇ ਨੇ, ਹੋਰ ਤਰੀਕੇ ਨਾਲ ਨੇ। ਹਾਂਜੀ, ਚਾਟ ਮਾਰਨ ਆਦ ਬਸੀ ਕਰਨ ਕੋ ਸਰੰਗ ਹਣਿਓ। ਉਚਾਟ ਕੀ ਹੈ? ਉਚਾਟ ਹੋਈ ਆ ਕਿ ਮੇਰਾ ਪੜ੍ਹਨ ਨੂੰ ਜੀ ਨਹੀਂ ਕਰਦਾ, ਉਚਾਟ ਹੋ ਗਿਆ। ਪੜ੍ਹਨ ਦੇ ਵਿੱਚ ਮਨ ਨਹੀਂ ਲੱਗਦਾ ਮੇਰਾ, ਜਾਂ ਕੰਮ ਦੇ ਵਿੱਚ ਮਨ ਨਹੀਂ ਲੱਗਦਾ, ਉਚਾਟ ਕਹਿੰਦੇ ਨੇ ਇਹਨੂੰ, ਉਚਾਟ ਹੋ ਗਿਆ। ਹਾਂ, ਉਚਾਟ ਮਾਰਨਾਦ ਬਸੀ ਕਰਨ, ਹਾਂ ਮਾਰਨਾਦ ਜਦੋਂ ਉਚਾਟ ਹੋ ਜਾਂਦਾ ਨਾ, ਉਹ ਸਾਰੇ ਉਗਣੇ ਮਾਰਦਾ, ਫਿਰ ਨਾ ਗੁਣੇ ਮਾਰਦਾ ਆਪਣੇ। ਉਚਾਟ, ਹਾਂ, ਉਹਦੇ 'ਚ ਕੋਈ ਵੀ ਗੁਣ ਹੁੰਦਾ, ਉਹ ਗੁਣ ਫਿਰ ਕੰਮ ਨਹੀਂ ਕਰਦਾ। ਬੁੱਧੀ ਉਹ ਨਹੀਂ ਕੰਮ ਕਰਦੀ, ਬੁੱਧੀ ਨੇ ਗੁਣਾਂ ਨਾਲੇ ਕੰਮ ਕਰਨਾ। ਉਚਾਟ ਹੋ ਕੇ ਤਾਂ ਡਿਪਰੈਸ਼ਨ ਚਲਾ ਜਾਂਦਾ ਆਦਮੀ, ਉਹ ਡਿਪਰੈਸ਼ਨ 'ਚ ਉਚਾਟ ਹੋ ਕੇ ਹੀ ਜਾਂਦਾ। ਉਹਦਾ ਸੰਸਾਰ 'ਚ ਇਹ ਨਹੀਂ ਲੱਗਦਾ ਕਿਸੇ ਕੰਮ 'ਚ, ਉਹ ਫਿਰ ਹਾਂ। ਉਚਾਟ ਮਾਰਨਾਦ ਬਸੀ ਕਰਨ ਕੋ ਸਰੰਗ ਹਣਿਓ। ਬਸੀਕਰਨ ਹੁੰਦਾ ਹੈ ਕਿਸੇ, ਬਸੀਕਰਨ ਹੈ ਸਾਧ ਬਸੀਕਰਨ ਮੰਤਰ ਕਹਿੰਦੇ ਨੇ। ਆ ਦੇਖੋ, ਬਸੀਕਰਨ ਖਿਲਾਫ ਹੈ ਗੁਰਮਤਿ। ਬਸੀ ਕਰਨ ਕੋ ਸਰੰਗ ਹਣਿਓ, ਇਹ ਧਰਮ ਤੇ ਧਰਮ ਨਹੀਂ ਹੈ ਬਸੀਕਰਨ, ਪਾਪ ਹੈ ਬਸੀਕਰਨ। ਬਸੀ ਕਰਨ ਹੁੰਦਾ ਕੀ ਹੈ ਜੀ? ਦੂਏ ਦਾ ਬਸ ਕਰ ਲੈਣਾ, ਦੂਏ ਦੇ ਮਨ ਨੂੰ ਬਸੀਕਰਨ ਹੁੰਦਾ ਹੈ। ਬਸੀਕਰਨ ਇਹ ਮੰਤਰ ਹੈ, ਆਪਣਾ ਮਨ ਬਸ ਕਰਨਾ ਜਿਹੜਾ, ਉਹ ਹੈ ਗੁਰਮੰਤਰ। ਦੂਏ ਦਾ ਮਨ ਜਿਹੜਾ ਬਸ ਹੁੰਦਾ ਉਹ ਹੁੰਦਾ ਝੂਠ ਨਾਲ, ਆਪਣਾ ਮਨ ਬਸ ਹੁੰਦਾ ਗੁਰਬਾਣੀ ਨਾਲ। ਦੂਏ ਦਾ ਨਹੀਂ ਕਰ ਸਕਦੇ ਅਸੀਂ ਮਨ ਬਸ, ਆਪਣਾ ਤਾਂ ਹੁੰਦਾ ਨਹੀਂ, ਦੂਏ ਦਾ ਕਿੱਥੋਂ ਕਰ ਲਓਗੇ? ਦੂਏ ਦਾ ਮਨ ਤੁਸੀਂ ਬਲੈਕਮੇਲ ਕਰਕੇ ਬਸ ਕਰ ਸਕਦੇ। ਹਾਂ, ਸਮਝਵਾਦ, ਧੋਖਾ ਕਰਕੇ। ਧੋਖਾ ਤਾਂ ਧਰਮ ਦੇ ਵਿੱਚ ਜਾਇਜ਼ ਨਹੀਂ ਨਾ ਹੈ, ਧੋਖਾ ਨਹੀਂ ਜਾਇਜ਼। ਵਸ਼ੀਕਰਨ ਵਾਲੇ ਜਿਹੜੇ ਨੇ ਉਹਨੂੰ ਕਹਿੰਦੇ ਲਵੇ ਨਾ ਲੱਗਣ ਦਿਓ। ਜਿਹੜਾ ਵਸ਼ੀਕਰਨ ਦਾ ਤੁਹਾਨੂੰ ਅੰਤਰ ਦੱਸਿਆ ਨਾ ਕੋਈ ਸੰਤ, ਵੀ ਮੇਰੇ ਕੋਲ ਲੈ ਲਓ, ਚਲਾ ਜਾ ਇੱਥੋਂ ਮੁੜ ਕੇ ਨਹੀਂ। ਸਾਡੇ ਵਿਹੜੇ ਦੇ ਵਿੱਚ ਆਰਡਰ ਨਹੀਂ ਹੈ ਵਸ਼ੀਕਰਨ ਵਾਲੇ ਵਾਸਤੇ ਕੋਈ ਜਗ੍ਹਾ। ਉਹਦਾ ਹੁਣ ਬਦਨਾਮ ਆਦਮੀ ਆਪਣੇ ਕੋਲ ਬੈਠੂ ਆਪਾਂ ਨੂੰ ਬਦਨਾਮ ਕਰ ਦੂ। ਅੱਤਵਾਦੀ ਜੇ ਕਿਸੇ ਦੇ ਖੂਹ ਤੇ ਰੋਟੀ ਵੀ ਖਾ ਗਏ ਤਾਂ ਪੁਲਿਸ ਪੈ ਗਈ, ਮਗਰ ਉਦੋਂ ਚਾਹੇ ਉਹ ਜ਼ਬਰਦਸਤੀ ਉਹ ਖਾ ਗਏ, ਸ਼ੱਕ ਤਾਂ ਪੈ ਗਈ। ਚਲੋ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਜ਼ਬਰਦਸਤੀ ਖਾ ਕੇ ਮਜਬੂਰੀ ਸੀ, ਤਸੱਲੀ ਹੋ ਗਈ, ਪਰ ਇੱਕ ਵਾਰ ਤਾਂ ਸ਼ੱਕ ਪੈ ਗਈ ਨਾ, ਦਾਗੀ ਤਾਂ ਹੋ ਗਏ ਨਾ। ਤੇ ਉਹ ਆਪਣੇ ਕੋਲ ਬੈਠਾ ਲੱਗਦਾ ਵੀ ਇਹਨਾਂ ਨਾਲ ਇਹਦਾ ਕੀ ਸੰਬੰਧ, ਇਹੋ ਜਿਹੇ ਆਦਮੀ ਦਾ, ਬੁਰੇ ਆਦਮੀ ਦਾ ਸਾਡੇ ਨਾਲ ਕੀ ਸੰਬੰਧ। ਸਾਖਤ ਸੰਤ ਵਿਖਾਦ ਕੋ ਵਿਖਾਦ ਕੈ ਨਾ ਬਿਰਧ ਤਾਹੇ ਕੋ ਗਣਿਓ। ਜਿਹੜਾ ਵਿਖਾਦ ਹੁੰਦਾ, ਵਿਖਾਦ ਮਾਨ ਹੈ ਨਾ, ਮਨ ਵਿਖਾਦੀ ਹੈ। ਵਿਖਾਦ ਕੋ ਵਿਖਾਦ ਕੈ, ਜਿਹੜਾ ਵਿਖਾਦ ਸੀ ਝਗੜਾ ਸੀ, 5 ਸਾਲ ਪਏ 5,000 ਦਹੂ ਲੜਤੇ ਨਹੀਂ, ਬਾਂਹ ਟੜੀ। ਉਹ ਜਿਹੜੀ ਲੜਾਈ ਸੀ ਅੰਦਰਲੀ, ਵਿਖਾਦ ਨੂੰ, ਵਿਖਾਦ ਨਾਲੇ ਝਗੜਾ ਕੀਤਾ। ਬਾਹਰ ਕੀ ਕਰਨਾ, ਆਪਣੇ ਵਿਖਾਦ ਨਾਲੇ ਝਗੜਾ ਵੰਡ ਲਿਆ। ਵਿਖਾਦ ਕੋ ਵਿਖਾਦ ਕੈ ਕਰਕੇ ਨਾ ਬਿਰਧ ਤਾਹੇ ਕੋ ਗਣਿਓ। ਕੈਨ, ਕੈਨ ਵਿਖਾਦ ਨਾ ਨਹੀਂ ਹੈ ਅਲੱਗ, ਹਾਂ ਕਰਕੇ ਉਹਦੇ ਨਾਲ ਝਗੜਾ ਕੀਤਾ। ਨਾ ਨਹੀਂ ਹੈ, ਨਾ ਤਾਂ ਫਿਰ ਹੋਰੇ ਕੁਝ ਹੋ ਜੂ। ਇੱਥੇ ਨੇ ਇੱਥੋਂ ਕਰਿਆ ਆਹੋ, ਫਿਰ ਇਹ ਉਲਟ ਵੀ ਕਰ ਜਾਂਦੇ ਨੇ। ਵਿਖਾਦ ਕੋ ਵਿਖਾਦ ਕੈਨ, ਹਾਂ ਕਰਕੇ ਬਿਰਧ ਤਾਹੇ ਕੋ ਗਣਿਓ। ਉਹਨੇ ਕਹਾ ਚੱਲ ਪੁਰਾਣਾ ਹੈ, ਬੁੜਾ ਆਦਮੀ ਹੈ, ਇਹ ਤਾਂ ਇਹਦੀ ਆਦਤ ਹੈ, ਇਹਦੀ ਪਰਵਾਹ ਨਾ ਕਰੋ। ਨਾ ਰਾਮ, ਇਹਦੀ ਪਰਵਾਹ ਨਾ ਕਰੋ, ਇਹਦਾ ਕੋਈ ਖਤਰਾ ਨਹੀਂ। ਉਹਨੂੰ ਘੂਰ ਕੇ ਝੜਕੇ ਬਿਠਾਲਤਾ। ਜਿਹੜਾ ਸਿਆਣੇ ਨੇ ਸਲਾਹ ਦੇਣੀ ਹੁੰਦੀ ਹੈ ਪੁਰਾਣੇ ਆਦਮੀ ਨੇ, ਕਰਦਾ ਕੋਈ ਸਕਦਾ ਨਹੀਂ ਹੈ, ਮੰਜੇ ਤੋਂ ਉੱਠ ਨਹੀਂ ਸਕਦਾ,
ਵੀ ਇਹ ਸਲਾਹ ਮੰਨੋ ਹੀ ਨਾ, ਆਪਾਂ ਵੀ ਮਨ ਦੀ ਸਲਾਹ ਮੰਨੋ ਹੀ ਨਾ। ਪੁਰਾਣਾ ਹੈ ਨਾ, ਝਗੜਾ ਕਰਦਾ ਹੁੰਦਾ, ਇਹ ਕਿਹੜਾ ਅੱਜ ਦਾ। ਬਿਰਧ ਤਾਹੇ ਕੋ ਗਣਿਓ, ਬਿਰਧ ਵੀ ਕਮਜ਼ੋਰ ਹੋ ਗਿਆ ਹੁਣ ਇਹ, ਵੀ ਹੁਣ ਇਹ ਬੁੜਾ ਹੋ ਗਿਆ, ਇਹਨੇ ਕੀ ਕਰਨਾ, ਇਹਦੀ ਗੱਲ ਸੁਣੋ ਹੀ ਨਾ ਆਪਾਂ। ਬਸ ਮਨ ਨੂੰ ਮਾਰਿਆ ਨਹੀਂ। ਉਹ ਤੰਕਬੀਰ ਕਹਿੰਦਾ ਜੇ ਮਨ ਮਾਰਤਾ ਮੁਕਤੀ ਕਿਹਨੂੰ ਦਊਗੇ, ਇਹਦੀ ਗੱਲ ਨਹੀਂ ਸੁਣਨੀ, ਮਾਰਨਾ ਨਹੀਂ ਹੈ। ਉਹ ਆਪੇ ਮਰ ਗਿਆ ਯਾਰ, ਗੱਲ ਨਹੀਂ ਸੁਣਦੇ ਆਪਾਂ। ਕਹਿ ਨਹੀਂ ਦਿੰਦੇ ਬੁੜੇ ਮੈਂ ਤਾਂ ਜਿਉਂਦਾ ਹੀ ਮਰ ਗਿਆ, ਮੇਰੀ ਨਹੀਂ ਕੋਈ ਸੁਣਦਾ। ਜਸ ਕੋਈ ਸੁਣਦਾ ਨਹੀਂ, ਮੰਨਦਾ ਨਹੀਂ। ਨਿਆਣੇ ਵੀ ਕੋੜ ਦੀ ਲੰਘ ਜਾਂਦੇ ਨੇ, ਬੋਲੀ ਜਾਵੇ, ਜੇ ਪਾਣੀ ਮੰਗੇ ਤਾਂ ਨਹੀਂ ਸੁਣਦੇ। ਜਿਹੜਾ ਜ਼ਿਆਦਾ ਬੋਲੂ ਫਿਰ ਉਹਦੀ ਗੱਲ ਕੌਣ ਸੁਣੂਗਾ। ਜਿਹਨੇ ਚੁੱਪ ਹੋਣਾ ਹੀ ਨਹੀਂ ਸਾਰਾ ਦਿਨ, ਉਹ ਵੀ ਅੱਕ ਜਾਂਦੇ ਨੇ, ਤਾਂ ਨਹੀਂ ਸੁਣਦੇ। ਜੇ ਕਦੇ ਹੀ ਬੋਲੇ, ਲੋੜ ਪੈਣ ਤੇ ਹੀ ਬੋਲੇ, ਉਹਦੀ ਤਾਂ ਗੱਲ ਸੁਣਦੇ ਨੇ। ਗਲਤੀ ਆਪਣੀ ਵੀ ਹੁੰਦੀ ਹੈ ਬੋਲਣ ਵਾਲਿਆਂ ਦੀ। ਹਾਂਜੀ। ਭੱਜੇ ਰਥੀ ਹਈ ਗਜੀ ਸੋ ਪਤੀ ਤਰਾਸ ਧਾਰ ਕੈ। ਜਿਹੜੇ ਭੱਜ ਗਏ ਬਾਕੀ ਦੇ ਸਾਰੇ ਹਈ ਹਾਥੀਆਂ ਤੇ ਚੜੇ ਸੀ, ਜਿਹੜੇ ਘੋੜਿਆਂ ਤੇ ਚੜੇ ਸੀ। ਹਈ ਘੋੜਿਆਂ ਤੇ ਚੜੇ ਹੋਏ, ਗਜੀ ਹਾਥੀਆਂ ਤੇ ਚੜੇ ਹੋਏ, ਰਥਾਂ ਤੇ ਚੜੇ ਰਥੀ। ਰਥ ਫੌਜ ਹੁੰਦੀਆਂ ਨਾ, ਰਥਾਂ ਵਾਲੀ ਫੌਜ ਸੀ। ਹਾਥੀਆਂ ਵਾਲੀ ਫੌਜ ਕਿਹੜੀ ਸੀ? ਹਾਥੀਆਂ ਵਾਲੀ ਫੌਜ ਸੀਗੀ ਇਹ ਜਿਹੜੇ ਸ਼ਿਵ ਜੀ ਦੇ ਨੇ। ਵਿਸ਼ਨੂੰ ਕਦੇ ਹਾਥੀ ਤੇ ਚੜਿਆ ਤੁਹਾਨੂੰ ਨਹੀਂ ਮਿਲੂਗਾ, ਕ੍ਰਿਸ਼ਨ ਨਹੀਂ ਹਾਥੀ ਤੇ ਚੜਿਆ ਮਿਲੂਗਾ, ਨਾ ਰਾਮਚੰਦਰ। ਰਾਮਚੰਦਰ ਮਿਲੂ ਰਸਤੇ ਚੜਿਆ ਹੋਇਆ। ਦੇਖੋ ਨਾ, ਇੱਥੋਂ ਆਈ ਹੋਈਆਂ ਨੇ ਗੱਲਾਂ। ਹੈ ਗਜੀ ਕੌਣ ਹੈ? ਗਜੀ ਹੈ ਸਾਧ, ਜਿਹਨੇ ਸਾਧ ਨੇ ਹਾਥੀ ਲਈ ਫਿਰਦੇ ਹੁੰਦੇ ਨੇ। ਦੇਖੇ ਨੇ ਸਾਧੇ ਫਿਰਦੇ ਹੁੰਦੇ ਹਾਥੀ ਲਈ, ਇਹ ਫਿਰਦੇ ਹੁੰਦੇ ਨੇ ਹਾਥੀ ਲਈ। ਇਹ ਸ਼ਿਵ ਜੀ ਦੇ ਚੱਲੇ ਨੇ, ਇਹ ਗਜੀ ਨੇ। ਹੰਕਾਰ ਵੀ ਇਹਨਾਂ 'ਚ ਜ਼ਿਆਦਾ ਹੁੰਦਾ। ਉੱਚੇ ਤਾਂ ਹੀ ਮੈਂ ਵੀ ਘੋੜਾ ਛੋਟਾ ਹੈ, ਅਸੀਂ ਤਾਂ ਉੱਚੇ ਉੱਚੇ ਤਾਂ ਹੀ ਪਹਾੜ ਤੇ ਚੜਿਆ ਫਿਰਦਾ ਸ਼ਿਵ ਜੀ। ਵੀ ਮੈਂ ਉੱਚੇ ਤੋਂ ਮੈਂ ਤਾਂ ਨਹੀਂ ਬਣਨਾ। ਰਥੀ ਭਜੇ ਰਥੀ ਹਈ ਗਜੀ, ਹਈ ਗਜੀ, ਹਈ ਘੋੜਿਆਂ ਵਾਲੇ ਸੋ ਪਤੀ ਤਰਾਸ ਧਾਰ ਕੈ। ਘੋੜਿਆਂ ਵਾਲੇ ਕੌਣ ਹੁੰਦੇ ਨੇ? ਘੋੜਿਆਂ ਵਾਲਿਆਂ ਚੋਂ ਨਿਕਲੇ ਨੇ ਸਾਰੇ ਇਹ ਜਿਹੜੇ ਭਗਤ ਨੇ। ਇਹ ਵਿਸ਼ਨੂੰ ਨਾਲ ਵੀ ਨਹੀਂ ਹੁੰਦੇ, ਉਹਦੇ ਨਾਲ ਵੀ ਨਹੀਂ ਹੁੰਦੇ। ਕਬੀਰ ਤਾਂ ਹੀ ਕਹਿੰਦਾ ਘੋੜੇ ਨੂੰ ਆਪਣੇ ਨੂੰ ਮਨ ਨੂੰ, ਵੀ ਤੈਨੂੰ ਲਗਾਮ ਪਾਵਾਂ ਹੁਣ, ਚੱਲ ਇੱਧਰ ਨੂੰ ਚੱਲੀਏ ਹੁਣ। ਪਹਿਲਾਂ ਇੱਧਰ ਨੂੰ ਭਜਦਾ ਸੀ, ਦੂਰ ਬਹੁਤ ਆ ਗਿਆ, ਹੁਣ ਇੱਧਰਲੀ ਸਪੀਡ ਤੇਰੀ ਦੇਖੂਗਾ ਕਿੰਨੀ ਕੁ ਹੈ। ਇੱਧਰ ਤਾਂ ਬਹੁਤ ਤੇਜ਼ ਭਜਦਾ ਸੀ, ਬਈ ਹੋਰ ਸਪੀਡ ਤੇਜ਼ ਕਰ ਹੁਣ, ਇੱਧਰ ਨੂੰ ਛੇਤੀ ਪਹੁੰਚਣਾ। ਉਧਰੋਂ ਮੈਂ ਤੈਨੂੰ ਰੋਕਦਾ ਤਾਂ ਨਾ ਜਾ, ਇੱਧਰ ਤੇਰੇ ਮੈਂ ਚਾਬੁਕ ਵੀ ਮਾਰੂੰਗਾ ਪ੍ਰੇਮ ਕੇ, ਵੀ ਹੋਰ ਭੱਜ ਜਲਦੀ। ਉਹ 80 ਸਾਲ ਹੋ ਗਏ ਦੂਰ ਨੂੰ ਜਾਂਦੇ ਨੂੰ, ਹੁਣ ਕਮੀ 2 ਸਾਲ ਹੈ, ਖਾਲੀ 4 ਸਾਲ ਹੈ, ਸਾਰਾ ਬਹਿਗਾ। 70-80 ਸਾਲ ਦਾ ਜਿਹੜਾ ਪੈਂਡਾ ਦੂਰੀ ਬਣਾਈ ਆ, ਉਹਨੂੰ ਬਹਿਗਾ ਹੁਣ ਪਿੱਛੇ। ਜਲਦੀ ਤੋਂ ਜਲਦੀ ਆ। ਇਹ ਘੋੜੇ ਵਾਲੇ ਨੇ। ਘੋੜਾ ਵਾਲਾ ਕੌਣ? ਹਾਥੀ ਵਾਲਾ ਕੌਣ? ਰਥ ਵਾਲਾ ਕੌਣ? ਜਿਹੜੇ ਤਾਂ ਵਿਸ਼ਨੂੰ ਭਗਤ ਨੇ, ਰਾਜੇ ਨੇ, ਰਾਜ ਕਰਦੇ ਸੀ, ਉਹ ਕੈਦ ਕੀਤੇ ਹੋਏ ਨੇ ਉਹਨੇ। ਉਹ ਤਾਂ ਸੀਗੇ ਰਥਾਂ ਦੇ ਉੱਤੇ। ਜਿਹੜੇ ਇਹ ਸੀਗੇ ਆਪਣੇ ਸ਼ਿਵ ਜੀ ਦੇ ਭਗਤ, ਉਹਨੇ ਹਾਥੀਆਂ ਵਾਲੇ। ਜਿਹੜੇ ਉਹ ਭਗਤ ਨੇ ਇਕੱਲੇ ਵਿਸ਼ਨੂੰ ਭਗਤ ਨੇ, ਜਿਹੜੀ ਵੇਦਾਂ ਦੇ ਵਿੱਚ ਵੇਦ ਗਿਆਨ ਲੈ ਕੇ, ਉਹ ਪੂਰਾ ਬ੍ਰਹਮ ਗਿਆਨ ਨਹੀਂ ਹੁੰਦਾ, ਪਰ ਉਹ ਵੀ ਇਕੱਲੇ ਇਕੱਲੇ ਹੁੰਦੇ ਨੇ। ਉਹਨਾਂ 'ਚ ਭਗਤ ਪੈਦਾ ਹੋਏ ਨੇ ਆਪਣੇ, ਜਿੰਨੇ ਵੀ ਹੋਏ। ਉਹਨਾਂ 'ਚ ਜਿਹੜੇ 2 ਬ੍ਰਹਮਾ ਦੇ ਉਪ ਅਵਤਾਰ ਹੁੰਦੇ ਨੇ, ਉਹਨਾਂ 'ਚ ਹੀ ਆਉਂਦੇ ਨੇ। ਜਿਵੇਂ ਅਕਾਲੀ ਦਾਸ ਆ ਗਿਆ, ਬਾਲਮੀਕ ਆ ਗਿਆ, ਸੂਰਦਾਸ ਆ ਗਿਆ। ਇਹ ਘੋੜਿਆਂ ਲਈ ਹੁੰਦੇ ਨੇ। ਆਪਣਾ ਘੋੜਾ ਹੀ ਹੁੰਦਾ ਇਹਨਾਂ ਦਾ। ਬਹੁਤੀ ਫੌਜ ਨਹੀਂ ਬਣਾਉਂਦੇ, ਨਾ ਨਾ, ਆਪਣਾ ਹੀ ਘੋੜਾ ਹੁੰਦਾ ਇਹਨਾਂ ਦਾ। ਰਾਸ ਨੂੰ ਤਾਂ ਕਈ ਘੋੜੇ ਹੁੰਦੇ ਨੇ, ਰਾਸ ਦੇ ਅੱਗੇ ਤਾਂ 8 ਘੋੜੇ ਹੁੰਦੇ ਨੇ। ਪੱਠੇ ਨੂੰ ਪੱਠੇ ਕੌਣ ਪਾਊਗਾ? ਉਹ ਤਾਂ ਗਨਮੈਨ ਰੱਖਦਾ ਨਾ ਫਿਰ ਰਾਜਾ, ਤਾਂ ਉਹ ਘੋੜੇ ਹੋਰ ਨੇ ਉਹਦੇ। ਸਮਝੇ ਨਹੀਂ? ਇਹਦਾ ਤਾਂ ਆਪਣੀ ਰੋਟੀ ਦਾ ਔਖਾ ਹੋਇਆ। ਹਾਂਜੀ। ਭਜੇ ਰਥੀ ਹਈ ਗਜੀ ਸੋ ਪਤੀ ਤਰਾਸ ਧਾਰ ਕੈ। ਸੋ ਪਤੀ ਤਰਾਸ ਧਾਰ ਕੈ। ਉਹਨਾਂ ਨੇ ਡਰ ਗਏ, ਜਾਣੀ ਬਈ ਡਰ ਗਏ, ਭੈ ਭੀਤ ਹੋ ਗਏ। ਹੁਣ ਵੀ ਇੱਥੇ ਹੁਣ ਨਹੀਂ ਵਾਹ ਜਾਂਦੀ, ਬਈ ਹੁਣ ਜਿਹੜਾ ਹੈ ਨਾ ਬ੍ਰਹਮ ਅੰਦਰ ਚਿੱਤ,
ਵੀ ਉਹ ਨਹੀਂ ਹੁਣ ਪਤੀ ਉਹੀ ਹੈ ਨਾ, ਕਿਲੇ ਦਾ ਮਾਲਕ ਉਹੀ ਹੈ ਨਾ। ਅੰਦਰੋਂ ਭੱਜੇ ਨੇ ਬਕਾਰ ਬਾਹਰ ਨੂੰ। ਜਿਹੜੇ ਆਪਾਂ ਜੋੜਦੇ ਆ ਬੰਦੇ ਉਹ ਵੀ ਆਪਣੇ ਅੰਦਰ ਹੀ ਜੁੜੇ ਹੁੰਦੇ ਨੇ। ਜਿਵੇਂ ਆਪਾਂ ਪਾਰਟੀ ਜੁੜਦੀ ਆਪਣੇ ਅੰਦਰ ਹੀ ਜਗ੍ਹਾ ਹੁੰਦੀ ਉਹਨਾਂ ਵਾਸਤੇ, ਉਹੀ ਅੰਦਰ ਆ ਸਕਦੇ ਨੇ ਆਪਣੇ, ਜਿੱਥੇ ਆਪਾਂ ਇਕੱਠੇ ਹੁੰਦੇ ਹਾਂ ਪਾਰਟੀ ਦੇ ਦਫ਼ਤਰ ਜਾਂ ਉਹ ਪੰਡਾਲ 'ਚ, ਉਹੀ ਆਉਣਗੇ ਜਿਹੜੇ ਆਪਣੇ ਆਦਮੀ। ਦੂਏ ਨਹੀਂ ਕਰਨ ਹੁਣ, ਨਾ ਦੂਆ ਆਵੇ ਨਾ ਆਪਾਂ ਨੂੰ ਬਣ ਦਈਏ, ਨਾ ਸਟੇਜ ਤੇ ਚੜ੍ਹਨ ਦਈਏ। ਹਾਂਜੀ। ਭਜੇ ਰਥੀ ਮਹਾਰਥੀ ਸੁਲਾਜ ਕੋ ਵਿਸਾਰ ਕੈ। ਭਜੇ ਰਥੀ ਮਹਾਰਥੀ, ਜਿਹੜੇ ਬੜੇ ਬੜੇ ਮਹਾਰਥੀ ਸੀ, ਜਿਹੜੇ ਕਹਿੰਦੇ ਸੀ ਵੀ ਅਸੀਂ ਕਿਸੇ ਮੂਹਰੇ ਹਾਰ ਬਣੀ ਹੋਈ ਨਹੀਂ ਗਿਆਨ ਚਰਚਾ ਦੀ। ਰਾਜੇ ਵੀ ਗਿਆਨ ਚਰਚਾ ਕਰਦੇ, ਰਾਜਿਆਂ ਕੋਲ ਬ੍ਰਾਹਮਣ ਹੁੰਦੇ ਸੀ, ਪੰਡਤ ਰਹਿੰਦੇ ਸੀ, ਗਿਆਨੀ ਹੁੰਦੇ ਸੀ ਰਾਜੇ। ਰਾਜਿਆਂ ਦੇ ਵਿੱਚ ਉਹ ਆਇਆ ਹੋਇਆ ਨੋ ਇਹਦਾ ਜਨਕ ਰਾਜੇ ਦਾ। ਜਨਕ ਰਾਜੇ ਦਾ ਗਿਆਨ ਚਰਚਾ ਕਰਦਾ ਸੀ ਜਨਕ ਰਾਜਾ। ਉਹਨੇ ਕਿਹਾ ਜੀ ਨਾ ਮੇਰਾ ਗੁਰੂ ਬਣਨਾ, ਉਹ ਮੈਨੂੰ ਇੰਨਾ ਕੁ ਚਿਰ ਗਿਆਨ ਕਰੋ, ਮੈਂ ਇੱਕ ਘੋੜੇ ਦੇ ਪੈਰ ਦੇ ਵਿੱਚ ਲਗਾ, ਇੱਕ ਉਹਦੇ ਵਿੱਚ ਰਕਾਬ 'ਚ ਇੱਕ ਪੈਰ ਪਾ ਲੈਣਾ, ਦੂਆ ਪੈਰ ਮੈਂ ਜਿੰਨਾ ਚਿਰ ਪਾਉਂਦਾ ਨਹੀਂ ਇੰਨਾ ਹੀ ਟਾਈਮ ਹੈ ਬਸ। ਜਦ ਦੂਆ ਪੈਰ ਮੇਰਾ ਪੈ ਗਿਆ ਨਾ, ਉਹ ਫੇਰ ਨਹੀਂ ਮੈਂ ਗੱਲ ਸੁਣਨੀ, ਉਹਨਾਂ ਚਿਰ 'ਚ ਮੈਨੂੰ ਗਿਆਨ ਕਰਾਓ। ਇਹਦਾ ਮਤਲਬ ਗਿਆਨਵਾਨ ਸੀ ਉਹ। ਇਹ ਵੀ ਕਰਦੇ ਸੀ ਗਿਆਨ ਚਰਚਾ, ਐਸੀ ਗੱਲ ਨਹੀਂ ਵੀ ਗਿਆਨਵਾਨ ਨਹੀਂ ਸੀ ਹੁੰਦੇ। ਗਿਆਨ ਚਰਚਾ ਹੀ ਚੱਲਦੀ ਰਹਿੰਦੀ ਸੀ ਉਹਨਾਂ ਦੇ। ਆਏ ਜਿਹੜੇ ਘੋੜਿਆਂ ਵਾਲੇ ਸੰਤ ਨੇ, ਕੱਲੇ ਕੱਲੇ ਇਹਨਾਂ ਦਾ ਆਦਰ ਕਰਦੇ ਤੇ ਰਾਜੇ। ਇਹ ਜਾਂਦੇ ਸੀ, ਪਰ ਰਾਜੇ ਦੇ ਹਰ ਵਕਤ ਨਹੀਂ ਸੀ ਰਹਿੰਦੇ, ਚਲੇ ਜਾਂਦੇ ਸੀ ਉੱਥੇ ਗਿਆਨ ਚਰਚਾ ਵਾਸਤੇ। ਗੁਰੂ ਨਾਨਕ ਗਏ ਸਾਰਿਆਂ ਦੇ ਨੇ, ਸਾਰਿਆਂ ਦੇ ਗਏ ਨੇ। ਰਾਜਿਆਂ ਕੋਲ ਵੀ ਗਏ ਨੇ ਉਹ, ਕਈਆਂ ਕੋਲ ਜਿਹੜੇ ਰਾਜੇ ਚੰਗੇ ਸੀ, ਸ਼ਿਵਨਾਵ ਰਾਜਾ ਹੋਰ ਕਈ ਨੇ, ਉਹਨਾਂ ਕੋਲ ਵੀ ਗਏ ਨੇ। ਜਿਹੜੇ ਗਿਆਨਵਾਨ ਰਾਜੇ ਸੀ, ਚਾਹੁੰਦੇ ਸੀ ਗਿਆਨ ਚਰਚਾ ਕਰਦੇ ਸੀ, ਉਹਨਾਂ ਕੋਲ ਜਾਂਦੇ ਰਹੇ ਨੇ। ਹਾਂ। ਭਜੇ ਰਥੀ ਮਹਾਰਥੀ ਸੁਲਾਜ ਕੋ ਵਿਸਾਰ ਕੈ। ਬਸ ਲਾਜ ਕੋ ਵਿਸਾਰ ਕੈ, ਬੇਇੱਜ਼ਤੀ ਵਾਲੀ ਗੱਲ ਕਹੀ। ਇਹ ਨਹੀਂ ਆ ਵੀ ਭੱਜਣ 'ਚ ਬੇਇੱਜ਼ਤੀ ਆ। ਹੁਣ ਉਹ ਭੁੱਲ ਗਏ, ਇੱਜ਼ਤ ਬੇਇੱਜ਼ਤੀ ਵਾਲੀ ਗੱਲ ਭੁੱਲ ਕੇ ਭੱਜ ਗਏ, ਛੱਡ ਕੇ ਮੈਦਾਨ ਛੱਡ ਗਏ। ਸੋ ਲਾਜ ਕੋ ਵਿਸਾਰ ਕੈ। ਜਦ ਮੈਦਾਨ 'ਚੋਂ ਭੱਜਦਾ ਨਾ, ਜਿਹੜਾ ਭੱਜ ਜਾਵੇ ਉਹ ਫਿਰ ਬਾਹਰ ਫਿਰ ਉਹਦੀ ਇੱਜ਼ਤ ਨਹੀਂ ਨਾ ਰਹਿੰਦੀ ਫੌਜੀ ਦੀ। ਹਾਂਜੀ। ਅਸੰਭ ਜੁੰਦ ਜੋ ਭਇਓ ਸੋ ਕੈਸ ਕੈ ਬਤਾਈਐ। ਇੰਨਾ ਭਿਆਨਕ ਯੁੱਧ ਹੋਇਆ, ਇੰਨੀ ਭਿਆਨਕ ਜੰਗ ਹੋਈ, ਕਿਵੇਂ ਦੱਸਾਂ, ਕਿੰਨਾ ਕੁ ਵਿਸਤਾਰ ਕਰਾਂ ਇਹਦਾ। ਕੈਸ ਕੈ ਬਤਾਈਐ, ਕਿਵੇਂ ਦੱਸਾਂ ਮੈਂ। ਕੋਈ ਯੁੱਧ ਦਾ ਅੰਦਰ ਲੈ, ਕਿੰਨਾ ਚਿਰ ਹੋਣਾ ਕਿਹਦਾ, ਕਿੰਨਾ ਚਿਰ ਹੋਣਾ ਕਿਹਦਾ, ਕਿੰਨਾ ਚਿਰ ਹੋਣਾ। ਇਹ ਕਿਹੜਾ ਇੰਨਾ ਮਿੰਟਾਂ ਸਕਿੰਟਾਂ ਦਾ ਕੰਮ, ਮਿੰਟਾਂ ਸਕਿੰਟਾਂ ਦਾ ਕੰਮ ਤਾਂ ਹੈ ਨਹੀਂ। ਤੇ ਦੱਸਣਾ ਤਾਂ ਹੁਣ ਨਾਲ ਦੀ ਨਾਲੇ ਮਿੰਟਾਂ ਸਕਿੰਟਾਂ 'ਚ ਹੈ। ਹਾਂਜੀ। ਸਹੰਸਰ ਬਾਰ ਜੋ ਰਟੈ ਨਾ ਤਤਰ ਪਾਰ ਪਾਈਐ। ਹਜ਼ਾਰਾਂ ਵਾਰ ਵੀ ਇਹਨੂੰ ਸਮਝੇ ਤਾਂ ਵੀ ਇਹਦਾ ਪਾਰ ਨਹੀਂ ਪਾਇਆ ਜਾ ਸਕਦਾ। ਹਜ਼ਾਰਾਂ ਵਾਰ ਵੀ ਇਹਦਾ ਵਿਚਾਰ ਕਰਕੇ ਮੈਂ ਯੁੱਧ ਲਿਖਾਂ ਵੀ ਕਿਵੇਂ ਲਿਖਾਂ, ਤਾਂ ਵੀ ਪਾਰ ਨਹੀਂ ਪਾ ਸਕਦਾ। ਰੋਜ਼ ਵਿਚਾਰ ਕਰਦੇ ਨੇ ਵੀ ਕੀ ਹੁਣ ਕਿਹਦਾ ਨੰਬਰ ਆਇਆ। ਉੱਥੇ ਉਹ ਆਏ ਹੋਏ ਨੇ ਪਿੱਛੇ ਉਗਣ ਵਿਵੇਕ ਦੇ, ਅਵਿਵੇਕ ਦੇ। ਉਹ ਵਿਵੇਕ ਦੇ ਸਾਰੇ ਮਹਾ ਜਿੰਨੇ ਯੋਧੇ ਨੇ ਮਾਰਨੇ ਨੇ। ਹੁਣ ਕਿਹੜਾ ਯੋਧਾ ਕਿਹਨੇ ਮਾਰਨਾ ਹੈ? ਜਿਹੜਾ ਕਹਿੰਦੇ ਨੇ ਹੁਣ ਕੀ ਕਰੀਏ ਅਸੀਂ, ਕਿਵੇਂ ਮਾਰੀਏ ਆਹ ਕੀ ਕਰੀਏ, ਕਿਵੇਂ ਮਾਰੀਏ। ਇੱਥੋਂ ਫੜ ਲਓ ਕੱਲੇ ਕੱਲੇ ਦਾ, ਨਾਲੇ ਕਿਹੜੀ ਚੀਜ਼ ਨੂੰ ਕਿਵੇਂ ਕਾਬੂ ਕਰਨਾ ਸਾਰਾ ਕੁਝ ਦੱਸਿਆ ਹੋਇਆ। ਫੜ ਲਓ। ਇਹ ਕਥਾ ਕਰਨ ਵਾਲੀ ਚੀਜ਼ ਨਹੀਂ ਬਹੁਤੀ, ਬਸ ਇੱਕ ਵਾਰ ਕਥਾ ਕਰਤੀ ਸਾਰਿਆਂ ਨੂੰ ਪਤਾ ਲੱਗ ਗਿਆ। ਹੁਣ ਸਮਝਣੀ ਆਪੇ ਹੈ, ਦੁਬਾਰਾ ਪੜ੍ਹ ਕੇ ਆਪੇ ਦੇਖਣੀ ਹੈ ਵੀ ਕਿਹੜਾ, ਕਿਉਂ ਯਾਦ ਤਾਂ ਰਹਿਣਾ ਨਹੀਂ ਹੈ ਸਾਰਾ ਇੱਕ ਵਾਰ ਸੁਣ ਕੇ। ਇਹ ਤਾਂ ਵਾਰ-ਵਾਰ ਦੇਖਣਾ ਪਊ ਨਾ। ਕਲੰਕ ਵਿਭਰਮ ਆਦ ਉਹ ਕਿਰਤ ਘਣ ਤਾਹੇ ਕੋ ਹਣਿਓ। ਕਲੰਕ ਜਿਹੜਾ ਸੀਗਾ ਭਰਮ ਸੀ ਅੰਦਰ। ਕਲੰਕ ਵਿਭਰਮ ਆਦ, ਵਿਭਰਮ, ਭਰਮ ਜਿਹੜਾ ਮਤਲਬ ਹੈ ਦੂਜੇ ਦਾ ਵਿਭਰ ਹੁੰਦਾ, ਦੂਜੇ ਨੇ ਭਰਮ ਪਾਤਾ ਸਾਨੂੰ। ਇੱਕ ਸਾਡੇ ਅੰਦਰ ਭਰਮ ਪਹਿਲਾਂ ਹੀ, ਇੱਕ ਹੋਰ ਕਿਤੋਂ ਮਿਲ ਗਿਆ, ਭਰਮ ਦੇ ਉੱਤੇ ਭਰਮ ਚੜ ਗਿਆ, ਵਾਧੂ ਦਾ ਭਰਮ। ਇੱਕ ਤਾਂ ਪਹਿਲਾਂ ਹੀ ਕੱਪੜਾ ਕਾਲਾ ਸੀ, ਕਮੇਲਾ ਹੋ ਗਿਆ। ਹੋਰ ਵਿਭਰਮਾਦ, ਵਿਭਰਮਾਦ ਬਾਹਰੋਂ ਆ ਗਿਆ। ਆਓ ਕਿਰਤ ਗਣ ਤਾਏ ਕੋ ਹਣਿਓ। ਔਰ ਜਿਹੜੀ ਕਿਰਤ ਘਣਤਾ ਸੀ ਆਪਣੇ ਅੰਦਰ, ਇਹ ਮਾਰਤੀ ਸਾਰੀ।
ਕਿਰਤ ਘਣਤਾ ਵੀ ਹੁੰਦੀ ਹੈ ਅੰਦਰ, ਜਿਹਦੇ ਹੁੰਦੀ ਉਹਨੂੰ ਮਾਰ ਦੇਵੇ। ਜੇ ਹੈਗੀ ਆ ਤਾਂ ਮਾਰਨੀ ਪਊਗੀ, ਕਹਿਣ ਦਾ ਮਤਲਬ ਇਹ ਹੈ। ਇਹ ਰੱਖੀ ਦੀ ਨਹੀਂ ਹੁੰਦੀਆਂ ਚੀਜ਼ਾਂ, ਇਹਨੂੰ ਮਾਰੇ ਦੇਵੇ ਚੰਗਾ ਹੈ। ਕਿਰਤ ਘਣਤਾ ਨਾ ਮਾਰੇ ਦੇਣੀ ਠੀਕ ਹੈ। ਆਹੋ, ਕਈ ਚੀਜ਼ਾਂ ਨੇ ਮਨ ਨੂੰ ਨਹੀਂ ਮਾਰਨਾ ਸੀਗਾ, ਮਨ ਨੂੰ ਤਾਂ ਇਹ ਵੀ ਇਹਦੀ ਲਾਪਰਵਾਹੀ ਕਰੋ, ਇਹ ਸੁਣੋ ਜੀ। ਕਿਰਤ ਘਣ ਕਿਸੇ ਦਾ ਕੀਤਾ ਹੋਇਆ ਭੁਲਾ ਦੇਣਾ। ਆਹੋ, ਆਪਣੇ 'ਚ ਨਹੀਂ ਹੋਗਣ ਚਾਹੀਦਾ ਕਿਰਤ ਘਣਤਾ, ਆਪਣੇ ਅੰਦਰੋਂ ਮਾਰ ਦੇਣੀ ਹੈ। ਦੂਏ ਜਿਹੜਾ ਕਿਰਤ ਘਣ ਹੈ ਆਪਾਂ ਉਹਦੇ ਨਾਲ ਸੰਗਤ ਨਹੀਂ ਕਰਨੀ, ਉਹਦੇ ਨਾਲ ਬਾਹਰ ਨਹੀਂ ਰੱਖਣਾ। ਜੇ ਪਤਾ ਜਦ ਲੱਗੂਗਾ ਜਦ ਤੁਸੀਂ ਬਾਹਰ ਛੱਡੋਗੇ, ਪਤਾ ਹੁੰਦਾ ਹੀ ਆ ਲੋਕਾਂ ਦਾ, ਪਤਾ ਲੱਗੇ ਜਾਂਦਾ ਵੀ ਆਸਾਨ ਪਰਾਮੋਸ ਨਿਕਲਿਆ। ਹਾਂਜੀ। ਵਿਖਾਦ ਵਿਪ ਆਦ ਕੋ ਕਛੂ ਨਾ ਚਿਤ ਮੈਂ ਗਣਿਓ। ਵਿਖਾਦ ਵਿਪਦਾ ਆਦ ਕੋ, ਵਿਪਤਾ ਆਦ ਜਿਹੜੇ ਵਿਪਤਾ ਹੈ, ਵਿਖਾਦ ਜਿਹੜਾ ਹੈਗਾ ਔਰ ਵਿਪਤਾ ਜਿਹੜੀ ਹੈਗੀ ਹੈ, ਇਹਦੀ ਪਰਵਾਹ ਨਹੀਂ ਕੀਤੀ ਹੈਗੀ। ਵਿਪਤਾ ਬਾਹਰੋਂ, ਵਿਖਾਦ ਨਾਲੇ ਵਿਪਤਾ ਪੈਂਦੀ। ਇਹ ਤਾਂ ਫਿਰ ਦੁੱਖ ਸੁੱਖਤਾ ਜਿਹੜੇ ਨੇ ਇਹ ਆਉਂਦੇ ਜਾਂਦੇ ਰਹਿਣੇ ਹੀ ਨੇ। ਵਿਖਾਦ ਕਿਵੇਂ ਸੀ? ਵਿਖਾਦ ਬਾਈ ਧਾਰੀਆਂ ਨਾਲ ਜਿਵੇਂ ਲੜਾਈ ਹੋ ਗਈ ਸੀ, ਕਿਸੇ ਪੁਆਇੰਟ ਤੇ ਹੋ ਜਵੇ, ਉਹ ਮਾਰਨੇ ਪੈ ਗਏ ਸਾਰੇ, ਆਪਣੇ ਸਾੜਨੇ ਪੈ ਗਏ ਬਸੰਤ, ਵਿਖਾ ਦੇ। ਉਹਦਾ ਹੀ ਬਸੰਤ ਮਾਰਿਆਂ ਤੇ ਬਾਅਦ ਦਾ ਹੀ ਜ਼ਿਆਦਾ ਸੀ। ਇੰਨੇ ਬੰਦੇ ਕਿਸੇ ਰਾਜੇ ਦੇ ਤੇਲ 'ਚ ਫੂਕ ਦੇਣ, ਇਹ ਗੈਰ ਕਾਨੂੰਨੀ ਗੱਲ ਹੈ। ਕਹਿੰਦਾ ਮੇਰਾ ਰਾਜ ਕਾਹਦਾ ਰਹਿ ਗਿਆ? ਫਿਰ ਜੇ ਇੱਥੇ ਕੋਈ ਕਰ ਦੇਵੇ ਕੰਮ, ਸਰਕਾਰ ਛੱਡੂ ਉਹਨੂੰ? ਸਰਕਾਰ ਐਕਸ਼ਨ ਲੈਂਦੀ ਹੋਈ ਹੈ, ਸਮਝੇ? ਉਹ ਵੀ ਇੱਕ ਕਾਰਨ ਸੀ ਰਾਜਿਆਂ ਦਾ, ਉਹ ਕਾਰਨ ਸੀ ਵੀ ਅਸੀਂ ਜੀ ਹੁਣ ਨਹੀਂ ਚੱਲ ਸਕਦੇ, ਸਾਡੀ ਪਬਲਿਕ ਹੈ ਉਹ, ਮਤਲਬ ਤੇਲ 'ਚ ਨਹੀਂ ਸਾੜੇ ਜਾ ਸਕਦੇ, ਜਾਇਜ਼ ਸਜ਼ਾ ਦੇ ਦਿਓ। ਆਪਣੀ ਉਹਨਾਂ ਦਾ ਆਪਣਾ ਹਿਸਾਬ ਸੀ। ਵਿਖਾਦ ਵਿਪਦਾਦ ਕੋ ਕਛੂ ਨਾ ਚਿਤ ਮੈਂ ਗਣਿਓ। ਇਹ ਕੋਈ ਪਰਵਾਹ ਨਹੀਂ ਕੀਤੀ। ਵਿਖਾਦ ਹੋ ਜੂਗਾ ਰਾਜੇ ਫੂਕਿਆਂ ਦੇ, ਮਸੰਦ ਫੂਕਿਆਂ ਦੇ, ਕੋਈ ਪਰਵਾਹ ਨਹੀਂ, ਹੋ ਜੂਗਾ। ਸਜ਼ਾ ਦੇਣੀ ਹੋਈ ਉਹਨਾਂ ਨੂੰ, ਜੋ ਜਾਇਜ਼ ਸਜ਼ਾ ਉਹੀ ਦੇਣੀ। ਸੰਸਾਰ ਦੀ ਆਪਣੀ ਮਰਜ਼ੀ ਦੀ ਸਜ਼ਾ ਹੁੰਦੀ ਹੈ, ਉਹਨਾਂ ਦੀ ਆਪਣੀ ਮਰਜ਼ੀ ਦੀ ਸਜ਼ਾ ਸੀ। ਜਿੰਨੀ ਸਜ਼ਾ ਸੀ ਉਹਨਾਂ ਨੂੰ ਪਤਾ ਸੀ ਉਹਦੀ ਦੇਤੀ ਉਹ ਜੀ। ਸੋ ਮਿੱਤਰ ਦੋਖ ਰਾਜ ਦੋਖ ਈਰ ਖਾਹੇ ਮਾਰ ਕਾ। ਈਰਖਾ ਸੁਮਿੱਤਰ, ਚੰਗੇ ਮਿੱਤਰ ਦਾ ਭਲਾ ਨਾ ਸੋਚਣਾ, ਸੁਮਿੱਤਰ ਦੋਖ। ਹਾਂ। ਰਾਜ ਦੋਖ। ਰਾਜ ਵੀ ਸਾਨੂੰ ਬਹੁਤ ਸਾਰੀਆਂ ਧਰਮ ਤੋਂ ਲਿਹੋ ਲਾਉਣ ਦੀ ਗੱਲ ਕਰਦਾ। ਜਿਵੇਂ ਰਾਜੇ ਦੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਨਾ, ਇਹ ਰਾਜ ਦੋਖ ਹੈ। ਸੱਚ ਤੇ ਚੱਲਣ ਦੇ ਜਿਹੜੇ। ਹਾਂ, ਰਣਜੀਤ ਸਿੰਘ ਦੀ ਮਜਬੂਰੀ ਸੀ ਵੀ ਇੱਥੇ ਮੂਰਤੀਆਂ ਲਿਆਵੇ ਖੁਸ਼ ਕਰਨ ਵਾਸਤੇ, ਉਹਦੀ ਮਜਬੂਰੀ ਸੀ। ਜਦ ਤੇ ਸਾਹਿਬ ਨੂੰ ਬੇਦੀ ਲੈ ਆਂਦਾ ਅੰਮ੍ਰਿਤਸਰ, ਅਕਾਲੀ ਫੂਲਾ ਸਿੰਘ ਚਲਿਆ ਗਿਆ। ਜਦ ਤੇ ਬਾਅਦ ਕਥਾ ਕੱਢ ਲਈ ਵੀ ਰਣਜੀਤ ਸਿੰਘ ਦੀ ਵਡਿਆਈ ਕਰਨੀ ਸੀ ਨਾ, ਹੁਣ ਉਹਨੇ ਇਹਨਾਂ ਨੇ ਸ਼ੁਰੂ ਕਰਦੇ ਹੁੰਦੇ ਨੇ ਨਾ ਚਾਬਰੂ ਵੀ ਅਟਕ ਦਰਿਆ ਦੇ ਵਿਚਾਲੇ ਰਣਜੀਤ ਸਿੰਘ ਨੇ ਘੋੜਾ ਖੜਾ ਕਰਤਾ, ਅਟਕ ਇੱਧਰ ਖੜ ਗਿਆ ਤਾਂ ਇੱਧਰ ਖੜ ਗਿਆ, ਤੇ ਰਣਜੀਤ ਸਿੰਘ ਨੇ ਤਾਂ ਚੌੜਾ ਹੋਣਾ ਹੀ ਸੀ। ਜਿਹੜੇ ਸਿੰਘ ਸੀ ਉਹਨਾਂ ਨੇ ਕਹਿ ਦਾ ਮਤਲਬ ਉਹ ਕਹਿਣਾ ਕੀ ਚਾਹੁੰਦੇ ਨੇ ਵੀ ਸਰਸਾ ਰੋੜ ਕੇ ਲੈ ਗਿਆ ਸਿੰਘਾਂ ਨੂੰ, ਦਸਮ ਪਾਤਸ਼ਾਹ ਤੇ ਨਹੀਂ ਸਰਸਾ ਰੋਕਿਆ ਨੇ, ਅਟਕ ਦਰਿਆ ਰੋਕਤਾ। ਕਹਿਣ ਦਾ ਮਤਲਬ ਇਹ ਸੀ, ਉਹ ਸਮਝਦੇ ਸੀ ਵੀ ਕਿਉਂ ਕਹਿੰਦੇ ਨੇ, ਪਰ ਅਸੀਂ ਤਾਂ ਸੁਣਦੇ ਰਹੇ ਹਾਂ ਹੁਣ ਤੱਕ। ਕਿਸੇ ਸਿੱਖ ਨੇ ਨਹੀਂ ਕਿਹਾ ਵੀ ਕੀ ਕਹਿੰਦੇ ਹੋ ਤੁਸੀਂ। ਹੁਣ ਵੀ ਸੁਣਾਉਂਦੇ ਨੇ, ਹੁਣ ਵੀ ਉਹ ਤਾਂ ਇੱਥੇ ਖੜੇ ਹੁਣ ਕਿਹੜਾ। ਜਿਹੜੇ ਕਹਿੰਦੇ ਨੇ ਉਹ ਸਿੱਖ ਨਹੀਂ ਸੀਗੇ, ਉਹ ਧੀਰ ਬੱਲੀਏ ਰਾਮ ਰਹੀਏ ਸੀ ਜਿਨ੍ਹਾਂ ਨੇ ਕਹਾਣੀਆਂ ਬਣਾਈਆਂ ਨੇ, ਉਹਨਾਂ ਦੀਆਂ ਹੀ ਪ੍ਰਚਾਰ ਸੀ ਚੱਲਦਾ ਹੁਣ ਤੇ। ਜੇ ਹੁਣ ਵੀ ਸੁਣਾਉਂਦੇ ਨੇ ਜਿਹੜੇ ਸੁਣਨ ਵਾਲੇ ਨੇ ਜਾਂ ਸੁਣਾਉਣ ਵਾਲੇ ਨੇ, ਉਹ ਗੁਰੂ ਨਾਲ ਨਹੀਂ ਖੜੇ, ਉਹ ਤਾਂ ਕਿਰਤ ਘਣ ਨੇ, ਅਕਿਰਤ ਘਣ ਨੇ। ਉਹ ਬਾਹਰੋਂ ਸਿੱਖ ਨੇ, ਪੈਸਾ ਗੋਲਕ ਦਾ ਖਾਂਦੇ ਨੇ, ਜੜ 'ਚ ਦਾਤੀ ਫਿਰਦੇ ਨੇ, ਅਕਿਰਤ ਘਣ ਨੇ। ਤਾਂ
ਹਾਂਜੀ ਸੋ ਮਿੱਤਰ ਦੋਖ ਰਾਜ ਦੋਖ ਈਰ ਖਾਹੇ ਮਾਰ ਕੈ। ਹਾਂ ਮਿੱਤਰ ਦੋਖ ਰਾਜ ਤਾਂ ਹੀ ਕਹਿੰਦੇ ਨੇ ਰਾਜ ਲੈਣਾ ਹੀ ਨਹੀਂ। ਰਾਜ ਦੇ ਬੜੇ ਦੋਖ ਹੁੰਦੇ ਨੇ, ਸੱਚ ਦੇ ਮਾਰਗ ਤੇ ਰਾਜ ਨਹੀਂ ਚੱਲਣ ਦਿੰਦਾ। ਇਸ ਕਰਕੇ ਰਾਜ ਦੋਖ ਤੋਂ ਬਚਣ ਵਾਸਤੇ ਰਾਜ ਦੀ ਇੱਛਾ ਹੀ ਤਿਆਗ ਦਿਓ। ਈਰ ਖਾਹੇ ਮਾਰ ਕੈ। ਈਰਖਾ ਵੀ ਇਹੀ ਹੁੰਦੀ ਹੈ। ਈਰਖਾ ਇਹੀ ਹੈ ਵੀ ਆ ਮੈਂ ਬੜਾ ਤੂੰ ਬੜਾ, ਈਰਖਾ ਹੁੰਦੀ ਹੈ। ਹਾਂ ਈਰਖਾ ਹੈ ਮਾਰ ਕੇ ਚਾਟ ਔ ਵਿਖਾਦ ਕੋ ਦਇਓ ਰਣਗ ਨਕਾਰ ਕੈ। ਉਚਾਟ ਉਚਾਟ ਔ ਵਿਖਾਦ ਔ ਕੋ ਵਿਖਾਦ ਕੋ। ਦਇਓ ਰਣਗ ਨਿਕਾਰ ਕੈ। ਹਾਂ ਜੰਗ ਚੋਂ ਹੀ ਭਜਾਤਾ ਉਹਨਾਂ ਨੂੰ। ਉਚਾਟਤਾ ਜਿਹੜੀ ਸੀ ਉਹਨੂੰ, ਉਹ ਤਾਂ ਭਜਾਈ ਹੋਈ ਉਹ ਠੀਕ ਹੈ, ਉਹ ਨਹੀਂ ਰਹਿਣੀ ਚਾਹੀਦੀ। ਉਹ ਤਾਂ ਕੁਝ ਕਰਨੇ ਨਹੀਂ ਦਿੰਦੀ। ਉਚਾਟਤਾ ਤਾਂ ਕੋਈ ਕੰਮ ਕਰਨੇ ਨਹੀਂ ਦਿੰਦੀ, ਉਹ ਨਹੀਂ ਕੁਝ ਕਰ ਦਿੰਦੀ। ਉਹਦਾ ਆਦਮੀ ਫਿਰ ਉਹਦਾ ਜੀਅ ਨਹੀਂ ਲੱਗਦਾ ਕੁਝ ਕਰਨ ਨੂੰ, ਉਹਦਾ ਕੋਈ ਟਾਰਗੇਟ ਹੀ ਨਹੀਂ ਰਹਿ ਜਾਂਦਾ। ਹਾਂ ਚਾਟ ਔ ਵਿਖਾਦ ਕੋ ਦਇਓ ਰਣਗ। ਹਾਂ ਵਿਖਾਦ ਵੀ ਜਦੇ ਹੁੰਦਾ। ਜਿਹੜਾ ਆਦਮੀ ਉਚਾਟ ਹੋ ਜਾਂਦਾ ਨਾ, ਉਹ ਲੜਦਾ, ਉਹ ਚਿੜਚਿੜਾ ਹੋ ਜਾਂਦਾ ਜ਼ਿਆਦਾ। ਚਿੜਚਿੜਾ ਹਾਂ ਚਿੜਚਿੜਾ ਹੋ ਜਾਂਦਾ। ਗਿਲਾਨੀ ਕੋ ਪ੍ਰਮਾਣ ਅਪਰਮਾਨ ਬਾਣ ਸੋ ਹਣਿਓ। ਹਾਂ ਜਿਹੜੀ ਗਿਲਾਨੀ ਸੀ ਨਾ, ਗਿਲਾਨੀ ਹੁੰਦੀ ਨਫ਼ਰਤ। ਨਫ਼ਰਤ ਹੁੰਦੀ ਹੈ ਨਾ, ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ। ਇਹਦਾ ਮਤਲਬ ਹੈ ਗਿਲਾਨੀ ਕੋ ਪ੍ਰਮਾਣ ਅਪਰਮਾਨ ਬਾਣ ਸੋ ਮਾਰਿਓ। ਜਾਂ ਤਾਂ ਕੋਈ ਪ੍ਰਮਾਣ ਦੇ ਕੇ ਮਾਰਿਆ। ਪ੍ਰਮਾਣਿਤ ਬਾਣ ਜਾਇਜ਼ ਬਾਣ ਹੈ, ਚਾਹੇ ਨਜਾਇਜ਼ ਬਾਣ, ਇਹਨੂੰ ਮਾਰਨਾ ਹੀ ਮਾਰਨਾ ਗਿਲਾਨੀ ਨੂੰ। ਚਾਹੇ ਤਾਂ ਗੁਰਬਾਣੀ ਦੇ ਵਿੱਚੋਂ ਕੋਈ ਮਿਸਾਲ ਦੇ ਕੇ ਮਾਰੀਏ, ਚਾਹੇ ਸੰਸਾਰ ਚੋਂ ਮਿਸਾਲ ਮਿਲ ਜਾਏ, ਨਫ਼ਰਤ ਨਹੀਂ ਰਹਿਣ ਦੇਣੀ। ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ। ਜਾਇਜ਼ ਨਜਾਇਜ਼ ਢੰਗ ਨਾਲ ਮਾਰ। ਜਾਇਜ਼ ਜਾਂ ਨਜਾਇਜ਼ ਸਾਰੇ ਢੰਗ ਵਰਤ ਲਓ। ਨਫ਼ਰਤ ਦੇ ਖਿਲਾਫ ਸਾਰੇ ਵਰਤੇ ਜਾ ਸਕਦੇ। ਜੇ ਕੋਈ ਇਲਾਜ ਨਹੀਂ ਨਫ਼ਰਤ ਫੈਲਾਉਣੇ ਵਾਲੇ ਨੂੰ ਖਤਮ ਕਰ ਦੇਵੇ ਸਰਕਾਰ, ਬਸ। ਨਫ਼ਰਤ ਨੂੰ ਖਤਮ ਕਰਨਾ, ਜੇ ਨਫ਼ਰਤ ਫੈਲਾਉਣ ਵਾਲੇ ਨੂੰ ਖਤਮ ਕਰ ਦੇਵੇ, ਹੋਰ ਕੋਈ ਇਲਾਜ ਨਹੀਂ। ਜੇ ਉਹਨੂੰ ਛੱਡ ਦੇਵੇ, ਉਹਦੇ ਅੰਦਰ ਅੱਗ ਸੁਲਗਦੀ ਰਹਿੰਦੀ ਹੈ। ਧੁੱਖੇ ਜਿਉਂ ਮਾਲੀ ਬਣੇ ਦੀ ਅੱਗ ਨੂੰ ਜ਼ਿਆਦਾ ਪਾਣੀ ਪਾ ਕੇ ਬੁਝਾ ਦੇਵੇ, ਨਹੀਂ ਫਿਰ ਉਹ ਧੁਖਦੀ ਰਹੇ। ਪੈਰ ਜੇ ਉੱਤੇ ਰੱਖ ਕੇ ਚਲਾ ਜਾਵੇ ਨਾ, ਵੀ ਬੁਝ ਗਈ, ਉਹ ਬੁਝਦੀ ਨਹੀਂ ਹੁੰਦੀ। ਪੈਰ ਰੱਖੇ ਤਾਂ ਨਹੀਂ ਬੁਝਦੀ ਅੱਗ। ਉਹ ਪ੍ਰਮਾਣ ਵੀ ਗੈਰ ਕਾਨੂੰਨੀ ਢੰਗ ਨਾਲ ਵੀ ਮਾਰ ਦੇਵੇ। ਹਾਂ ਸਰਕਾਰ ਗੈਰ ਕਾਨੂੰਨੀ ਢੰਗਾ ਹੈ। ਇੱਕ ਤਾਂ ਮਾਰਦੇ ਆਪਾਂ ਚਰਚਾ ਨਾਲ, ਗਿਆਨ ਚਰਚਾ ਨਾਲ। ਇੱਕ ਸੰਸਾਰੀ ਯੁੱਧ, ਇਹ ਅਪਰਮਾਣ ਹੈ। ਸੰਸਾਰੀ ਯੁੱਧ ਹੈ ਜਿਹੜਾ, ਇਹ ਲੜਕੇ ਵੀ ਇਹਨੂੰ ਮਾਰ ਦੋ ਨਫ਼ਰਤ ਨੂੰ। ਇਹ ਲੜਕੇ ਵੀ ਮਾਰਨਾ ਠੀਕ ਹੈ, ਕਿਉਂਕਿ ਨਫ਼ਰਤ ਫੈਲਾਉਣ ਵਾਲੇ ਥੋੜੇ ਹੁੰਦੇ ਨੇ, ਮਰਵਾ ਦਿੰਦੇ ਨੇ ਜ਼ਿਆਦਾ ਲੋਕਾਂ ਨੂੰ। ਜੇ ਜ਼ਿਆਦਾ ਲੋਕਾਂ ਨੂੰ ਤੁਸੀਂ ਬਚਾਉਣਾ ਹੈ, ਉਹਨੇ ਸ਼ਰਾਰਤੀ ਅਨਸਰ ਹੁੰਦਾ। ਸ਼ਰਾਰਤੀ ਅਨਸਰ ਹੈ ਜਿਹੜਾ ਜੜ ਹੈ, ਉਹ ਜੜ ਵੱਢ ਦਿਓ ਨਫ਼ਰਤ ਦੀ ਜੜ ਵੱਢ ਦਿਓ ਬਸ, ਤਾਂ ਕਿ ਉਹ ਬੀਜ ਦੇਣ। ਜੇ ਨਫ਼ਰਤ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਗੇ। ਵਿਦਵਾਨ ਨਫ਼ਰਤ ਦਾ ਬੀਜ ਬੀਜਦੇ ਨੇ, ਹੋਰ ਨਹੀਂ ਕੁਝ ਕਰਦੇ। ਸੰਸਾਰ ਦੇ ਵਿੱਚ ਜਿਹੜੀ ਹਿਸਟਰੀ ਹੈ, ਨਫ਼ਰਤ ਦਾ ਬੀਜ ਬੀਜਦੀ ਹੈ। ਗੱਡੇ ਮੁਰਦੇ ਖੜ ਜਾਂਦੇ। ਹਿਸਟਰੀ ਕਿਵੇਂ ਲਿਖਣੀ ਹੈ, ਕਹੇ ਜੀ ਗੱਲ ਕਿਵੇਂ ਕਰਨੀ ਹੈ, ਆਪਾਂ ਤਾਂ ਇਹਨੂੰ ਕਰਨ ਦੀ ਲੋੜ ਨਹੀਂ। ਉਹ ਗੱਲਾਂ ਕਰਨ ਦੀ ਲੋੜ ਨਹੀਂ ਜਿਹਦੇ ਨਾਲ ਨਫ਼ਰਤ ਫੈਲੇ। ਬੈਨ ਲਾ ਦੇਵੇ ਉੱਤੇ। ਰਾਜਾ ਲਾ ਸਕਦਾ ਨਾ ਬੈਨ, ਇਹ ਕਿਤਾਬਾਂ ਨਹੀਂ ਛਪ ਸਕਦੀਆਂ, ਇਹਦਾ ਪ੍ਰਚਾਰ ਨਹੀਂ ਹੋ ਸਕਦਾ। ਸਾਡੇ ਤਾਂ ਫਿਲਮਾਂ ਬਣਾਈ ਜਾਂਦੇ 84 ਦੀ, ਕੀ ਹੈ ਨਫ਼ਰਤ ਫੈਲਾਉਂਦੇ ਨੇ ਉਹ। ਅੱਗੇ ਉਹਨਾਂ ਨੇ ਜਿਹੜਾ ਦੌਰ ਲੱਗ ਗਿਆ ਉਹਨਾਂ ਦਾ, ਹੱਥ ਬਾਅਦ 'ਚ ਕਰੋੜਾਂ ਰੁਪਈਏ ਬਣਾ ਲਏ। ਕਈ ਲੁੱਟ ਗਏ, ਕਈਆਂ ਦੇ ਉੱਜੜ ਗਏ, ਕਈ ਬਣ ਗਏ। ਉਹਦੇ ਬਣ ਗਏ ਉਹ ਇਹਨਾਂ ਨੇ ਦੌ ਲਾਉਣ ਵਾਲੇ ਨੇ ਸਾਰੇ, ਇਹ ਨਫ਼ਰਤ ਫੈਲਾਉਣ ਵਾਲੇ। ਆਪ ਨਹੀਂ ਮਰਨਾ ਕਿਸੇ ਨੇ ਵੀ, ਇਹਨਾਂ ਨੇ ਦੋਹਾਂ ਨੂੰ ਮਰਵਾਉਣਗੇ। ਇਹਨਾਂ ਵਾਸਤੇ ਬਹੁਤ ਸਖਤ ਕਾਨੂੰਨ ਚਾਹੀਦਾ ਹੈ, ਗੁਰਬਾਣੀ ਦੇ ਮੁਤਾਬਕ। ਪ੍ਰਮਾਣ ਅਪਰਾਣ, ਜਾਇਜ਼ ਔਰ ਨਜਾਇਜ਼, ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ ਬਸ। ਜੇ ਪਬਲਿਕ ਨੇ ਸੁਖੀ ਬਸਣਾ, ਕਿਉਂਕਿ ਨਫ਼ਰਤ ਤਾਂ ਵਿੱਚ, ਜਿੱਥੇ ਨਫ਼ਰਤ ਪੈਦਾ ਹੋ ਜਾ, ਘਰ 'ਚ ਅੱਗ ਆ ਗਈ। ਉਹ ਤਾਂ ਘਰ 'ਚ ਅੱਗ ਆ ਬੜੀ। ਗੁਰਬਾਣੀ ਇੱਕ ਕਰਦੀ ਹੈ ਸਾਰਿਆਂ ਨੂੰ। ਹੁਣ ਦੁਨੀਆ ਕਹਿ ਰਹੀ ਹੈ ਵੀ ਇੱਕ ਧਰਮ ਹੋਵੇ ਤਾਂ ਇੱਕ ਹੋ ਜਾਣ ਸਾਰੇ, ਇੱਕ ਹੋ ਜਾਈਏ।
ਨਫ਼ਰਤ ਕਹਿੰਦੀ ਆ ਵੀ ਪਾੜ ਪਾੜ ਕੇ ਸਿੱਟੋ। ਉਹ ਤਾਂ ਫਿਰ ਏਕਤਾ ਭੰਗ ਕਰਦੀ ਹੈ ਨਾ, ਪਰਮੇਸ਼ਰ ਦੇ ਖਿਲਾਫ ਹੈ ਨਫ਼ਰਤ। ਉਹ ਕੱਟ ਮੈਂ ਹਰਜੂ ਬਸ ਹੈ, ਨਫ਼ਰਤ ਕਿਹਦੇ ਨਾਲ ਕਰਨੀ ਹੈ? ਜੇ ਫੇਰ ਵੀ ਨਹੀਂ ਹਟਦੀ ਨਫ਼ਰਤ, ਉਹਨੂੰ ਜਾਇਜ਼ ਨਜਾਇਜ਼ ਕੋਈ ਤਰੀਕਾ ਉਹਨੂੰ ਮਾਰੇ ਦੋ ਬਸ। ਹੁਣ ਰੱਬ ਦੇ ਮਗਰ ਹੀ ਬਾਣ ਖਿੱਚੀ, ਰੱਬ ਦੇ ਨੂੰ ਬਾਣ ਖਿੱਚੀ ਖੜਾ ਹੋਵੇ। ਜੇ ਸੱਪ ਹੈ ਫਰਜ਼ ਕੀਤਾ, ਚਲੋ ਇੱਕ ਬੱਚਾ ਪਿਆ ਛੋਟਾ ਜਿਹਾ, ਅੱਗ ਚਲੋ ਸਿਆਣਾ ਬੰਦਾ ਪਿਆ ਸੁੱਤਾ ਪਿਆ, ਉਹਨੂੰ ਪਤਾ ਨਹੀਂ, ਉਹ ਉਹਦੇ ਮੂਹਰੇ ਆਇਆ, ਉਹਨੂੰ ਚਾਹੁੰਦਾ ਵੀ ਕੱਟਣ ਲੱਗਿਆ, ਉਹ ਦੂਜਾ ਆਦਮੀ ਖੜਾ ਉਹਦੇ ਕੋਲ ਬੰਦੂਕ ਹੈ, ਉਹਨੂੰ ਗੋਲੀ ਮਾਰ ਦੇਵੇ, ਇਹ ਨਾ ਮਾਰੇ, ਮਾਰਦੇ ਨਹੀਂ ਠੀਕ ਹੈ ਨਾ ਗੋਲੀ, ਬਸ ਇਹੋ ਜਿਹੀ ਗੱਲ ਹੈ। ਜੇ ਉਹਨੂੰ ਬਚਾਉਣਾ, ਜੇ ਦੁਨੀਆ ਨੂੰ ਬਚਾਉਣਾ, ਨਫ਼ਰਤ ਵਾਲੇ ਬੰਦੇ ਨਹੀਂ ਛੱਡਣੇ ਚਾਹੀਦੇ, ਫੈਲਾਉਣ ਵਾਲੇ ਨਹੀਂ, ਇਹਨਾਂ ਨੇ ਦੁਨੀਆ ਨਹੀਂ ਰਹਿਣ ਦੇਣੀ ਕਿਸੇ ਵੀ ਧੜੇ। ਹਾਂ, ਕਿਸੇ ਧੜੇ ਦੇ। ਹੁਣ ਧੜੇ ਦਾ ਕੀ ਮਤਲਬ ਹੈ? ਧੜੇ ਦਾ ਕੀ ਮਤਲਬ ਹੈ? ਨਫ਼ਰਤ ਫੈਲਾਉਣ ਵਾਲਿਆਂ ਦਾ ਧੜਾ ਇੱਕ ਹੁੰਦਾ, ਅੰਦਰਖਾਨੇ ਬੰਦਰਖਾਨੇ ਸਾਰੇ ਇੱਕ ਹੁੰਦੇ ਨੇ, ਬਾਹਰੋਂ ਗਾਲਾਂ ਕੱਢਦੇ ਹੁੰਦੇ ਨੇ ਇੱਕ ਦੂਏ ਨੂੰ। ਹਾਂ, ਜਿਹੜਾ ਅੱਤਵਾਦ ਭਗਵਾਨ ਆ, ਉਹ ਵੀ ਚਾਹੁੰਦਾ ਵੀ ਹਿੰਦੁਸਤਾਨ ਟੁੱਟ ਜਾਵੇ, ਚਾਹੇ ਥੋੜ੍ਹੇ ਜਿਹੇ ਜ਼ਿਲ੍ਹੇ ਬਣ ਜਾਣ, ਥੋੜ੍ਹਾ ਜਿਹਾ ਹੋਵੇ ਪਰ ਉੱਥੇ ਹੋਵੇ ਹਿੰਦੂਤਵ, ਜਿਵੇਂ ਸਾਡੇ ਚਾਹੁੰਦੇ ਨੇ ਵੀ ਜਾਂ ਇੱਕੋ ਜ਼ਿਲ੍ਹਾ ਦੇ ਦਿਓ ਪਰ ਹੋਵੇ ਖਾਲਿਸਤਾਨ। ਇਹਨਾਂ ਨੂੰ ਇਹ ਨਹੀਂ ਰੌਲਾ ਹੁੰਦਾ ਥੋੜ੍ਹੇ ਬਹੁਤੇ ਦਾ। ਉਧਰ ਮੁਸਲਮਾਨ ਚਾਹੁੰਦੇ ਨੇ, ਜਿਹੜਾ ਕੰਮ ਮੁਸਲਮਾਨਾਂ ਦੇ ਨਫ਼ਰਤ ਵਾਲੇ ਚਾਹੁੰਦੇ ਨੇ, ਉਹੀ ਸਿੱਖਾਂ ਦੀ ਮਤਲਬ ਹੈ, ਅੱਤਵਾਦੀਆਂ ਦੀ, ਉਹੀ ਭਗਵੇਂ ਵਾਲਿਆਂ ਦੀ। ਅੰਦਰੋਂ ਸਾਰੇ ਇੱਕ ਨੇ, ਅੰਦਰੋਂ ਨਹੀਂ ਇਹ ਦੋ ਕੰਮ ਉਹੀ ਕਰ ਰਹੇ ਨੇ, ਸਾਰੇ ਅੰਦਰੋਂ ਮਿਲੇ ਹੋਏ ਨੇ। ਹਾਂ, ਜੇ ਨਫ਼ਰਤ ਪੈਦਾ ਹੋਊਗੀ ਦੇਸ਼ 'ਚ, ਦੇਸ਼ ਡਿਵਾਈਡ ਹੋਊ ਨਾ। ਅੱਗੇ ਡਿਵਾਈਡ ਹੋਇਆ ਨਹੀਂ, ਕਿੰਨੇ ਲੋਕ ਮਰ ਗਏ, ਕਿੰਨਾ ਨੁਕਸਾਨ ਹੋ ਗਿਆ। ਉਹਨੂੰ ਕੁਰਸੀ ਦੀ ਆਸ ਹੁੰਦੀ ਹੈ, ਇਹਨਾਂ ਨੂੰ ਵੀ ਸਾਨੂੰ ਕੁਰਸੀਆਂ ਮਿਲਣਗੀਆਂ, ਲੋਕ ਮਰ ਜਾਣ ਪਏ ਮਰ ਜਾਣ, ਉਹਨਾਂ ਨੂੰ ਕੀ ਲੱਗੇ। ਅੱਗੇ ਇੱਥੇ ਪੰਜਾਬ ਜੋ ਹੋਇਆ, ਜਿਹੜਾ ਬਾਹਰ ਦਿੱਲੀ ਆ ਹੋਰ ਦੰਗੇ ਹੋਏ ਨੇ, ਲੋਕ ਉਜੜੇ ਨੇ, ਕਿਉਂ ਜੜੇ ਨੇ? ਨਫ਼ਰਤ ਫੈਲਾਉਣ ਵਾਲਿਆਂ ਨੇ ਉਜਾੜੇ ਨੇ। ਸਾਰੀ ਬਾੜੀ 'ਚ ਸਿੱਖਾਂ ਦੀ ਮਿੱਟੀ ਪਲੀਤ ਕਰਤੀ ਇਹਨਾਂ ਨੇ, ਇੱਜ਼ਤ ਰੋੜ ਕੇ ਰੱਖ ਦਿੱਤੀ, ਕੋਈ ਬੋਲਿਆ ਹੀ ਨਹੀਂ। IGPC ਦਾ ਫਰਜ਼ ਬਣਦਾ ਸੀ ਬੋਲਣ ਦਾ, ਇਹ ਭੋਗਾਂ ਤੇ ਜਾਂਦੇ ਰਹੇ ਨੇ ਉਦੋਂ ਡਰਦੇ। ਇਹ ਪਾਲਿਸੀਆਂ ਜਿਹੜੀਆਂ ਨੇ ਸਭ ਦੁਨੀਆ ਜਾਣਦੀ ਹੁੰਦੀ, ਜਿਹਦੀ ਜ਼ਿੰਮੇਵਾਰੀ ਹੈ ਬੋਲਣਾ ਚਾਹੀਦਾ ਹੈ। ਧਰਮ ਨੂੰ ਬੋਲਣਾ ਚਾਹੀਦਾ ਇਹਦੇ ਖਿਲਾਫ, ਧਰਮ ਵਾਲੇ ਬੋਲਣ। ਠੀਕ ਕਹਿੰਦਾ ਉਹ ਓਬਾਮਾ ਬਈ ਅੱਤਵਾਦ ਦੇ ਖਿਲਾਫ ਧਰਮ ਹੋਣ, ਕਿਉਂਕਿ ਧਰਮ ਦੀ ਡਿਊਟੀ ਹੈ ਨਾ। ਆ ਗਿਆ ਨਾ, ਪ੍ਰਮਾਣ ਔਰ ਅਪ੍ਰਮਾਣ ਤਰੀਕੇ ਨਾਲ ਬਾਣ ਸੋਹਣੇ ਗਲਾਨੀ ਕੋ। ਜੇ ਧਾਰਮਿਕ ਆਦਮੀ ਕਹਿਣ ਵੀ ਕਿਸ ਤਰੀ ਜਾਇਜ਼ ਔਰ ਨਜਾਇਜ਼ ਤਰੀਕੇ ਨਾਲ ਇਹਨਾਂ ਨੂੰ ਖਤਮ ਕਰ ਦੋ, ਤਾਂ ਪਬਲਿਕ ਨਹੀਂ ਕਹੂਗੀ। ਜਿਹੜੇ ਟੁੱਚੇ ਜੇ ਵਿਦਵਾਨ ਬੋਲਦੇ ਨੇ ਨਾ, ਇਹ ਬੋਲਣ ਦੇ ਆਪੇ ਬੰਦ ਹੋ ਜਾਣਗੇ। ਜਿਹੜੇ ਕਹਿੰਦੇ ਫਾਂਸੀ ਨਾ ਰੱਖੋ, ਹੁਣ ਫਾਂਸੀ ਦੀ ਲੋੜ ਪੈਗੀ ਨਾ ਪੈਗੀ। ਜਿਹੜੇ ਕਹਿੰਦੇ ਫਾਂਸੀ ਉਹ ਬੰਦ ਕਰ ਦੋ, ਹੁਣ ਆਪੇ ਕਹਿੰਦੇ ਨੇ ਦੋ, ਹੁਣ ਕਾਹਤੇ ਨਹੀਂ ਬੋਲਦੇ? ਅਪਰਾਧ ਵੱਧ ਜਾਣਗੇ। ਹਾਂ, ਫਾਂਸੀ ਕੀ ਇੱਕ 90 ਦਿਨ ਦੇ ਵਿੱਚ, 1 ਮਹੀਨੇ ਦੇ ਵਿੱਚ ਹੀ। ਅੱਗੇ ਰਾਜੇ ਕੀ ਕਰਦੇ ਤੇ 1 ਦਿਨ 'ਚ ਫੈਸਲਾ, 1-2 ਦਿਨ 'ਚ ਇੱਧਰ ਉੱਧਰ ਬੈਠ ਕੇ ਜਦ ਹੀ ਮੁਕੱਦਮਾ ਨਿਬੇੜ ਕੇ, ਜਦ ਮਾਰ ਦੋ ਗੋਲੀਆਂ, ਤੀਰ ਨਾ ਮਾਰ ਦੋ, ਫਾਂਸੀ ਦੇ ਦੋ, ਤਾਂ ਅਪਰਾਧ ਰੁਕੇ ਹੋਏ ਸੀ। ਅਪਰਾਧ ਰੁਕ ਜਾਣਗੇ ਵੀ। ਉਹ 10ਵੇਂ ਪਾਤਸ਼ਾਹ ਨੇ ਉਹੀ ਕੰਮ ਕੀਤਾ ਸੀ, ਫਟਾਫਟ ਫੈਸਲਾ ਕਰਤਾ। ਦਹਿਸ਼ਤ ਤਾਂ ਪੈਂਦੀ ਹੈ। ਇਹ ਨਹੀਂ ਚਾਹੀਦਾ ਹੈ ਜਿਹੜਾ ਬਈ ਦਇਆ ਕੀ ਹੁੰਦੀ ਹੈ? ਦਇਆ ਜਾਣੇ ਜੀ ਕੀ, ਕੁਛ ਜ਼ਾਲਮ ਤੇ ਦਇਆ ਕਰੀ ਦੀ ਹੈ, ਗਰ ਪ੍ਰਹਾਰੀ ਹੈ ਉਹ ਪਰਮੇਸ਼ਰ। ਹੁਣ ਸਾਰਾ ਦੇਸ਼ ਕਹਿ ਰਿਹਾ ਵੀ ਰੇਪ ਦੇ ਖਿਲਾਫ। ਹਾਂ, ਨਾ ਹੀ ਹੋਰ ਵੀ ਬਹੁਤ ਸਾਰੇ ਕੇਸ ਹੋ ਸਕਦੇ ਨੇ। ਜੁਰਮ ਤਾਂ ਕਈ ਨੇ ਵੀ, ਡਕੈਤੀ ਜੁਰਮ ਨਹੀਂ ਹੈ। ਕਿਸੇ ਦੇ ਘਰ ਆ ਕੇ ਵੜ ਜਾਵੇ, ਟੱਬਰ ਨੂੰ ਮਾਰ ਦੇਵੇ, ਤੁਸੀਂ ਕਹਿੰਦੇ ਉਹਨੂੰ ਫਾਂਸੀ ਨਿਕਲਦੀ, ਚੰਗੀ ਗੱਲ ਹੈ। ਇਹ ਕਿੱਥੇ ਲਿਖਿਆ ਫਾਂਸੀ ਨਿਕਲਦੀ? ਥਰਡ ਕਲਾਸ ਆਦਮੀਆਂ ਦੀਆਂ ਗੱਲਾਂ ਸੁਣਦੀ ਹੈ ਸਰਕਾਰ, ਮੂਹਰੇ ਤੇ ਜਵਾਬ ਨਹੀਂ ਦਿੰਦੇ। ਅਨਰਥ ਕੋ ਸਮਰੱਥ ਕੈ 1000 ਬਾਣ ਸੋ ਝਨਿਓ।
ਅਨਰਥ ਕੋ ਸਮਰੱਥ ਕੈ। ਹਜ਼ਾਰ ਬਾਣ ਸੋ ਜਿਹੜਾ ਅਨਰਥ ਸੀ ਨਾ, ਅਰਥਾਂ ਦੇ ਅਨਰਥ ਕਰਦੇ ਸੀ ਨਾ। ਅਨਰਥ ਅਰਥਾਂ ਦਾ ਅਨਰਥ ਕਰਨਾ ਜਿਹੜੇ ਪੰਡਤ ਨੇ ਬਾਟ ਪਾੜੀ ਸੀ। ਸਮਰੱਥ ਹੋ ਕੇ ਸਮਝ ਨਾਲ ਕਰੋ। ਤੁਸੀਂ ਉਹਨਾਂ ਨੂੰ ਦੁਨੀਆ ਨੂੰ ਸੈਟੀਸਫਾਈ ਕਰ ਸਕਦੇ ਹੋ। ਸਮਰੱਥਾ ਪੂਰੀ ਹੋਵੇ ਤੁਹਾਨੂੰ। ਸਮਰੱਥਕ ਹੈ। ਹਾਂ, ਸਮਰੱਥਾ ਹੋਣੀ ਚਾਹੀਦੀ ਹੈ। ਉਹਨਾਂ ਨੂੰ ਸਾਬਤ ਕਰਨ ਦੀ ਵੀ ਅਰਥ ਇਹਨਾਂ ਝੂਠ। ਦੇਖੋ ਨਾ ਹੁਣ ਕੀ ਕਰਦੇ ਨੇ ਮਿਸ਼ਨਰੀ, ਸਾਰੇ ਫੜੇ ਗਏ। ਗੁਰਦਾਸ ਦੀਆਂ 12 ਨੂੰ ਸਾਬਤ ਕਰਨੇ ਵੀ ਗੁਰਬਾਣੀ ਇੱਕ ਵਾਰ ਤਾਂ ਕੱਚੀ ਬਾਣੀ ਕਹਿੰਦੇ ਨੇ, ਇਹ ਕੱਚੀ ਕਿਉਂ ਨਹੀਂ? ਫਿਰ ਕਿਹਾ ਬਈ ਇਹ ਜੀ ਕੁਝ ਹੀ ਹੈ ਬਾਣੀ, ਇਹੀ ਪੜਾਉਂਦੇ ਨੇ ਪੂਰੀ ਦੀ ਪੂਰੀਆਂ, ਬਾਕੀ ਦੇ 10-12 ਸ਼ਬਦ ਪੜ੍ਹਾ ਦਿੰਦੇ। ਉਹਦਾ ਬਹਾਨਾ ਸ਼ਬਦਾਂ ਦਾ। ਕਿਉਂ ਇਹ ਕਿਉਂ ਪੜਾਉਂਦੇ ਨੇ? ਉਹ ਲਿਹੋਂ ਲਾਉਣ ਵਾਸਤੇ ਗੁਰਮਤਿ ਨੂੰ 10 ਗ੍ਰੰਥ ਨੂੰ ਹਟਾਤਾ ਵੀ ਇਹ ਜੋ ਰਾਹ ਨਾ ਲੱਭ ਜਾਏ। ਗੁਰਬਾਣੀ ਦੇ ਅਰਥ ਉਲਟ ਤੇ ਭਾਈ ਗੁਰਦਾਸ ਦੀਆਂ 12 ਪੜਾਤੀ। ਚਾਹ ਹੁਣ ਰਾਹ ਲੱਭੇ ਨਹੀਂ ਸਕਦਾ। ਇਹ ਪਲਾਨ ਸੀ ਇਹਨਾਂ ਦਾ। ਅਸਲ 'ਚ ਇਹਦੇ ਖਿਲਾਫ ਆਈਆਂ ਨੇ 10 ਗ੍ਰੰਥ ਦੇ। ਹਾਂ, ਇਹਦੇ ਖਿਲਾਫ ਆਈਆਂ ਨੇ। 10 ਗ੍ਰੰਥ ਦੇ ਖਿਲਾਫ ਹੈ ਸਭ ਕੁਝ। ਮਰਿਆਦਾ ਇਹਦੇ ਖਿਲਾਫ ਹੈ। ਮਰਿਆਦਾ ਨੂੰ ਕਿੱਥੇ ਗਾਹਾਂ ਆ ਜੂਗੀ? ਇਹ ਕਿੱਥੇ ਬਰਦਾਸ਼ਤ ਕਰਦਾ? ਮਰਿਆਦਾ ਹੀ ਨੇਮ ਸਾਰੇ ਤੋੜੇ ਨਹੀਂ। ਮਰਿਆਦਾ ਤੋੜੇ। ਹਾਂ, ਨੇਮ ਸਾਰੇ ਕੱਟ ਕੇ ਪਰੇ ਮਾਰੇ। ਮਰਿਆਦਾ ਕੀ ਹੁੰਦੀ ਹੈ? ਮਰਿਆਦਾ ਮੈਨ ਮੇਡ ਹੈ। ਬਲਜੀਤ ਸਿੰਘ ਆਇਆ ਸੀ ਨਾ, ਕਹਿੰਦਾ ਤੁਸੀਂ ਮਰਿਆਦਾ ਨੂੰ ਨਹੀਂ ਮੰਨਦੇ, ਰਹਿਤ ਮਰਿਆਦਾ ਨੂੰ। ਮੈਂ ਰਹਿਤ ਨੂੰ ਮੈਂ ਮੰਨਦਾ ਵੀ ਗੁਰੂ ਵਾਲੀ ਨੂੰ, ਮਰਿਆਦਾ ਨੂੰ ਨਹੀਂ ਮੰਨਦਾ। ਰਹਿਤ ਤਾਂ ਹੈ ਉਹ ਗੁਰੂ ਦੀ। ਰਹਿਤ ਤੇ ਝਗੜਾ ਹੀ ਕੋਈ ਨਹੀਂ। ਝਗੜਾ ਹੀ ਮਰਿਆਦਾ ਤੇ ਆ ਕੇ। ਰਹਿਤ ਕਾਹਦਾ ਝਗੜਾ? ਰਹਿਤ ਕੋਈ ਝਗੜਾ ਨਹੀਂ, ਮਰਿਆਦਾ ਤੇ ਝਗੜਾ ਹੈ। ਮਰਿਆਦਾ ਮੈਨ ਮੇਡ ਹੈ। ਮੈਨ ਮੇਡ ਚੀਜ਼ ਨੂੰ ਮੈਂ ਨਹੀਂ ਮੰਨਦਾ, ਉਹ ਮਨਮਤ ਹੁੰਦੀ ਹੈ। ਪੰਜੇ ਬਾਣੀਆਂ ਦਾ ਪਾਠ ਕਰਨਾ ਹੈ ਮੈਨ ਮੇਡ ਹੈ। ਗੁਰਬਾਣੀ ਦੱਸੋ ਕਿੱਥੇ ਲਿਖਿਆ? ਕਿਹੜੇ ਗੁਰੂ ਨੇ ਕੱਲ ਲਿਖੇ? ਪੰਜੇ ਬਾਣੀਆਂ ਅੰਮ੍ਰਿਤ 'ਚ ਪੜ੍ਹੀਆਂ, ਉਹ ਅਲੱਗ ਗੱਲ ਹੈ। ਉਹ ਅਲੱਗ ਗੱਲ ਹੈ। ਖਬਰ ਦੇ ਵਿੱਚ ਹੁਣ ਸਾਰੀ ਬਾਣੀ ਥੋੜ੍ਹੀ ਪੜ੍ਹ ਦੇਣੀ ਸੀ ਵੀ 2 ਗ੍ਰੰਥ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕਰਦੇ। ਉਹ ਅਲੱਗ ਗੱਲ ਹੈ। ਸਾਡਾ ਜਿਹੜਾ ਹੈ ਸਿਲੇਬਸ, ਸਾਡਾ ਸਿਲੇਬਸ ਕੀ ਹੈ? ਇੰਨਾ ਹੀ ਸਿਲੇਬਸ ਹੈ ਜਿੰਨਾ ਸਾਨੂੰ ਦਿੱਤਾ ਹੈ। ਇਹ ਪੜ੍ਹ ਕੇ ਹੀ ਸਮਝ ਆਊਗੀ। ਕੋਈ ਗੱਲ ਕਿਤੋਂ ਸਮਝ ਆਊ। ਜੇ ਅਰਥ ਉਲਟੇ ਕਰ ਲਾਂਗੇ ਕਿਤੋਂ ਹੋਰ ਸਮਝ ਆਊਗੀ। ਇੱਥੇ ਆ ਕੇ ਅਸੀਂ ਅਰਥ ਨਹੀਂ ਕਰ ਸਕਦੇ। ਕੱਲ ਆ ਗਿਆ ਸੀ ਸ਼ਲੋਕ ਸੰਸਕ੍ਰਿਤੀ, ਉਹ 'ਚ ਆ ਗਿਆ ਜੀ ਜਿਹੜੇ ਸ਼ਤਰੂ ਨੇ ਉਹਨਾਂ ਤੇ ਉਹ ਜਿਹੜਾ ਹੈ ਆਪਣਾ ਗੋਬਿੰਦ ਦਾ ਜਿਹੜਾ ਹੈ ਕੀਰਤਨ, ਉਹਦੇ ਨਾਲ ਧਾਵਾ ਕਰਦਾ। ਜਿਹੜਾ ਸੰਤ ਹੈ ਜਿਹੜਾ ਸ਼ਤਰੂਆਂ ਦੇ ਧਾਵਾ ਕਰਦਾ, ਉਹ ਗੋਬਿੰਦ ਦੇ ਕੀਰਤਨ ਦਾ ਧਾਵਾ ਉਹਦਾ ਹੀ ਹੈ। ਹੋਰ ਕੀ ਹੈ? ਉਹ ਗੁਰਬਾਣੀ ਦੀ ਵਿਆਖਿਆ ਹੀ ਕਰਦੇ ਆ ਆਪਾਂ, ਉਹ ਧਾਵਾ ਸਮਝਦੇ ਨੇ। ਫਿਰ ਮੈਂ ਕਿਹਾ ਵੀ ਜਿਹੜਾ ਸ਼ਤਰੂ ਲਫ਼ਜ਼ ਹੈ, ਸ਼ਤਰੂ ਗੁਰਮੁਖ ਦਾ ਸ਼ਤਰੂ ਕੋਈ ਨਹੀਂ ਹੈ। ਫਿਰ ਤਾਂ ਨਾ ਕੋਈ ਬੈਰੀ ਨਾ ਹੈ ਬਗਾਨਾ। ਅਸੀਂ ਨਹੀਂ ਅਰਥ ਕਰ ਸਕਦੇ ਵੀ ਆਪਣੇ ਸ਼ਤਰੂਆਂ ਤੇ ਕਰਦਾ। ਉਹ ਆਪਣੇ ਸ਼ਤਰੂਆਂ ਤੇ ਕਿਵੇਂ ਕਹਿੰਦਾ ਮੈਂ ਤੂੰ? ਆਪੇ ਤਾਂ ਬੈਰੀ ਬਗਾਨਾ ਰਿਹਾ ਹੀ ਨਾ। ਉਹਨਾਂ ਨੇ ਇਹ ਲਿਖ ਦਿੱਤਾ ਆਪਣੇ ਸ਼ਤਰੂਆਂ ਤੇ। ਆਪਣੇ ਕਿਵੇਂ ਤੁਸੀਂ ਲਿਖ ਦੋਗੇ? ਫਿਰ ਤਾਂ ਤੁਸੀਂ ਮੰਨ ਲਿਆ ਵੀ ਸ਼ਤਰੂ ਹੁੰਦੇ ਨੇ। ਫਿਰ ਉਹ ਕਹਿੰਦਾ ਸ਼ਤਰੂ ਕਾਹਦੇ ਲਿਖੇ ਨੇ? ਮੈਂ ਸ਼ਤਰੂ ਨਾ ਸਾਰੀ ਪਬਲਿਕ ਦੇ। ਸ਼ਤਰੂ ਨਾ ਉਹ ਸੱਚਖੰਡ ਦੇ। ਸੱਚਖੰਡ ਐਡਾ ਬੜਾ ਸਿਸਟਮ ਰਚਿਆ ਹੈ। ਤੁਰਕੀ ਬਾਣੀ ਭੇਜੀ ਹੈ, ਗੁਰਮੁਖ ਭੇਜੇ ਨੇ, ਉਹ ਵਿਰੋਧ ਕਰਦੇ ਨੇ। ਸ਼ਤਰੂ ਨਾ ਅਕਲ ਦੇ ਹੋ, ਅਕਲ ਦੇ ਦੁਸ਼ਮਣ ਨੇ। ਉਹਦੇ ਕੋਈ ਸ਼ਤਰੂ ਨਹੀਂ ਹਨ। ਉਹ ਤਾਂ ਬਰਾਬਰ ਬੋਲਦਾ ਤੁਹਾਨੂੰ। ਦੁਸ਼ ਬੀਤ ਜਾ ਕੇ ਇੱਕ ਸਮਾਨ ਹੈ। ਉਤਲੇ ਪੰਕਤੀ 2 ਪੜ੍ਹ ਕੇ ਆਇਆ ਤੂੰ, ਇੱਥੇ ਆ ਕੇ ਕਿਵੇਂ ਬਦਲ ਲਾਂਗਾ? ਇਹ ਜਿਹੇ ਤਾਂ ਅਰਥ ਕਰੇ ਹੋਏ ਨੇ। ਅਸੀਂ ਮੰਨੀ ਬੈਠੇ ਹਾਂ ਸ਼ਤਰੂ ਅਸਲ ਦੇ ਵਿੱਚ। ਉਹ ਅਵਸਥਾ ਕਿੱਥੇ? ਪੰਡਤ ਦੀ ਕਿਵੇਂ ਅਵਸਥਾ? ਵਿਦਵਾਨ ਦੀ ਅਵਸਥਾ ਕਿਵੇਂ ਹੋ ਜੂਗੀ? ਇਹ ਵੀ ਸੁਣ ਕੇ ਮੰਨ ਲਵੇ। ਅਸੀਂ ਨਹੀਂ ਕਰ ਸਕਦੇ ਅਰਥ। ਉਹਦਾ ਕੋਈ ਸ਼ਤਰੂ ਨਹੀਂ ਹੈ, ਸਾਡਾ ਕੋਈ ਸ਼ਤਰੂ ਨਹੀਂ ਹੈ। ਗੁਰਬਾਣੀ ਦੇ ਅਰਥ ਕਰਦੇ ਜਿਹਨੂੰ ਨਹੀਂ ਜਗ੍ਹਾ ਲੱਗਦਾ ਉਹ ਸਾਨੂੰ ਸ਼ਤਰੂ ਸਮਝਦਾ। ਅਸੀਂ ਅਕਲ ਦੇ ਦੁਸ਼ਮਣ ਸਮਝਦੇ ਹਾਂ ਉਹਨੂੰ। ਦੁਨੀਆ ਨੂੰ ਅਕਲ ਦੇਣੀ ਹੈ ਨਾ।
ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲਿਖ, ਅਕਲ ਨੂੰ ਰੋਸ਼ਨ ਕਰ, ਅਕਲ ਨੂੰ ਕਾਲੀ ਨਾ ਕਰ। ਕਾਲੀ ਉਹ ਕਰੂ ਜਿਹੜਾ ਦੁਸ਼ਮਣ ਅਕਲ ਦਾ, ਅਕਲ ਦੇ ਦੁਸ਼ਮਣ ਨੇ ਉਹ। ਅਕਲ ਦੇਣੀ ਸੀ ਬੇਅਕਲਾਂ ਨੂੰ, ਅਸੀਂ ਪਰਮੇਸ਼ਰ ਨੇ ਅਕਲ ਦੇਣ ਵਾਸਤੇ ਸਿਸਟਮ ਰਚਿਆ। 84 ਲੱਖ ਜੂਨ ਚ ਅਕਲੇ ਲੈਂਦੇ ਰਹੇ ਹਾਂ ਅਸੀਂ। ਆਦਮੀ ਕੋਲ ਅਕਲੇ ਸਭ ਤੋਂ ਜ਼ਿਆਦਾ ਹੈ, ਡਿਵੈਲਪਮੈਂਟ ਅਕਲੇ ਹੋਈ ਹੈ। ਅਕਲੇ ਹੁਣ ਡਿਵੈਲਪਮੈਂਟ ਹੋ ਰਹੀ ਹੈ। ਅਕਲੀ ਸਾਹਿਬ ਸੇ ਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀ, ਅਕਲੀ ਕੀਜੇ ਦਾਨ। ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਇਹਦੇ ਦੁਸ਼ਮਣ ਨੇ ਇਸ ਰਾਹ ਦੇ ਉਹ। ਨਹੀਂ ਦੇਣੀ ਲੋਕਾਂ ਨੂੰ ਅਕਲ, ਨਹੀਂ ਬਣਾਉਣੇ ਅਕਲਮੰਦ ਇਹ ਤਾਂ ਫਿਰ ਸੱਚਖੰਡ ਦੇ ਦੁਸ਼ਮਣ ਹੋਣੇ ਨੇ। ਜਦ ਸੱਚਖੰਡ ਦੇ ਜਿਹੜੀ ਸਾਰੇ ਸੱਚਖੰਡ ਦੇ ਪਬਲਿਕ ਹੈ, ਜਿਹੜੇ ਉਹਦੇ ਜੀ ਨੇ, ਸਭ ਜੀ ਤੁਮਾਰੇ ਜੀ, ਉਹਦੇ ਜੀਆਂ ਦਾ ਜਿਹੜਾ ਦੁਸ਼ਮਣ ਹੈ ਉਹ ਉਹਦਾ ਦੁਸ਼ਮਣ ਹੋਊਗਾ। ਉਹ ਡਿਕਲੇਅਰਡ ਗਵਰਨਮੈਂਟ ਦਾ ਦੁਸ਼ਮਣ ਹੈ, ਉਹਦਾ ਨਾਂ ਹੀ ਦੁਸ਼ਮਣ ਹੈ, ਉਹਦਾ ਨਾਂ ਹੀ ਲਿਆ। ਸੱਚਖੰਡ ਦੀ ਬਾਣੀ ਹੈ ਨਾ ਤੁਰਕੀ, ਉੱਥੋਂ ਕਿਹਾ ਵੀ ਇਹਨੂੰ ਦੁਸ਼ਮਣ ਕਹਿੰਦੇ, ਉਹਨਾਂ ਨੇ ਕਿਹਾ ਇਹਨੇ ਕਿਹਾ, ਤਾਂ ਇਹਦਾ ਨਹੀਂ ਦੁਸ਼ਮਣ ਹੈ, ਉਹ ਕਹਿੰਦੇ ਨੇ ਦੁਸ਼ਮਣ। ਉਹਨਾਂ ਨੇ ਕਿਹਾ ਦੁਸ਼ਮਣ ਹੈ, ਉਹਨਾਂ ਦਾ ਹੈ ਨਾ। ਫਿਰ ਬੋਲਣ ਵਾਲੇ ਦਾ ਦੁਸ਼ਮਣ ਨਹੀਂ ਹੈ। ਬੋਲਣ ਵਾਲੇ ਨੂੰ ਕਹੇ ਤੂੰ ਇਹ ਕਹਿ, ਨਾ ਕੋਈ ਵੈਰੀ ਨਾ ਹੀ ਬਗਾਨਾ, ਤੂੰ ਇਹ ਕਹਿ। ਇਹ ਵੀ ਕਹਾਇਆ ਸੀ ਤਾਂ ਕਿ ਤੈਨੂੰ ਨਾ ਜਿਹੜੀ ਆ ਗੱਲ ਕਹੀ ਹੈ ਤੇਰੇ ਤੇ ਨਾ ਲਾਗੂ ਹੋ ਜਾ ਵੀ ਤੇਰੇ ਦੁਸ਼ਮਣ ਨੇ। ਉਹ ਤੇ ਵੀ ਕਹਾਤੀ, ਇਹ ਵੀ ਕਹਾਤੀ, ਬੁਲਾਇਆ ਬੋਲੇ ਵੀ ਕਹਾਤਾ। ਫਿਰ ਤੂੰ ਕਿਵੇਂ ਅਰਥ ਕਰ ਦੇਂਗਾ ਇਹ? ਫਿਰ ਉਹਨੂੰ ਥੋੜੀ ਜਿਹੀ ਸਮਝ ਆਈਏ। ਵਿਦਵਾਨ ਹੈ ਨਾ, ਜੋ ਵਿਦਵਾਨ ਸਿਰਫ ਹੁੰਦੇ ਨੇ। ਅਨਰਥ ਕੋ ਸਮਰੱਥ ਕੈ ਹਜ਼ਾਰ ਬਾਣ ਸੋ ਝਨਿਓ। ਹੁਣ ਅਨਰਥ ਹੋ ਗਿਆ ਨਾ, ਜੇ ਅਸੀਂ ਕਹਿ ਦਿੰਦੇ ਵੀ ਦੁਸ਼ਮਣ ਨੇ, ਹੋ ਗਿਆ ਨਾ ਅਨਰਥ। ਅਰਥ ਦਾ ਅਨਰਥ ਹੋ ਜਾਂਦਾ, ਅਰਥ ਦਾ ਅਨਰਥ ਹੋ ਗਿਆ। ਵੀ ਇੱਥੇ ਤੁਸੀਂ ਕਹਿੰਦੇ ਨਾ ਕੋਈ ਵੈਰੀ ਨਾ ਹੈ ਬਗਾਨਾ, ਇੱਥੇ ਤੁਸੀਂ ਕਹਿੰਦੇ ਦੁਸ਼ਮਣ ਕਿਹਾ ਨਾ, ਦੁਸ਼ਮਣ ਤੇ ਵੈਰੀ ਬਗਾਨਾ ਤਾਂ ਹੋ ਗਿਆ। ਕੱਲ ਨੂੰ ਇਹ ਆਜੂ ਤੁਹਾਡੇ ਸਾਹਮਣੇ ਕੰਟਰੋਵਰਸੀ ਆ ਜੂਗੀ, ਸਹੀ ਕਰੋਗੇ ਤੁਸੀਂ। ਬਹੁਤ ਕੰਟਰੋਵਰਸੀਆਂ ਨੇ, ਆ ਜਾਓ ਕੰਟਰੋਵਰਸੀਆਂ ਤਾਂ ਆ ਜਾਓ, ਖੁੱਲੀ ਹੈ ਖਿੜਕੀ। ਹਾਲੇ ਤੇ ਤਾਂ ਆਪਾਂ ਚੱਲਦੇ ਰਹਿਣਾ ਬਿਨਾਂ ਖਿੜਕੀ ਤੇ, ਇਹ ਤਾਂ ਉਤਲੀ खिड़की खुली है, तो इसके ऊपर खिड़की और ये उतली खिड़की है, ये उतली खिड़की है। कुचार को हजार बाण 400 प्रहार्यो। कुचार को कुचार एक तो आचरण होता है, एक दुराचरण होता है। दुराचरण ਨੂੰ ਕੁਚਾਰ ਕਹਿੰਦੇ। देखो दुराचरण होर किस्म ਦਾ ਹੁੰਦਾ ਹੈ, ਕੁਚਾਰ होर किस्म ਦਾ ਹੁੰਦਾ। ਕੁਚਾਰ ਹੁੰਦਾ ਪੁੱਠੀ ਮੱਤ ਦੇਣਾ, ਧਰਮ ਦੀ ਪੁੱਠੀ ਪੜ੍ਹਾਈ ਪੜਾਉਣਾ। ਦੁਰਾਚਾਰ ਹੁੰਦਾ ਉਹ ਅਸ਼ਲੀਲਤਾ। ਜਿੱਥੇ ਦੁਰਾਚਾਰ ਕਹਾਂਗੇ ਉੱਥੇ ਅਸ਼ਲੀਲਤਾ ਆ ਜਾਣੀ ਹੈ, ਸਮਝਿਆ ਨਹੀਂ? ਜਿਹੜਾ ਕੁਚਾਰ ਆ ਜਾਣਾ, ਇਹ ਜਿਹੜੀ ਪੜ੍ਹਾਈ ਅਸੀਂ ਉਲਟ ਪੜਾਉਂਦੇ, ਜਿਹੜੀ ਕਹਾਂ ਮਾੜਾ ਲੈ ਲੈ ਫਿਰ ਹੀ ਜਾ, ਇਹ ਕੁਚਾਰ ਹੈ, ਸਮਝਿਆ ਨਹੀਂ? हाँ हाँ, वो जो भी कुछ है मर्यादा जड़ी है, मर्यादा कुचार है। कुचार को हजार बाण कुचार 400 प्रहार्यो। 400 जड़ा कट्टिया सारा कुचारे कट्टिया, नेम ने कट्टे, तप कट्टिया, जप कट्टिया, कुचारे है। पवित्रता कट्टी है, सारा कुचार च है। ये कचरा है सारा। हाँ, ये कचरा कुचार। धर्म ने कर्म पखंड कहा। हाँ, धर्म कर्म पाखंड जतीस, वो सारा कुचार है। दुराचार नहीं असीं कह सकते। देखो दुराचार की जगह कुचार लफ्ज वरते। जे कोई विद्वान होंदा दुराचार वरत दिंदा। कुचार तो ही सुनिया भी नहीं होना, पहली बार सुनिया, पहली बार सुनिया हो। या मास्टर जी कहते बिगड़िया होया चार, ये भी कह सकते हैं। ਜਿਹੜੇ ਪੜਾਉਂਦੇ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਵਿਗੜਿਆ ਹੋਇਆ ਅਚਾਰ ਦੀ ਗੱਲ ਹੋ। ਕੁਚਾਰ ਇਹ ਆ ਵੀ ਜਿਹੜਾ ਚੰਗਾ ਅਚਾਰ ਨਾ ਹੋਵੇ, ਵਧੀਆ ਸਵਾਦ ਨਾ ਲੱਗੇ। ਕੁਚਾਰ ਕੋ ਅਚਾਰ ਹੈ ਜਿਹੜਾ ਆਚਰਣ ਨਾ, ਆਚਰਣ ਉਹਨੂੰ ਅਚਾਰ ਆ। ਚਾਰ ਵੀ ਗੱਲਾਂ ਲਿਖਿਆ ਹੈ, ਚਾਰ ਆ ਆਚਾਰ, ਆਚਰਣ। ਆਚਰਣ ਨਾਲ ਦੁਰਾਚਾਰ ਜਾਂ ਲੱਗ ਜਾਂਦਾ, ਉਹ ਆ ਜਾਂਦਾ ਅਸ਼ਲੀਲਤਾ ਵਾਲਾ।
ਸਮਝੇ ਨਹੀਂ? ਇਹ ਜਿਹੜਾ ਕੁਚਾਲ ਲੱਗਦਾ ਹੈ ਧਰਮ ਦੇ ਖੇਤਰ 'ਚ ਹੈ, ਪੁੱਠੀ ਪੜਾਈ। ਕੁਚਾਰ ਕੋ ਹਜ਼ਾਰ ਬਾਣ 400 ਪਰਿਹਾਰਿਓ। ਉਹ 1000 ਬਾਣੇ ਲੱਗੇ ਨੇ, ਕਿੰਨਾ ਤੁਰਤੇ ਤੁਰਤੇ ਤਾਂ ਕੱਟਿਆ ਫਿਰ, ਕੁਚਾਰੇ ਕੱਟਿਆ ਸਾਰਾ। 400 ਪਰਿਹਾਰਿਓ, 400 ਪਰਿਹਾਰਿਓ। ਹਾਂ 400 ਪਰਿਹਾਰਿਓ। 400 ਅਚਰਨ ਕੁਚਾਰ ਕੋ ਹਜ਼ਾਰ ਬਾਣ 400 ਪਰਿਹਾਰਿਓ। ਅਚਰਨ ਨੇ ਪਰਹਾਰਿਆ ਨਾ, ਅਚਰਨ ਮਾਰੂ ਕੁਚਾਰ ਨੂੰ, ਅਚਾਰ ਮਾਰੂਗਾ ਤੀਰ। ਜੇ ਅਚਾਰ ਦਾ ਪਤਾ ਨਹੀਂ, ਜੇ ਅਚਾਰ ਖਾਦਾ ਨਹੀਂ ਹੋਇਆ ਫਿਰ ਕਿਵੇਂ ਪਤਾ ਲੱਗੂ ਕੁਚਾਰ ਦਾ? ਅਚਾਰ ਦਾ ਜੇ ਟੇਸਟ ਦਾ ਪਤਾ ਹੀ ਨਹੀਂ, ਕੁਚਾਰ ਦਾ ਕਿਵੇਂ ਪਤਾ ਲੱਗੂਗਾ? ਉਹ ਅਚਾਰਨ ਨੇ ਕੁਚਾਰ ਨੂੰ ਤੀਰ ਮਾਰੇ ਨੇ, ਸਦਾਚਾਰ ਨੇ। ਸਦਾਚਾਰ ਇੱਕ ਸਦਾਚਾਰ ਹੁੰਦਾ, ਕੁਚਾਰ ਹੁੰਦਾ। ਸਦਾਚਾਰ ਕਹਿੰਦੇ ਨੇ ਹਿੰਦੀ 'ਚ। ਇਹ ਇੱਥੇ ਅਚਾਰੇ ਲਿਖਿਆ ਹੋਇਆ, ਕਿਤੇ ਕਿਤੇ ਸੁਚਾਰ ਵੀ ਲਿਖਿਆ ਹੋਇਆ। ਹਾਂ ਕਲੇ ਕਲੇ 400। ਹਾਂ ਆਚਰਨ ਨੂੰ ਕਿਹਾ ਹੋਇਆ ਇਹ। ਹਾਂ ਕੋ ਕਸ਼ਟ ਓ ਕੋ ਕਿਰਿਆ ਕੋ ਭਜਾਏ ਤਾਸ ਡਾਰਿਓ। ਆ ਦੇਖੋ ਕੁਕਰਿਆ ਸੀ ਜਿਹੜੀ ਨਾ, ਕੁਕਰਿਆ ਕੂੜ ਕਰਿਆ ਉੜ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦੀ ਕੂੜ ਕਰਿਆ ਸੀ, ਉਹਨੂੰ ਬਾਣ ਨਹੀਂ ਮਾਰਿਆ, ਉਹਨੂੰ ਭਜਾਈ ਮਾਰਿਆ। ਉਹ ਕਹਿੰਦੇ ਇਹਨੂੰ ਬਾਣ ਕਾਹਨੂੰ ਮਾਰਨਾ, ਤੀਰ ਖਰਾਬ ਕਰਨਾ ਇਹਦੇ ਤੇ। ਉਹਨੂੰ ਭਜਾਈ ਮਾਰਤਾ, ਕਹਿੰਦੇ ਇਹਨੂੰ ਭਜਾ ਮਾਰਨਾ, ਉਹ ਨਹੀਂ ਮਾਰਨਾ ਇਹਨੂੰ। ਕਹਿੰਦੇ ਹੁੰਦੇ ਨੇ ਨਾ ਵੀ ਡਾਂਗ ਨਹੀਂ ਮਾਰਨੀ, ਭਜਾਈ ਮਾਰ ਦੇਣਾ। ਬਾਅਦ ਥੱਕ ਕੇ ਜਾਂ ਡਿੱਗ ਪਿਆ ਖੁਜਾਰ, ਉਹਨੇ ਕਿਹਾ ਵੀ ਹੁਣ ਚਾਹੇ ਰੱਖ ਲੈ ਚਾਹੇ ਮਾਰ ਦੇ। ਕੁਕਸ਼ਟ ਵੀ ਹੈ। ਕੁਕਸ਼ਟ ਇਹ ਹੈ ਕਿ ਲੋਕਾਂ ਨੂੰ ਕਸ਼ਟ ਮਿਲਦਾ ਹੈ, ਮਿਲੂਗਾ ਜੇ ਉਹਨਾਂ ਨੂੰ ਕੁਚਾਰ ਪੜ੍ਹਾ ਦਾਂਗੇ। ਕਸ਼ਟ ਆਪਣਾ ਜਿਹੜਾ ਪੈਦਾ ਕੀਤਾ ਹੋਇਆ, ਆਪਣੀਆਂ ਗੱਲਾਂ, ਉਹ ਕੁਕਸ਼ਟ ਹੈ। ਕੁਕਸ਼ਟ ਹੋਰ ਕੀ ਹੈ? ਕਸ਼ਟ ਨਾਲ ਵੀ ਕੁਕਸ਼ਟ ਆ ਗਿਆ। ਕਸ਼ਟ ਤਾਂ ਜੇ ਆਉਂਦਾ ਉਹ ਤਾਂ ਨੇਚਰ ਦਾ ਹੁੰਦਾ, ਕੱਲਾ ਕਸ਼ਟ ਉਹ ਤਾਂ ਭਾਣੇ 'ਚ ਹੈ। ਕਸ਼ਟ ਜਿਹੜਾ ਆਪੇ ਪੈਦਾ ਕਰ ਲਿਆ, ਜੇ ਆਪਣੇ ਆਪੇ ਕੁਹਾੜਾ ਪੈਰ ਮਾਰ ਲਿਆ ਗਾਫਲ ਆਪਣੇ ਹੱਥ, ਉਹ ਤਾਂ ਕਸ਼ਟ ਹੈ। ਫਿਰ ਉਹ ਤਾਂ ਤੇਰੀ ਉਹ ਕਮਾਈ ਹੈ, ਉਹ ਤਾਂ ਕਮਾਇਆ ਹੋਇਆ ਕਸ਼ਟ ਹੈ ਨਾ, ਫਾਲਤੂ। ਕੁਕਸ਼ਟ ਉਹ ਕੁਕਰਿਆ ਕੋ ਭਜਾਏ ਤਾਸ ਡਾਰਿਓ। ਕੁਕਰਿਆ ਨਾਲ ਕੁਕਸ਼ਟ ਹੀ ਆਉਣਾ। ਜੇ ਕਰਿਆ ਹੀ ਭੈੜੀ, ਜੇ ਨਾ ਉਲਟੇ ਜਾਊਗਾ। ਹਾਂ ਭਜਾਏ ਤਾਸ ਡਾਰਿਓ। ਉਹਨੂੰ ਇੰਨਾ ਭਜਾਇਆ ਬਾ ਉਹਨੂੰ ਥਕਾ ਕੇ ਮਾਰਤਾ। ਹਾਂ ਛਪੇ ਛੰਦ ਹਾਂਜੀ। ਅਤਪ ਵੀਰ ਕੋ ਤਾਕ ਬਾਣ 70 ਮਾਰੇ ਤਪ। ਹਾਂ ਤਪ ਜਿਹੜਾ ਸੀ, ਉਹ ਤਪ ਦਾ ਸਰੀਰ ਸੀ ਉਹਦੇ 'ਚ। ਦੇਖੋ ਕਈ ਬੜੇ ਬੜੇ ਮੁਨੀ ਦੇਵਤੇ, ਕਈ ਯੁਗ ਤਿੰਨੀ ਤਨ ਤਾਂ ਆਇਆ, ਸਰੀਰ ਤਾਂ ਆਇਆ, ਉਹ ਤਾਂ ਉਹਨਾਂ ਦਾ ਮਨ ਸੀ। ਖੋਟ ਮਨ ਵਿੱਚ ਹੈ। ਜੇ ਸੋਨੇ 'ਚ ਖੋਟ ਹੋਵੇ, ਸੋਨੇ ਨੂੰ ਗਰਮ ਕਰਾਂਗੇ, ਕੁਠਾਲੀ ਖਾਲੀ ਗਰਮ ਕਰੀ ਜਾਵਾਂਗੇ। ਕੁਠਾਲੀ ਖਾਲੀ ਗਰਮ ਕਰੇ ਤੇ ਸੋਨਾ ਗਰਮ ਹੋ ਜੂ। ਉਹ ਸਰੀਰ ਤਾਂ ਕੁਠਾਲੀ ਹੈ। ਕਰਨਾ ਤਾਂ ਸ਼ੁੱਧ ਦਾ ਸੋਨਾ ਕਰਨਾ। ਉਹ ਗਿਆ ਵਰਮੀ ਮਾਰੀ ਸਾਂਪ ਨਹੀਂ ਮਰੀ। ਸਰੀਰ ਨੂੰ ਕੁੱਟੇ ਤੇ ਨਹੀਂ ਸੱਪ ਮਰਦਾ ਹੁੰਦਾ। ਇਹ ਤਾਂ ਵਰਮੀ ਹੈ, ਮਿੱਟੀ ਦੀ ਵਰਮੀ ਹੈ। ਵਿੱਚ ਕੀ ਹੈ? ਵਿੱਚ ਮਨ ਨੂੰ ਸ਼ੁੱਧ ਕਰਨਾ ਸੀ। ਮਨ 'ਚ ਖੋਟ ਹੈ ਉਹ ਸੋਨਾ ਹੀ ਕੰਚ ਰਿਹਾ। ਉਹ ਖੋਟ ਹੈ ਜਿਹੜੀ ਉਹ ਕੱਢਣੀ ਸੀ ਵਿੱਚੋਂ, ਉਹ ਤਪ ਨਾਲ ਨਿਕਲ ਜਾਣੀ ਸੀ। ਮਨ ਦੇ ਲੈਵਲ ਤੇ ਤਪ ਹੈ ਆਪਣਾ, ਉਹਨਾਂ ਦਾ ਸਰੀਰ ਦੇ ਲੈਵਲ ਤੇ ਤਪ ਹੈ। ਉਹ ਜਿਹੜਾ ਤਪ ਹੈ ਉਹ ਅਤਾਪ ਹੈ, ਤਪ ਨਹੀਂ ਹੈ। ਉਹ ਪੁੱਠਾ ਤਪ, ਨੈਗੇਟਿਵ। ਅਤਪ ਵੀਰ ਕੋ ਅਤਪ ਹੈ, ਤਪ ਹੈ ਨਹੀਂ। ਅਤਪ ਵੀਰ ਨੂੰ ਤਾਕ ਬਾਣ 70 ਮਾਰੇ ਤਪ। 70 ਬਾਣ ਤਪ ਨੇ ਮਾਰੇ। ਜਿਹੜਾ ਅਸਲੀ ਤਪ ਹੈ ਉਹਨੇ ਮਾਰੇ ਸੀ। ਜਿਹੜਾ ਸਾਡਾ ਤਪ ਹੈ, ਸਾਡੇ ਤਪ ਯਾਰ ਜਪ ਨੂੰ ਔਕੜ ਲੱਗਿਆ ਹੋਇਆ, ਇੱਕੋ ਹੀ ਹੈ ਤਪ। ਉਹਨਾਂ ਦਾ ਕਈ ਪ੍ਰਕਾਰ ਦਾ ਤਪ ਹੈ। ਭੁੱਖੇ ਰਹਿਣਾ ਅਲੱਗ ਤਪ ਹੈ, ਖੜੇ ਹੀ ਰਹਿਣਾ ਅਲੱਗ ਤਪ ਹੈ, ਪੁੱਠੇ ਲਟਣਾ ਅਲੱਗ ਤਪ ਹੈ। ਉਹ ਤਾਂ ਸੈਂਕੜੇ ਕਿਸਮ ਦੇ ਤਪ ਨੇ। ਉਹ ਜਿਹੜੇ ਤਪ ਨੇ, ਜਪ ਤਪ ਬਹੁ ਵਚਨ ਹੈ। ਜਪ ਵੀ ਬਹੁ ਵਚਨ,
ਤਪ ਵੀ ਬਹੁਤ ਬਚਨ ਹੈ। ਅਸਲ ਵਿੱਚ ਤਪ ਜਿਹੜਾ ਦਰਗਾਹ ਤੋਂ ਹੈ ਉਹ ਇੱਕੋ ਹੀ ਹੈ, ਉਹਦੇ ਤੇ ਔਕੜ ਹੈ। ਜਿਹੜਾ ਜਪ ਹੈ ਆਪਣੇ ਉਹਦੇ ਤੇ ਵੀ ਔਕੜ ਲੱਗਿਆ ਹੈ। ਕਿਉਂ ਲੱਗਿਆ? ਇੱਕੋ ਹੀ ਜਪ ਹੈ, ਇੱਕੋ ਬਾਣੀ ਹੈ ਸਾਰੀ, ਸਾਰਿਆਂ ਦੀ ਹੈ, ਬਹੁਤੇ ਆਦਮੀਆਂ ਦੀ। ਉਹਨੂੰ ਜਾਣਨਾ, ਉਹਨੂੰ ਸਮਝਣਾ, ਉਹਨੂੰ ਵਿਚਾਰਨਾ ਹੀ ਤਪ ਹੈ। ਜੋ ਇਹ ਕਹਿੰਦੀ ਹੈ ਉਹ ਪਾਬੰਦੀਆਂ ਮਨ ਤੇ ਲਾਉਣੀਆਂ ਨੇ। ਜਿਵੇਂ ਕਹਿ ਦਿੰਦੇ ਨੇ ਵੀ ਵਿਦਿਆ ਪੜ੍ਹਨੀ ਹੈ ਜਿਹੜੀ ਬੱਚਿਆਂ ਨੇ, ਉਹ ਤਪ ਕਰਦੇ ਨੇ। ਬਿਲਕੁਲ ਠੀਕ ਹੈ, ਮਨ ਨੂੰ ਮਾਰ ਕੇ ਵਿਦਿਆ ਪੜ੍ਹ ਹੁੰਦੀ ਹੈ। ਸੰਸਾਰੀ ਗੱਲ ਹੈ, ਮਨ ਦੇ ਉੱਤੇ ਹੀ ਹੈ ਨਾ ਤਪ, ਸਰੀਰ ਤੇ ਤਾਂ ਤਪ ਹੈ ਨਹੀਂ। ਜਿਸ ਬੈਠਾ ਤਾਂ ਰਹੇ ਸਕੂਲ ਦੇ ਵਿੱਚ ਸਾਰੇ ਮੁੰਡੇ ਸਮਾਧੀ ਲਾ ਕੇ, ਟੀਚਰ ਉੱਤੇ ਕੋਈ ਆਵੇ ਨਾ, ਦੇਖਾ ਭਲਾ ਪੜ੍ਹ ਜਾਣਗੇ ਉਹ। ਸਮਾਧੀ ਲਾ ਕੇ ਤਪ ਕਰਾ ਕੇ ਮੋੜ ਦੋ ਘਰ ਨੂੰ, ਦੇਖੋ ਪੜ੍ਹ ਜਾਣਗੇ, ਡਿਗਰੀ ਲੈ ਜਾਣਗੇ ਉਹ ਜੇ ਡਿਗਰੀ ਲੈਣੀ ਹੈ ਕੋਈ ਆਊਗਾ, ਸਿੱਖਿਆ ਦੇਊਗਾ, ਉਹ ਮਨ ਨੂੰ ਆਪਣੇ ਚਾਰੇ ਪਾਸਿਆਂ ਤੋਂ ਰੋਕ ਕੇ ਉਹਨੂੰ ਸੁਣਨਗੇ, ਸਮਝਣਗੇ, ਤਾਂ ਉਹ ਕਹਾਂ ਡਿਗਰੀ ਲੈ ਜਾਣਗੇ। ਸਾਰੇ ਧਰਮਾਂ ਦੇ ਨੇ ਗ੍ਰੰਥ ਨੇ, ਉਹ ਕਾਹਦੇ ਵਾਸਤੇ ਲਿਖੇ ਨੇ, ਕਿਉਂ ਲਿਖੇ ਨੇ ਬਈ? ਉਹ ਸਿਲੇਬਸ ਹੈ। ਉਹ ਜਿਵੇਂ ਵਿਸ਼ਿਆਂ ਦੀਆਂ ਆਮ ਕਿਤਾਬਾਂ ਨੇ, ਸਿਲੇਬਸ ਹੈ ਪੜ੍ਹਨ ਵਾਸਤੇ, ਗਿਆਨ ਦਾ ਵਿਸ਼ਾ ਹੈ ਸਾਰੇ ਧਰਮ। ਜਿੱਥੇ ਗਿਆਨ ਹੈ ਨਹੀਂ ਉਹ ਧਰਮ ਕਦ? ਹਾਂਜੀ। ਨਵੇਂ ਸਾਈਕਨ ਸੀਲ ਸਹਿਸ ਸਰ ਹਣੇ ਅਜਪ ਜਪ। ਨਵੇਂ ਦੋ ਸਾਈਕਲ ਹਾਂ ਸਾਈਕਲ ਹਾਂ ਤੀਰ ਸੀਲ ਸਹਿਸ ਸੀਲ ਨੇ ਸ਼ੀਤਲਤਾ ਸੀ, ਜਿਹੜੀ ਸੀਲ ਸੀ ਉਹਨੇ 9 ਤੀਰ ਮਾਰੇ। ਸਾਈਕਲ ਤੀਰ ਨੂੰ ਕਹਿੰਦੇ ਨੇ। ਸਾਈਕਲ ਸੀਲ, ਸੀਲ ਨੇ ਸ਼ੀਤਲਤਾ ਨੇ, ਸ਼ੀਤਲਤਾ ਨੇ 9 ਤੀਰ ਮਾਰੇ। ਕਿਹਨੂੰ? ਸਹਿਸ ਸਰ ਹਣੇ ਅਜਪ ਜਪ। ਅਜਪ ਜਪ ਦੇ ਮਾਰੇ ਤੀਰ। ਅਜਪ ਸੀ ਨਾ ਜਿਹੜਾ, ਜਿਹਨੂੰ ਜਪ ਬਣਾਈ ਬੈਠੇ ਨੇ, ਅਜਪ ਜਪ ਉਹ ਹੈ, ਕਹਿੰਦੇ ਤੇ ਜਪ ਹੈ ਅਜਪ ਉਹ। ਜਿਹਨੂੰ ਜਪ ਮੰਨੀ ਬੈਠੇ ਨੇ ਅਜਪ ਨੂੰ, ਪੁੱਠਾ ਜਪ। ਜੇ ਆਪਾਂ ਕਹਿੰਦੇ ਵੀ ਤੂੰ ਤਾਂ ਪੁੱਠੀ ਗੱਲ ਕਰਦਾ, ਇਹ ਪੁੱਠਾ ਜਪ ਹੈ। ਪੁੱਠਾ ਜਪ ਕੀ ਹੈ? ਪੁੱਠਾ ਤਪ ਕੀ ਹੈ? ਜਿਹਦੇ ਨਾਲ ਤੁਹਾਨੂੰ ਦੁੱਖ ਮਿਲੇ, ਜੀ ਚੋਂ ਨਿਕਲੇ। ਆਇਆ ਸੀ ਨਾ ਉੱਥੇ ਪਹਿਲਾਂ, ਜੀ ਜੋ ਕਸ਼ਟ ਮਿਲੇ ਬਾਅਦ ਚ, ਕੋ ਕਸ਼ਟੋ ਕੋ ਕਰਿਆ ਕੋ ਭਜਾਏ 10 ਡਾਰਿਓ। ਜੀ ਚੋਂ ਮੁਸੀਬਤ ਖੜੀ ਹੋ ਜਾਏ, ਮੁਸੀਬਤ ਮਿਲੇ, ਜੀ ਚੋਂ ਭਰਮ ਵੱਜ ਜਾਵੇ, ਹੰਕਾਰ ਪੈਦਾ ਹੋ ਜਾਵੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਬਲ ਭਈ ਅੰਗੂ ਸਾਧੇ, 5 ਜਨਾਂ ਸੋ ਸੰਗ ਨੇ ਛੁੱਟ ਕੇ ਅਧ ਅਹ ਬੁੱਧ ਵਾਦੇ। ਇਹ ਉਹ ਗੱਲ ਹੈ। ਜੇ ਇਹ ਕਰੇਗਾ ਤਾਂ ਖੱਟੀ ਕੀ ਹੋਊਗੀ? ਆ ਖੱਟੀ ਹੋ ਜੂਗੀ। ਉੱਥੇ ਵੀ ਕਹੀ ਹੋਈ ਆ ਤੀਰੇ ਮਾਰੇ ਨੇ, ਹੋਰ ਕੀ ਕੀਤਾ ਹੋਇਆ ਉੱਥੇ? ਇੱਥੇ ਸਮਾਂ ਕੀਤਾ ਹੋਇਆ ਸਾਰੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਹੋਰ ਤਰੀਕੇ ਨਾਲ। ਇਹ ਹੋਰ ਤਰੀਕੇ ਨਾਲ ਸਮਾਪਤ ਕੀਤਾ ਹੋਇਆ, ਮਾਲਾ ਬਣਾਈ ਹੋਈ ਹੈ। 1000 ਬਾਣ ਉੱਥੇ ਗਿਣ ਲਿਓ ਵੀ ਕਿੰਨੇ ਬਾਣ ਲੱਗੇ ਨੇ। ਇਹ ਤਾਂ ਹੁਣ ਗਿਣ ਲੈਣ ਉਹ ਜਿਹੜੇ ਕਹਿੰਦੇ ਨੇ 10 ਪਾਤਸ਼ਾਹ ਦੇ ਲਿਖਿਆ ਨਹੀਂ, ਉੱਥੇ ਗਿਣ ਕੇ ਦੱਸਣ ਘੱਟ ਵੱਧ ਨੇ। ਜੇ ਉਹਨਾਂ ਨੂੰ ਘੱਟ ਵੱਧ ਲੱਗੇ ਫਿਰ ਉਹਨਾਂ ਨੂੰ ਅਸੀਂ ਦੱਸ ਦਾਂਗੇ ਵੀ ਘੱਟ ਵੱਧ ਕਿਵੇਂ ਨੇ। ਇਹਦੇ ਤੇ ਗੱਲ 20 ਬਾਣ ਕੁਮਤੈ 30 ਕੁਕਰਮੈ ਭੇਦਿਓ। ਕੁਮਤ ਦੇ 20 ਬਾਣ ਮਾਰੇ। ਕੁਮਤ ਪੰਡਿਆ ਕਵਣ ਕੁਮਤ ਤੁਮ ਲੱਗ ਗਏ, ਬੂਢੋ ਕੇ ਪਰਿਵਾਰ ਸਕਲ ਸੂ। ਮਾਰਿਆ ਨਾ ਬਾਣ, ਉਹ ਸਣੇ ਪਰਿਵਾਰ ਡੁੱਬ ਜਾਏਗਾ। ਜਿਹੜੇ ਚੇਲੇ ਨੇ ਇਹ ਵੀ ਡੁਬੋ ਦੇਗਾ। ਚੇਲੇ ਦੇ ਬਹਾਏ ਆਪ ਡੁੱਬੇ ਚਾਹ ਵੇਦ ਮੈਂ, ਚੇਲੇ ਦੇ ਬਹਾਏ ਚੇਲੇ ਦੀ ਬਹਾਏ ਮਾਰਿਆ ਨਾ ਤੀਰ ਦੂਆ। ਬਾਕੀ ਇਹ ਦੱਸ ਦੇਣ 18 2 ਦੱਸਤੇ, ਜੇ ਨਾ ਲੱਭੇ ਫਿਰ ਦੱਸ ਦਾਂਗੇ ਇਹਨੂੰ 18 ਵੀ ਕਿਹੜੇ ਨੇ। 30 ਕੁਕਰਮੈ ਭੇਦਿਓ। 30 ਕੁਕਰਮੇ ਭੇਦਿਓ। 30 ਬਾਣ ਕੁਕਰਮ ਦੇ ਬਾਰੇ। ਕਰਮ ਕੁਕਰਮ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਨਹੀਂ। ਕਰਮ ਦੋ ਹੀ ਨੇ, ਦੁਕ੍ਰਿਤ ਕਰ ਲੋ ਜਾਂ ਸੁਕ੍ਰਿਤ ਕਰ ਲੋ। ਹੁਕਮ ਦਾ ਵਿਰੋਧ ਕਰਨਾ ਕੁਕਰਮ। 30 ਬਾਣ ਇਹਦੇ ਮਾਰੇ ਜੇ ਹੁਕਮ ਦਾ ਵਿਰੋਧ ਕਰੇਗਾ। ਹਾਂਜੀ। 10 ਸਾਇਕ ਦਰਿਦਰ ਕਾਮ ਕਈ ਬਾਨਣ ਛੇਦਿਓ। ਜਿਹੜਾ ਦਰਿਦਰ ਹੈ, ਦਰਿਦਰਤਾ ਵੀ ਅੱਜ ਦਾ ਕੰਮ ਕੱਲ ਨੂੰ, ਉਹਦੇ 10 ਤੀਰ ਉਹਦੇ ਮਾਰੇ। ਅੱਜ ਕੱਲ ਦੇ ਜਿਹੜਾ
ਮਤਲਬ ਮੈਂ ਪੈਂਡਿੰਗ ਰੱਖ ਲੈਣਾ ਕੰਮ ਵੀ ਚੱਲ ਯਾਰ ਕੱਲ ਨੂੰ ਕਰ ਲਾਂਗੇ, ਠਹਿਰ ਜਾਂਦੇ ਹਾਲੇ। ਉਹਦੇ 10 ਮਾਰੇ 10 ਤੀਰ ਮਾਰੇ, ਜਿਵੇਂ ਹਮ ਆਦਮੀ ਹੈ ਇੱਕਦਮ ਹੀ, ਬੋਲਤ ਮੋਹਤ न ਜਾਣਾ। ਅਗਲਾ ਸਾਹ ਆਵੇ ਮਤੇ ਨਾ ਆਵੇ, ਅਗਲਾ ਸਾਹ ਆਵੇ ਕਿ ਨਾ ਆਵੇ, ਮੇਰੀ ਜਿੰਦੜੀ ਹੈ ਮਤ ਕਿਸਾ। ਇਹ ਉਹੀ ਨੇ ਜਿਹੜਾ ਪੈਂਡਿੰਗ ਰੱਖਦਾ ਨੂੰ ਕਿਹਾ ਕੀ ਪਤਾ ਅਗਲਾ ਸਾਹ ਹੋਣਾ ਕਾ ਨਹੀਂ ਹੋਣਾ। ਹਮ ਆਦਮੀ ਇੱਕੋ ਹੀ ਸਾਹ ਦੇ ਮਾਲਕ ਹਾਂ। ਗਈ ਦੇ ਇੱਧਰ ਤਾਂ ਹਾਂ ਲੱਗਦੀ। ਹਾਂ ਕਾਮ ਕਈ ਬਾਨਣ ਛੇਦਿਓ। ਕਾਮ ਜਿਹੜੀ ਇੱਛਾ, ਕਾਮਨਾ ਇੱਛਾ, ਇਹਦੇ ਬਹੁਤ ਤੀਰ ਮਾਰੇ ਨੇ, ਇਹਨਾਂ ਦੀ ਗਿਣਤੀ ਨਹੀਂ ਹੈ। ਇਹਦੇ ਤਾਂ ਕਿੰਨੇ ਹੀ ਮਾਰੇ ਨੇ ਤੀਰ, ਇਹਦੇ ਕਿੰਨੇ ਹੀ ਨੇ। ਸਾਰੇ ਕਾਮਨਾ ਦੇ ਵੱਜਦੇ ਨੇ ਤੀਰ, ਕਿਤੇ ਮਾਰ ਲਓ, ਦਲਿੱਦਰਤਾ ਤੇ ਮਾਰ ਲਓ ਤਾਂ ਵੀ ਕਾਮਨਾ ਦੇ। ਦਲਿੱਦਰਤਾ ਵਿੱਚ ਵੀ ਤਾਂ ਕੋਈ ਕਾਮਨਾ ਹੀ ਹੈ। ਦਲਿੱਦਰਤਾ ਕਾਮਨਾ ਦੀ ਵਜ੍ਹਾ ਨਾਲੇ ਦਲਿੱਦਰਤਾ ਹੈ। ਯਾਰ ਆ ਗਿਆ ਜੋ ਕਰ ਲਈਏ ਕੰਮ ਇੰਨਾ ਕੁ, ਅਜੇ ਤਾਂ ਫੇਰ ਹੀ ਉਮਰ ਪਈ ਹੈ, ਫੇਰ ਕਰ ਲਾਂਗੇ। ਇਹ ਕਾਮਨਾ ਹੀ ਹੈ, ਹਰ ਕੰਮ ਦੇ ਪਿੱਛੇ ਕਾਮਨਾ ਹੀ ਹੈ। ਹਾਂਜੀ। ਬਹੁ ਵਿਧੀ ਵਿਰੋਧ ਕੋ ਬਦ ਕੀਓ, ਅਬ ਵੇਕੇ ਸਰ ਸੰਧ ਰਾਣ। ਬਹੁਤ ਵਿਧੀ ਵਿਰੋਧ ਕੋ ਬਦ ਕੀਓ, ਵਿਰੋਧ ਜਿਹੜਾ ਹੈਗਾ ਉਹਦਾ ਬਹੁਤ ਤਰੀਕੇ ਨਾਲ ਵੱਧ ਕੀਤਾ। ਗਿਆਨ ਖੜਗ ਨਾਲ ਕਿਹਨੇ ਕੀਤਾ? ਵਿਵੇਕ ਬੁੱਧੀ ਨੇ, ਵਿਵੇਕ ਨੇ ਕੀਤਾ। ਅਬ ਵੇਕੇ ਸਰ ਸੰਧ ਰਾਣ। ਹਾਂ, ਅਵਿਵੇਕ, ਜਦ ਅਵਿਵੇਕ ਨਾਲ ਰਣ ਸੀ ਨਾ, ਜੰਗ ਹੋਈ, ਅਨੇਕ ਤਰੀਕੇ ਨਾਲ ਇਹਨੂੰ ਮਾਰਿਆ, ਵਿਰੋਧ ਨੂੰ। ਵਿਰੋਧ ਕਰਦਾ ਸੀ ਨਾ, ਵਿਰੋਧ ਹੀ ਸੀ ਵਿੱਚ। ਅਵਿਵੇਕ ਦੀ ਔਰ ਵਿਵੇਕ ਦੀ ਲੜਾਈ 'ਚ ਦੋਹਾਂ ਦਾ ਵਿਰੋਧ ਹੈ ਆਪਸ ਵਿੱਚ ਹੀ। ਵਿਰੋਧ ਨੂੰ ਬਹੁਤ ਤਰੀਕੇ ਨਾਲ ਕੱਟਿਆ, ਵਿਰੋਧ ਖਤਮ ਕਰਤਾ ਕੱਟ ਕੇ। ਹਾਂਜੀ। ਰਾਣ ਰੋਹ ਕ੍ਰੋਹ ਕਰਵਾਰ ਗਹਿ, ਇਮ ਸੰਜਮ ਬੁਲਿਓ ਬਯਨ। ਜਿਵੇਂ ਵਿਰੋਧ ਇਹ ਸੀਗਾ, ਰਾਜਾਂ ਦੀਆਂ ਮਿਸਾਲਾਂ ਦਿੱਤੀਆਂ ਨੇ ਵੀ ਜਿਹੜਾ ਇੱਕ ਸਾਰ ਕੇ ਨਾਮ ਨੂੰ ਅੱਗੇ ਲਈਏ, ਉਹ ਵਿਰੋਧ ਹੈ। ਉਹੀ ਕੀਤਾ, ਨਾਲ ਤਾਂ ਜਾਣਾ ਨਹੀਂ। ਮਾਇਆ ਕਰਕੇ ਹੀ ਕਰਦਾ ਨਾ ਤੂੰ, ਮਾਇਆ ਕਰਕੇ ਹੀ ਹੈ ਤੇਰਾ ਵਿਰੋਧ। ਨਾਮ ਤੋਂ ਬਿਨਾਂ ਤਾਂ ਕੋਈ ਜਾਣਾ ਨਹੀਂ ਨਾਲ। ਇਹ ਜਿਹੇ ਉਹਦੇ ਨਾਲ ਵਿਰੋਧ ਹਟਾਇਆ। ਜਿਹੜੇ ਵਿਰੋਧ ਦੇ ਬੈਰੀਅਰ ਸੀ ਨਾ, ਵਿਰੋਧ ਦੇ ਲਾਏ ਹੋਏ, ਉਹ ਸਾਰੇ ਕੱਟਦੇ ਬੈਰੀਅਰ। ਰਣ ਰੋਹ ਕ੍ਰੋਹ ਕਰਵਾਰ ਗਹਿ। ਰਣ ਰੋਹ, ਜੰਗ ਦੇ ਵਿੱਚ ਰੋਹ ਦੇ ਨਾਲ, ਗੁੱਸੇ 'ਚ ਆ ਕੇ ਕ੍ਰੋਹ ਕਰਵਾਰ ਗਹਿ। ਕਰੋਧ ਕਰਵਾਰ ਗਏ, ਕ੍ਰੋਧਿਤ ਹੋ ਕੇ ਤਲਵਾਰ ਫੜ ਕੇ। ਹਾਂ। ਇਮ ਸੰਜਮ ਬੁਲਿਓ ਬਯਨ। ਇਮ ਸੰਜਮ ਬੁਲਿਓ ਬੈਣ। ਸੰਜਮ ਨੇ ਫਿਰ ਸੰਜਮ ਨੇ ਲਲਕਾਰਿਆ ਆ ਕੇ। ਇਮ ਸੰਜਮ ਬੁਲਿਓ ਬੈਣ। ਸੰਜਮ ਬੁਲਿਓ ਬੈਣ। ਹਾਂ। ਅਰਨ ਪਛਮੈ ਉਗਵੈ, ਵਰਨ ਉੱਤਰ ਦਿਸ ਤੱਕੈ। ਕਹਿੰਦੇ ਜਿਹੜਾ ਸੂਰਜ ਹੈ ਇਹ ਤਾਂ ਇਧਰੋਂ ਚੜ੍ਹਨ ਲੱਗ ਜਾਏ ਪੱਛਮ ਤੋਂ। ਅਰਨ ਪਛਮੈ ਉਗਰੈ। ਜਿਹੜਾ ਪਾਣੀ ਹੈ, ਪਾਣੀ ਚੜ੍ਹਨ ਲੱਗ ਜਾਏ ਪਹਾੜ ਵੱਲ ਨੂੰ, ਆਪਣੇ ਉੱਤਰ ਦਿਸ ਤੱਕੈ। ਉੱਤਰ ਦਿਸ਼ਾ ਤੋਂ ਥੱਲੇ ਨੂੰ ਆਉਂਦਾ ਨਾ ਪਾਣੀ। ਆਪਣੇ ਹਿੰਦੁਸਤਾਨ 'ਚ ਉੱਤਰ ਤੋਂ ਥੱਲੇ ਨੂੰ ਆਉਂਦੇ ਨੇ ਸਾਰੇ ਪਹਾੜ, ਪਾਣੀ ਥੱਲੇ ਨੂੰ ਆਉਂਦਾ ਪਹਾੜਾਂ ਤੋਂ। ਬਈ ਵਰਨ ਜਿਹੜਾ ਪਾਣੀ ਹੈ ਜਾਣ ਲੱਗ ਜਾਵੇ ਪੁੱਠਾ ਉੱਪਰ ਨੂੰ। ਦੋਵੇਂ ਗੱਲਾਂ ਹੋਣੀਆਂ ਹੀ ਨੇ, ਹੋ ਨਹੀਂ ਸਕਦੀਆਂ ਜਿਹੜੀ। ਹਾਂ। ਮੇਰ ਪੰਖ ਕਰ ਉੱਡੇ, ਸਰਬ ਸਾਇਰ ਜਲ ਸੁੱਕੈ। ਆ ਜਿਹੜਾ ਪਹਾੜ ਹੈ ਇਹ ਖੰਭ ਲਾ ਕੇ ਜਾਵੇ ਉੱਡ ਧਰਤੀ ਤੋਂ, ਸਮੁੰਦਰ ਦਾ ਸਾਰਾ ਪਾਣੀ ਜਾਵੇ ਸੁੱਕ। ਇਹ ਨਾ ਹੋਣੀਆਂ ਗੱਲਾਂ ਨੇ, ਅਣਖੁਣੀਆਂ। ਜਦ ਇਹ ਹੋਊ ਫਿਰ ਸ੍ਰਿਸ਼ਟੀ ਆ ਨਹੀਂ ਰਹਿਣਾ, ਆਪਣਾ ਆ ਲੋਕ ਨਹੀਂ ਰਹਿਣਾ ਇੱਥੇ ਵਾਲੀ ਧਰਤੀ ਤੇ ਜਿਹੜੇ ਜੀਵਨ। ਹਾਂ। ਕੋਲ ਦਾੜ ਕੜ ਮੁੜੈ, ਸਿਮਟ ਫਣੀਰ ਫਣ ਫਟੈ। ਹੁਣ ਉਹ ਕਹਿੰਦੇ ਨੇ ਵੀ ਜਿਹੜਾ ਹੈ ਨਾ ਆਹ ਧਰਤੀ, ਇਹ ਉਹਦੇ ਤੇ ਖੜੀ ਆ। ਜਿਹੜਾ ਹੁੰਦਾ ਨਾ ਸੂਰ, ਉਹਦੀ ਦਾੜ ਹੁੰਦੀ ਆ ਹੁੱਡ, ਜਿਹਨੂੰ ਕਹਿੰਦੇ ਐ ਕੋਲ ਦਾੜ ਕੜ ਮੁੜੈ। ਹਾਂ। ਉਹ ਕਹਿੰਦੇ ਜਿਹੜੀ ਉਹ ਮੁੜ ਜਵੇ ਥੱਲੇ ਨੂੰ, ਉਹ ਮੁੜਦੀ ਨਹੀਂ ਨਾ ਦਾੜ। ਸਿਮਟ ਫਣੀਰ ਫਣ ਫਟੈ। ਉਹ ਜਿਹੜਾ ਫਣ ਹੈ, ਉਹ ਕੋਈ ਕਹਿੰਦਾ ਵੀ ਆ ਧਰਤੀ ਦੇ ਐ ਫਣ ਤੇ ਚੱਕੀ ਹੋਈ ਹੈ। ਉਹ ਕਹਿੰਦੇ ਧਰਤੀ ਦੇ ਬੋਝ ਨਾਲ ਸਿਮਟ ਕੇ ਫਟ ਜਵੇ ਭਾਵੇਂ ਸੱਪ ਦਾ ਫਣ। ਉਲਟ ਜਾਨ ਵੀ ਬਹੈ,
ਸਤ ਹਰੀ ਚੰਦੈ ਹਟੈ ਜਿਹੜੀ ਗੰਗਾ ਉਲਟੀ ਉੱਤੇ ਨੂੰ ਪਹਾੜਾਂ ਨੂੰ ਬਹਿਣ ਲੱਗ ਜਾਵੇ ਉਹੀ ਹੈ ਨਾ ਜਾਨ ਵੀ ਵਹੈ। ਜਾਨ ਵੀ ਹਾਂ। ਸਤ ਹਰੀ ਚੰਦੈ ਹਟੈ ਜਿਹੜਾ ਹਰੀਚੰਦ ਰਾਜੇ ਦਾ ਸੱਤ ਹੈ ਉਹ ਬਣਿਆ ਹੈ ਨਾ ਹਰੀਚੰਦ ਰਾਜੇ ਸਤ ਦਾ। ਹਰੀ ਚੰਦੈ ਹਟੈ ਹਰੀਚੰਦ ਸੱਤੋਂ ਵੀ ਮੁੱਕਰ ਜਵੇ। ਹਰੀਚੰਦ ਦੱਲੇ ਦੀ ਗੱਲ ਹੈ। ਹਰੀਚੰਦ ਨੂੰ ਚਿੱਤ ਦਾ ਹੈ। ਇਹ ਕਹਿੰਦੇ ਸੱਚ ਤਿਆਗ ਦੇਵੇ, ਸੱਚ ਤਿਆਗਦਾ ਹੈ। ਇਹ ਸੱਤ ਨੂੰ ਤਿਆਗ ਦੇਵੇ, ਇਹ ਵੀ ਅਨਹੋਣੀ ਹੈ। ਇਹ ਵੀ ਅਣਹੋਣੀ ਗੱਲ। ਹਰੀਚੰਦ ਦਾ ਹੱਟ ਹੈ। ਹਾਂ। ਸੰਸਾਰ ਉਲਟ ਪੁਲਟ ਹਵੈ ਧਸਕ ਧੌਲ ਧਰਨੀ ਫਟੈ ਜਿਹੜੇ ਸੰਸਾਰ ਆ ਕਹਿੰਦੇ ਉਲਟ ਫੁਲਟ ਹੋ ਜਾ ਸਾਰਾ ਇਹ, ਔਰ ਥੱਲੇ ਨੂੰ ਧਰਤੀ ਜਾਵੇ ਧਸ ਧਸ ਕੇ ਜਾਵੇ ਫਟ। ਹਾਂ। ਸੁਣ ਨਿਰਪ ਅਭਿਵੇਕ ਵਿਵੇਕ ਭਟ ਤਦ ਬਨ ਲਟ ਸੰਜਮ ਹਟੈ ਕਹਿੰਦੇ ਸੁਣ ਅਵਿਵੇਕ। ਹਾਂ। ਸੁਣ ਨਿਰਪ ਅਭਿਵੇਕ ਹਾਂ। ਵਿਵੇਕ ਭਟ ਤਦ ਬਨ ਲਟ ਸੰਜਮ ਹਟੈ ਹਾਂ ਕਹਿੰਦੇ ਜਿਹੜਾ ਵਿਵੇਕ ਹੈ ਨਾ ਹੁਣ ਇਹ ਨਹੀਂ ਹੁਣ ਤੈਨੂੰ ਛੱਡਣਾ ਇਹਨੇ ਸੰਸਾਰ 'ਚ। ਬਹੁਤ ਚੱਲ ਰਹੀ ਤੇਰੀ ਵਿਵੇਕ ਨੂੰ ਕਿਹਾ ਹੁਣ ਤੱਕ। ਹੁਣ ਵਿਵੇਕ ਨੇ ਉਹ ਮਤਲਬ ਹੈ ਵਿਵੇਕ ਨੂੰ ਉਹ ਜਿਹਾ ਹੁਣ ਰੋਹ ਚੜਿਆ ਤੇਰੀ ਖੈਰ ਨਹੀਂ। ਹੁਣ ਇਹ ਸਭ ਕੁਝ ਉਲਟ ਹੋ ਜਾਏ, ਲੜਾਈ ਤੋਂ ਨਹੀਂ ਇਹਨੇ ਹਟਣਾ। ਵਿਵੇਕ ਦੇਖ ਅਵਿਵੇਕ ਦੇਖਦਾ ਵੀ ਕਿੰਨਾ ਕੁ ਚਿਰ ਹੈ, ਲੜਾਈ ਹਟੀ ਤੇ ਮੈਂ ਫੇਰ ਰਾਜਾ ਕੈਂਪ ਕਰ ਲੂੰ। ਇਹ ਦੇਖਦੇ ਰਹਿੰਦੇ ਹੁੰਦੇ ਨੇ। ਥੋੜੇ ਜਿਹੇ ਸੰਤ ਬੋਲਣ ਲੱਗੇ ਤੇ 50 ਸਾਲ 60 ਸਾਲ ਤੋਂ ਪਹਿਲਾਂ ਕੱਲਾ ਰਾੜੇ ਵਾਲਾ ਹੀ ਬੋਲਦਾ ਹੁੰਦਾ ਸੀ। ਉਹਦੇ ਬਾਅਦ ਸੰਤ ਪੈਦਾ ਹੋ ਜਾ, ਉਹਨਾਂ ਗੱਲਾਂ ਝੂਠੀਆਂ ਕਹੀਆਂ। ਉਹਨੇ ਕਿਹਾ ਕੋਈ ਬੋਲਦਾ ਹੀ ਨਹੀਂ। ਉਹਨੇ ਸਿੱਖਾਂ ਨੂੰ ਪਤਾ ਨਹੀਂ, ਆਹ ਸਾਰੇ ਬੋਲਣ ਲੱਗੇ। ਖਰੂ ਭਾਤਾ ਜਦ ਇੱਧਰ ਹੁਣ 3 ਵਜੇ ਕਬੀਰ ਵਾਲੀ ਚੱਲ ਗਈ ਤੋਪ, ਸਾਨੂੰ ਲੱਭ ਗਈ ਕਬੀਰ ਵਾਲੀ ਤੇ ਗਿਆਨ ਦੇ ਘੋੜੇ ਪਏ ਤਵਸਤ ਹੋ ਗਏ ਸਭ। ਕੋਈ ਨਹੀਂ ਬੋਲਦਾ। ਹੁਣ ਕਾਹਦੇ ਨਹੀਂ ਬੋਲਦੇ? ਇਹ ਕਿਵੇਂ ਕਹਿੰਦੇ ਸੀ ਗੱਲ ਗੁਰੂ ਤੀਜੇ ਪਾਤਸ਼ਾਹ ਕਿੱਲੀ ਨਾਲ ਕੇ ਸੰਬੰਧ ਹੁੰਦੇ ਸੀ। ਇਹ ਕਿੱਥੋਂ ਆਈਆਂ ਗੱਲਾਂ? ਕਿਹਨੇ ਪ੍ਰਚਾਰ ਕੀਤਾ? ਕਿਉਂ ਕੀਤਾ? ਹੁਣ ਜਵਾਬ ਇਹ ਦੇਣ ਜਿਹੜੇ ਕਹਿੰਦੇ ਸੀ ਗਊ ਜਿਉਂਦੀ ਕੀਤੀ। ਰਾੜੇ ਵਾਲਾ ਕਹਿੰਦਾ ਰਿਹਾ ਗਊ ਜਿਉਂਦੀ ਕੀਤੀ, ਕਰਕੇ ਦਿਖਾਵੇ ਆਪ। ਇਹ ਕਿਵੇਂ ਹੋ ਜੂ? ਗੁਰਬਾਣੀ ਕਹਿੰਦੀ ਹੈ ਬਿਸਮਿਲ ਕੀਆ ਨਾ ਜੀਵੇ ਕੋਈ। ਗੁਰਬਾਣੀ 'ਚ ਹੋਰ ਕੋ ਲਿਖਿਆ। ਤੂੰ ਬਕਵਾਸ ਕਰੀ ਜਾਂਦਾ ਸੁਣ ਕੇ। ਸਾਖੀਆਂ ਪਤਾ ਨਹੀਂ ਕਿਹਦੀਆਂ ਲਿਖੀਆਂ। ਉਹੀ ਕੋ ਪੜਾਇਆ ਸੀ ਸਾਧਾਂ ਨੇ। ਜਿਹੜੇ ਸਾਧ ਜਿਹੜਾ ਸੀ ਨਾ, ਜਿਹੜਾ ਲਿਟਰੇਚਰ ਲਿਖਾਇਆ ਸੀ ਨਾ ਸਾਹਬ ਸੁਣ, ਉਹ ਇਹਨੂੰ ਸਾਧਾਂ ਨੇ ਪੜ੍ਹਿਆ ਸਾਰਾ। ਜਿਹੜਾ ਉਹਨਾਂ ਨੇ ਵਿਰੋਧੀਆਂ ਨੇ ਲਿਖਾਇਆ ਸੀ ਸਾਖੀਆਂ ਬੇਦੀ ਨੇ ਬੇਦੀਆਂ ਨੇ ਸਾਹਿਬ ਸਿੰਘ ਬੇਦੀ ਨੇ ਉਹਨਾਂ ਦਾ ਲਿਖਾਇਆ ਹੋਇਆ ਸਾਰਾ। ਅਰੇ ਜਿਹੜਾ ਉਹ ਇਹ ਜਿਹੜੇ 5 ਸੈਂਟਰ ਤੇ ਜਿਹੜੇ ਸੈਂਟਰ ਖਿਲਾਫ ਚੱਲੇ ਨੇ ਗੁਰੂ ਘਰ ਤੇ, ਉਹ ਏਰੀਏ ਦੇ ਵਿੱਚ ਜਿੱਥੇ ਸ੍ਰੀ ਚੰਦ ਹੈ, ਡੇਰਾ ਬਾਬਾ ਨਾਨਕ, ਉੱਥੇ ਹੈਗਾ ਆਪਣਾ ਬਾਬਾ ਬੁੱਢਾ। ਉਹਦੇ ਨਾਲ ਲਿਖਾਤਾ ਜੀ ਉਹ ਗਠਾ ਭੰਨਿਆ 6ਵੇਂ ਪਾਤਸ਼ਾਹ ਦਾ ਜਨਮ ਦਿਖਾਤਾ ਉੱਥੇ। ਉੱਥੇ ਸਾਖੀ ਕਿਹਨੇ ਬਣਾਈ? ਕਿਹਨੇ ਬਣਾਈ ਸਾਖੀ? ਇਹ ਤਾਂ ਗੁਰਮਤਿ ਦੇ ਖਿਲਾਫ ਹੈ। ਵਧੀਆ ਪ੍ਰਚਾਰੀ ਹੋਈ ਹੈ, ਚਲਦੀ ਹੈ ਮਾਝੇ 'ਚ। ਉਹ ਮਾਨੁਕੀ ਟੇਕ ਬਿਰਥੀ ਸਭ ਜਾਣਦੇ ਬਣ ਕੋ ਏਕੇ ਭਗਵਾਨ। 5ਵੇਂ ਪਾਤਸ਼ਾਹ ਇਹ ਕਹਿ ਰਹੇ ਨੇ ਜਿਸਕੇ ਦੀਏ ਰਹੇਗਾ। ਇਹ ਗੁਰਬਾਣੀ ਕਿੱਥੇ ਗਈ? ਜੰਮਣ ਮਰਨਾ ਹੁਕਮ ਕਿੱਥੇ ਗਿਆ? ਸਭ ਸਾਦਾ ਫੇਰਤਾ। ਆਹ ਕੁਝ ਕੀਤਾ ਇਹ ਨਾ ਦਾ ਸਾਰੀ ਪੜ੍ਹਾਈ 5 ਸੈਂਟਰਾਂ ਦੀ ਪੜ੍ਹਾਈ ਹੈ ਸਾਰੀ ਜਿਹੜੀ ਹੁੰਦੀ ਹੈ। ਜਗਾਰਾ ਹੁਣ ਤੇ ਨਹੀਂ ਕੋਈ ਜਾਣ ਦਿੰਦੇ ਉੱਥੇ ਦਰਬਾਰ ਸਾਹਿਬ 'ਚ ਨਾ ਕਥਾ ਹੁੰਦੀ ਹੈ। ਇਹ ਕਹਿੰਦੇ ਕਥਾ ਹੁੰਦੀ ਸੀ ਜਦ ਪ੍ਰਕਾਸ਼ ਹੁੰਦਾ ਸੀ। ਪ੍ਰਕਾਸ਼ ਤਾਂ ਹੁਣ ਤਾਂ ਕਰਦੇ ਨੇ ਚੜਾਵਾ ਨਹੀਂ ਆਉਂਦਾ। ਕਥਾ ਤਾਂ ਹੁਣ ਵੀ ਨਹੀਂ ਕਰਦੇ ਉੱਥੇ। ਕਥਾ ਕੌਣ ਕਰਦਾ ਸੀ? ਕਥਾ ਕਰਕੇ ਉਹਨਾਂ ਨੇ ਮਰਨਾ ਸੀ ਉੱਥੇ ਗੁਰਬਾਣੀ ਦੀ। ਤੇਰੇ ਜੋਰ ਮੈਂ ਗੁੰਗਾ ਕਹਿਤਾ ਹੂੰ। ਆ ਗੁੰਗਾ ਜਿਹੜੇ ਗੁੰਗੇ ਦੀ ਕਹਾਣੀ ਬਣਾਈ ਹੋਈ ਹੈ ਨਾ, ਆ ਗੁੰਗਾ ਲੈ ਲਓ। ਤੇਰੇ ਜੋਰ ਗੁੰਗੇ ਦੇ ਸਿਰ ਤੇ ਛੜੀ ਰੱਖਤੀ ਨਾ ਛੱਜੂ ਦੇ। ਆ ਹੈ ਗੁੰਗਾ, ਆਪਣੇ ਆਪ ਨੂੰ ਗੁੰਗਾ ਕਹਿੰਦੇ। ਸੁਣੇ ਗੁੰਗ ਜੋ ਆਏ ਸੁਰਸਨਾ ਪਾਵੀ, ਸੁਣੇ ਮੂੜ ਚ ਤਲਾਏ ਚਤੁਰਤਾ ਆਵਈ।
दुख दर्द भौ निकट ना तेन नरके रहे और जो आकी एक बार चौपई को कहे ਉਹਦੀ चौपई लिखी है उन्होंने ਚਿਰਤਰੋ ਬਖਿਆਨ ਚ ਚੇਤਰ ਪਖਿਆਨ ਜੋ ਕਹਿੰਦੇ ਜੇ ਚੌਪਈ ਸਮਝ ਲਵੇ ਗੁੰਗਾ ਨਹੀਂ ਰਹਿੰਦਾ ਪਰ ਚੌਪਈ ਦਾ ਤਾਂ ਰੱਖਿਆ ਹੈ ਪਾਠ ਰੋਜ਼ ਇਹ ਚੌਪਈ ਦਾ ਹਿੱਸਾ ਕੱਢਤਾ ਇਹਨਾਂ ਨੇ ਇਹ ਉਹ ਚੌਪਈ ਦਾ ਹਿੱਸਾ ਬੁੱਢੇ ਦਲ ਦੇ ਉਹ ਹੈਗਾ ਰਹਿ ਰਾਤ ਚ ਇਹਨਾਂ ਨੇ ਕੱਢਤਾ ਗੱਲ ਕਿਉਂ ਇਹਨਾਂ ਨੇ ਗੁੰਗੇ ਬਣਾਉਣੇ ਤੇ ਸਾਰੇ ਇਹਨਾਂ ਨੂੰ ਤਾਂ ਖਤਰਾ ਸੀ ਜੇ ਕੋਈ ਬੋਲਣ ਲੱਗ ਗਿਆ ਵੀ ਗੁੰਗਾ ਕੋਈ ਰਸਨਾ ਨਾ ਪਾ ਲਵੇ ਇਹਨੂੰ ਪਤਾ ਜਦੋਂ ਗੁੰਗੇ ਨੇ ਰਸਨਾ ਪਾ ਲਈ ਗਿਆਨ ਦੇ ਕੋਲੇ ਥੋੜੇ ਦੇ ਡਿਗਣੇ ਨੇ ਆ ਕੇ ਜੇ ਗੁੰਗਾ ਰਸਨਾ ਪਾ ਗਿਆ ਤੇ ਰਸਨਾ ਦੇ ਤਾਂ ਫਿਰ ਤੀਰ ਫਿਰ ਥੋੜੇ ਦੇ ਡਿਗਣੇ ਨੇ ਉਹਦੇ ਹਵਾਈ ਫਾਇਰ ਨੇ ਥੋੜੇ ਤੇ ਹੀ ਹੋਣੇ ਨੇ ਹੋਰ ਕੀ ਤੇ ਹੋਣੇ ਨੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਕਿੰਨਾ ਕੁ ਬਚ ਲਓਗੇ ਮੌਤ ਤੋਂ ਤੇਰੇ ਜੋਰ ਮੈਂ ਗੁੰਗਾ ਕਹਿਤਾ ਹੂੰ ਹਾਂ ਤੇਰਾ ਸਦਕਾ ਮੈਂ ਗੁੰਗਾ ਬੁਲਾਇਆ ਬੋਲਦਾ ਕਹਿਣ ਦਾ ਮਤਲਬ ਹੈ ਮੈਂ ਗੁੰਗਾ ਤੇਰਾ ਬੁਲਾਇਆ ਬੋਲਦਾ ਕਿਉਂ ਚਿੱਤ ਦੀ ਗੱਲ ਹੈ ਮੈਂ ਹਾਂ ਆਪੋ ਬੋਲਣਾ ਜਾਣਦਾ ਨਹੀਂ ਫਿਰ ਗੁੰਗਾ ਗੁੰਗਾ ਨਹੀਂ ਹੈ। ਜਾਣਦਾ ਪਰ ਕਿਹਾ ਵੀ ਹੈ ਕਹਿਆ ਸਭ ਹੁਕਮ ਆਓ ਜੀਓ ਮੈਂ ਕਹਿਆ ਸਭ ਹੁਕਮ ਆਓ ਜੀ ਉਹਦੇ ਨਾਲ ਜੁੜਦੀ ਆ ਗੱਲ ਇਹ ਤੇਰੇ ਜੋਰ ਮੈਂ ਗੁੰਗਾ ਕਹਿਤਾ ਹੂੰ कहता भी है ਹਾਂ ਕਹਿੰਦਾ ਵੀ ਹੈ ਵੀ ਗੁੰਗਾ ਤੇਰੇ ਜ਼ੋਰ ਨਾ ਕਹਿੰਦਾ ਹੈ ਤੇਰਾ ਸਦਕਾ ਤੇਰੀ ਸ਼ਰਨ ਜੇ ਤੂੰ ਰਸਨਾ ਦਿੰਨਾ ਸੁਣੇ ਗੁੰਗ ਜੋ ਆਏ ਸੋ ਰਸਨਾ ਪਾਵੀ ਰਸਨਾ ਮਿਲਦੀ ਹੈ ਰਸਨਾ ਕੀ ਹੈ ਰਸਨਾ ਬੁੱਧੀ ਹੈ ਵਿਵੇਕ ਬੁੱਧੀ ਹੈ ਇਹ ਉਹਦੀ ਬੁੱਧ ਹੈ ਜਿਹੜੀ ਬੋਲਦੀ ਹੁੰਦੀ ਹੈ ਆਪਣੀ ਬੁੱਧ ਕਿੱਥੇ ਬੋਲ ਦੂ ਮੇਰੀ ਮੱਤ ਥੋੜੀ ਰਾਮ ਤੂੰ ਸਮਰੱਥ ਵੱਡਾ ਹਾਂਜੀ ਭੁਜੰਗ ਪ੍ਰਿਆਤ ਛੰਦ ਹਾਂ ਕੁਪਿਓ ਸੰਜਮੰ ਪਰਮ ਜੋਧਾ ਜੁਝਾਰੰ ਪਹਿਲੀ ਪੰਕਤੀ ਬੋਲ ਤੇਰੇ ਜੋਰ ਮੈਂ ਗੁੰਗਾ ਕਹਿਤਾ ਹੂੰ ਅੱਛਾ ਤੇਰਾ ਸਦਕਾ ਤੇਰੀ ਸ਼ਰਨ ਤੇਰਾ ਸਦਕਾ ਤੇਰੀ ਸ਼ਰਨ ਹਾਂ ਭੁਜੰਗ ਪ੍ਰਿਆਤ ਛੰਦ ਅੱਛਾ ਅੱਛਾ ਉਹਦੇ ਚ ਛੰਦ ਲਵਾ- ਹੈਡਿੰਗ ਦੇ ਵਿੱਚ ਹੀ ਹੈ ਹੈਡਿੰਗ ਹਾਂ। ਚ ਭੁਜੰਗ ਪ੍ਰਿਆਤ ਛੰਦ ਅੱਛਾ ਕੁਪਿਓ ਸੰਜਮੰ ਪਰਮ ਜੋਧਾ ਜੁਝਾਰੰ ਕੋਪਿਓ ਸੰਜਮ ਪਰਮ ਜੋਧਾ ਜੁਝਾਰੰ ਇਹ ਸੰਜਮ ਉਹ ਨਹੀਂ ਉਹਨਾਂ ਵਾਲਾ ਨਹੀਂ ਹੈ ਹਾਂਜੀ ਕੁਪਿਓ ਸੰਜਮੰ ਪਰਮ ਜੋਧਾ ਪਰਮ ਜੋਧਾ ਜੁਝਾਰ ਸੀ ਜਿਹੜਾ ਉਹ ਗੁੱਸੇ ਚ ਆ ਗਿਆ ਕੋਪਿਓ ਹਾਂ ਬੜੋ ਗਰਭ ਧਾਰੀ ਬੜੋ ਨਿਰਵਿਕਾਰੰ ਬੜੋ ਗਰਭਧਾਰੀ ਕਿਉਂ ਨਿਰਵਕਾਰ ਨਿਰਵਿਕਾਰੰ ਹਾਂ ਗਰਭ ਬਕਾਰਾਂ ਵਾਲਾ ਗਰਭ ਨਹੀਂ ਹੈ ਨਿਰਵਿਕਾਰੰ ਨਿਰਵਕਾਰ ਹੈ ਗਰਭ ਕੀ ਦਿੱਤੇ ਗਰਭ ਦਿੱਤੇ ਹੈ ਤੇਰੇ ਜੋਰ ਤੇ ਗਰਭ ਹੈ ਹਾਂ ਤੇਰੇ ਜੋਰ ਦੇ ਗਰਭ ਗਰਭ ਤੇਰੇ ਤੇ ਹੈ ਉਹ ਪਹਿਲਾਂ ਕਹਿਤਾ ਉੱਪਰ ਜੋਦਾ ਵੀ ਹੈ ਵੱਡਾ ਨਿਰਵਕਾਰ ਹੈ ਪਰ ਵਕਾਰ ਨਹੀਂ ਜਿਹੜਾ ਗਰਭ ਹੁੰਦਾ ਵਕਾਰਾਂ ਦੇ ਵਿੱਚ ਹੁੰਦਾ ਹੈ ਉਹ ਇਹ ਗਰਭ ਵਕਾਰ ਰਹਿਤ ਗਰਭ ਹੈ ਅਨੰਤ ਆਸਤਰ ਲੈ ਕੇ ਅਨਰਥੇ ਪ੍ਰਹਾਰਿਓ ਹਾਂ ਅਨੰਤ ਅਸਰ ਲੈ ਕੇ ਅਨਰਥੇ ਪ੍ਰਹਾਰਿਓ ਅਨੇਕਾਂ ਹੀ ਬਾਣ ਛੱਡਤੇ ਅਨਰਥ ਤੇ ਜਿਨ੍ਹਾਂ ਨੇ ਗੁਰਬਾਣੀ ਨਾਲ ਲਗਾ ਕੀਤਾ ਉਹਨਾਂ ਤੇ ਅਨੇਕਾਂ ਹੀ ਤੀਰ ਛੱਡੇ ਜਾਣਗੇ ਰੋਜ਼ ਅਨਰਥੇ ਪ੍ਰਹਾਰਿਓ ਬਹੁਤ ਤੀਰ ਪਏ ਨੇ ਜੋ ਲੱਖਾਂ ਹੀ ਤੀਰ ਚਲਾਏ ਜਾ ਸਕਦੇ ਨੇ ਇਹਨਾਂ ਤੇ ਹਾਂ ਅਨਾਦਤ ਕੇ ਅੰਗ ਕੋ ਛੇਦ ਡਾਰਿਓ ਅਨਾਦਤ ਕੌਣ ਹੈ? ਜਿਹੜਾ ਨਹੀਂ ਚਾਹੁੰਦਾ ਨਾ ਮਿਲ ਜਾਵੇ ਕਿਸੇ ਨੂੰ ਉਹ ਅਨਾਦਤ ਹੈ ਅਨਾਦਤ ਕੇ ਅੰਗ ਕੋ ਛੇਦ ਡਾਰਿਓ ਹਾਂ ਜਿਹੜਾ ਨਹੀਂ ਚਾਹੁੰਦਾ ਵੀ ਬੁੱਧੀ ਜਿਹੜਾ ਬੁੱਧੀ ਦਾ ਦੁਸ਼ਮਣ ਹੈ ਸਾਖਤ ਹੈ ਮਨਮੁਖ ਹੈ ਉਹਦੇ ਛਾਲਣੀ ਕਰਤਾ ਸਰੀਰ ਉਹਦਾ ਇੰਨੇ ਤੀਰ ਮਾਰੇ ਦੇਹੀ ਛਾਲਣੀ ਬਣਾ ਕੇ ਰੱਖਤੀ ਬੋਲ ਛੱਜਤਾ ਬੋਲੇ ਛਾਲਣੀ ਕੀ ਬੋਲੇ ਫਿਰ ਛਾਲਣੀ ਕੀ ਬੋਲੂ ਛਾਲਣੀ ਬੋਲਤੀ ਉਹ ਬੰਦ ਹੋ ਜਾਂਦੀ ਹੈ ਛਾਲਣੀ ਦੀ ਹਾਂ ਤੇਰੇ ਜੋਰ ਕਹਿਤ ਹੂੰ ਅੱਛਾ ਇਸੋ ਜੁਦ ਬੀਤਿਓ ਕਹਾਂ ਲੈ ਸੁਣਾਉ ਐਸਾ ਯੁੱਧ ਬੀਤਿਆ ਕਿੱਥੇ ਤੱਕ ਇਹਦੀ ਚਰਚਾ ਕਰਾਂ ਕਿੱਥੇ ਤੱਕ ਸੁਣਾਵਾਂ ਹਾਂ ਰਟੋ ਸਹੰਸ ਜੇਵਾ ਨ ਤੋ ਅੰਤ ਪਾਉ ਜੇ ਮੈਂ ਹਜ਼ਾਰਾਂ ਜੀਵਾਂ ਵੀ ਮੈਨੂੰ ਮਿਲ ਜਾਣ ਤਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ ਉਹ ਸ਼ੇਸ਼ਨਾਗ ਦੀ ਗੱਲ ਨਹੀਂ ਆਪਣੀ ਕਹਿ ਰਹੇ ਨੇ ਆਦਮੀ ਨੂੰ ਕਿਹਾ ਹੋਇਆ ਉਹ ਸ਼ਿਵ ਜੀ ਦੇ ਗੱਲ 'ਚ ਨਾ ਸ਼ੇਸ਼ਨਾਗ ਪਾਇਆ ਹੋਇਆ ਸ਼ਿਵ ਜੀ ਦੇ ਚੇਲਿਆਂ ਦੀ ਗੱਲ ਹੈ
ਹਾਂਜੀ। ਦਸੰਗ ਲਛ ਜੁਗੰ ਸੋ ਬਰਕੰ ਅਨੰਤੰ 10 ਲੱਖ ਯੁੱਗ, ਹਾਂ, ਸੋ ਬਰਕੰ ਅਨੰਤੰ ਵਰਖ ਕਿੰਨੇ ਨੇ ਨਹੀਂ ਗਿਣੇ ਜਾ ਸਕਦੇ। ਭਇਓ ਵੀਰ ਖੇਤੰ ਕਥੈ ਕੌਣ ਅੰਤੰ ਪਾਇਓ ਵੀਰ ਇੰਨਾ ਚਿਰ ਵਿਵੇਕ ਦੀ ਅਰ ਵਿਵੇਕ ਦੀ ਲੜਾਈ ਹੁੰਦੀ ਨੂੰ ਹੋ ਗਏ। ਭਇਓ ਵੀਰ ਖੇਤੰ ਕਥੈ ਕੌਣ ਅੰਤੰ ਦੋਈ ਜੋਧੇ ਸੰਜਮ ਅਰ ਦੋਏ ਸੰਜਮ ਦੀ ਅਰ ਉਹਦੀ ਲੜਾਈ ਦੋਹਾਂ ਦੀ ਇੰਨਾ ਚਿਰ ਦੀ ਚੱਲਦੀ। ਇੱਥੇ ਦੱਸੀ ਹੈ ਤੇਰੇ ਜ਼ੋਰ ਨਾਲ, ਉੱਥੇ ਦੱਸੀ ਹੈ ਹੋਰ ਕਿਸੇ ਦੇ, ਜਿਹੜੀ 5000 ਸਾਲ ਕਹੇ। ਇੱਥੇ ਤੇਰਾ ਜ਼ੋਰ ਤਾਂ ਕਿਹਾ ਹੋਇਆ, ਤੇਰੇ ਜੋਰ, ਹਾਂ ਤੇਰੇ ਜੋਰ ਹਾਂ, ਇਹ ਸਿੱਧੀ ਜੁੜ ਕੇ ਕਹੀ ਹੋਈ ਗੱਲ ਹੈ। ਉਹ ਉਹਨਾਂ ਦੇ ਇਤਿਹਾਸ ਨਾਲ ਕਹੀ ਹੋਈ ਗੱਲ ਹੈ। 5000 ਤੋਂ ਪਹਿਲਾਂ ਦਾ ਉਹ ਜਿਹੜੇ ਵੇਦ ਨਹੀਂ ਮਿਲਦੇ ਸਾਡੇ ਕੋਲ, ਉੱਥੇ ਉਹਨਾਂ ਦਾ 5000 ਦੇ ਆਧਾਰ ਤੇ ਕਹੀ ਹੋਈ ਗੱਲ, ਉਹਨਾਂ ਦੇ ਆਧਾਰ ਤੇ ਕਹੀ ਹੋਈ। ਇੱਥੇ ਕਹੀ ਹੋਈ ਹੈ ਹੁਕਮ ਨਾਲ ਜੁੜ ਕੇ। ਤੇਰੇ ਜੋਰ ਕਹਿ ਤੂੰ, ਜਿਹਨੇ ਸ੍ਰਿਸ਼ਟੀ ਸਾਜੀ ਹੈ ਇਹ ਉਹਨੇ ਬੁਲਾਈ ਹੈ। ਭਇਓ ਵੀਰ ਖੇਤੰ ਉਹ ਤਾਂ ਕਥੈ ਕੌਣ ਗੁੱਗਾ ਆਪ ਤਾਂ ਨਾ, ਉੱਤੇ ਗੁੱਗਾ ਤਾਂ ਕਿਹਾ ਹੋਇਆ, ਉਹਦੇ ਨਾਲ ਕੰਟਰੋਵਰਸੀ ਹੋ ਜੂਗੀ ਨਹੀਂ। ਵੀ ਇੱਕ ਪਾਸੇ ਗਿਣਤੀ ਦੱਸਦੀ 5 ਲੱਖ, ਇੱਕ ਪਾਸੇ ਗਿਣਤੀ ਦੱਸਦੀ 5000, ਇੱਥੇ ਲੱਖ ਗਿਣਤੀ ਉਹ ਨਹੀਂ ਦੱਸੀ। ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸ੍ਰਿਸ਼ਟੀ ਨੂੰ। ਇਹ ਜਦ ਹੀ ਇਹਨਾਂ ਦੀ ਲੜਾਈ ਹੈ ਵਿਵੇਕ ਅਰ ਵਿਵੇਕ ਦੀ। ਹਾਂ, ਤੇਰੇ ਜੋਰ ਸੰਗ ਕਹਿਤਾ ਆਹ ਦੇਖੋ, ਭਈ ਅੰਧ ਧੁੰਦੰ ਮਚਿਓ ਵੀਰ ਖੇਤੰ ਅੰਨ ਧੁੰਦ ਪੈ ਗਈ, ਕੋਈ ਕਿਸੇ ਨੂੰ ਨਹੀਂ ਪਤਾ ਲੱਗਦਾ। ਇੱਕ ਵਿੱਚੇ ਅਗਿਆਨਤਾ ਦਾ ਪ੍ਰਚਾਰ ਹੋ ਜਾਂਦਾ, ਵਿੱਚੇ ਗਿਆਨ ਦਾ ਹੋ ਜਾਂਦਾ। ਭੱਬੜ ਭੂਸੇ ਚ ਪਾਤੇ ਲੋਕ। ਭਈ ਅੰਧ ਧੁੰਦੰ ਮਚਿਓ ਵੀਰ ਖੇਤੰ, ਉਹ ਦੋਹਾਂ ਦਾ ਹੋ ਰਿਹਾ, ਆਪਣਾ ਉਹ ਪ੍ਰਚਾਰ ਕਰ ਰਹੇ ਨੇ, ਆਪਣਾ ਇੱਧਰ ਹੋ ਰਿਹਾ। ਭੱਬੜ ਭੂਸੇ ਚ ਪਾਤੀ ਜਨਤਾ। ਕਿਹਨੂੰ ਕਹੀਏ ਠੀਕ ਹੈ, ਕਿਹਨੂੰ ਕਹੀਏ ਗਲਤ ਹੈ। ਬਹੁਤੇ ਲੋਕਾਂ ਦੀ ਸਮਝ ਤੇ ਪਰੇ ਹੈ ਗੱਲ। ਜਿਨ੍ਹਾਂ ਦੀ ਸਮਝ ਤੇ ਪਰੇ ਹੈ ਉਹ ਵਿਚਾਰੇ ਦੁਬਦਾ ਚ ਪਾਤੀ ਗੱਲ। ਹਾਂ, ਨਚੀ ਜੁਗਣੀ 464 ਪ੍ਰੇਤੰ ਲੱਗੀ ਨਚੀ ਜੁਗੜੀ। ਬਹੁਤ ਦਾ ਤਾਂ ਨਾਚ ਹੁੰਦਾ ਹੀ ਹੈ। ਆ ਜਿਹੜੀ ਆਪਣੀ ਕਲਪਨਾ ਇਹ ਤਾਂ ਨੱਚਦੀ ਹੈ ਹੀ ਜੁਗੜੀ। ਦੁਰਮਤ ਦਾ ਨਾਚ ਹੁੰਦਾ ਹੈ ਖੁੱਲਾ। ਜੁਗੜੀ ਦੁਰਮਤ ਹੈ। ਜੀ ਸਰ ਕੋਲੋਂ ਹਾਂ, ਗੱਲ ਸਰੋਸਰੀ। ਹਾਂ, ਨਚੀ ਕਾਲਕਾ ਸ੍ਰੀ ਕਮਖਿਆ ਕਰਾਲੰ, ਆ ਦੇਖੋ, ਨੱਚੀ ਕਾਲਕਾ ਮਨਮਤ ਦਾ ਬੋਲ ਵਾਲਾ, ਮਨਮਤ ਦਾ, ਕਾਲੀ ਬੁੱਧੀ ਦਾ। ਸ੍ਰੀ ਕਮਖਿਆ ਕਰਾਲ, ਕਮਖਿਆ ਕਿਹਨੂੰ ਕਹਿੰਦੇ ਨੇ? ਕਮਖਿਆ ਦੇਵੀ ਹੈ ਇੱਕ, ਜਿਹੜੀ ਕਾਮਨਾ ਪੂਰੀ ਕਰਦੀ ਹੈ। ਕਮਖਿਆ ਹੈ ਉਹਦੀ ਜਿਹੜੀ ਅੱਖ ਹੈ ਨਾ, ਮਲੀਨ ਹੈ ਅੱਖ ਉਹਦੀ। ਹਾਂ, ਉਹ ਖਾਣ ਨੂੰ ਫਿਰਦੀ ਹੈ। ਜਿਹੜੇ ਮੁਰਗੇ ਪਾਲਦੇ ਨੇ ਨਾ, ਉਹਨਾਂ ਦੀ ਅੱਖ ਕਮਖਿਆ ਵਾਲੀ ਹੁੰਦੀ ਹੈ। ਉਹੀ ਖਾਣੇ ਹੁੰਦੇ ਨੇ ਮੁਰਗੇ ਉਹਨਾਂ ਨੇ। ਹਾਂ, ਜਾਏ ਆਪਣੇ ਜਿਹਨੇ ਖਾਣੇ ਨੇ ਉਹ ਕਮਖਿਆ ਹੀ ਆ, ਹੋਰ ਕੀ ਆ। ਜਿਹੜੇ ਚੇਲੇ ਮੁੰਨਣੇ ਆ, ਅੱਖ ਹੁੰਦੀ ਹੈ ਨਾ, ਦ੍ਰਿਸ਼ਟੀ ਹੈ ਜਿਹੜੀ ਅੱਖ ਹੈ। ਇੱਕ ਤਾਂ ਸੁਮੱਖਿਆ ਚੰਗੀ ਅੱਖ ਹੈ, ਭਲਾ ਚਾਹੁੰਦੀ ਹੈ। ਹਾਂ, ਇੱਕੋ ਕਹਿੰਦਾ ਵੀ ਕਿ ਲੋਕ ਦਾ ਹੋ ਜਾਏ ਮੁਰਗਾ, ਆਪਾਂ ਨੇ ਵੇਚ ਦੇਣਾ, ਫੜ ਲੈਣਾ। ਉਹ ਤਾਂ ਕਮਖਿਆ ਹੀ ਹੈ ਫਿਰ। ਹਾਂ, ਡਕੰ ਡਾਕਣੀ ਜੋਧ ਜਾਗੰਤ ਜਵਾਲੰ, ਡਕੀ ਡਾਕਣੀ ਜੋ ਡਾਕਣੀ ਜੋਧ ਜਾਗੰਤ ਜਵਾਲੰ, ਜੋ ਅੰਤ ਜਵਾਲਾਂ। ਆ ਸਾਰੀ ਪੂਜਾ ਨਹੀਂ ਹੋ ਰਹੀ ਦੇਵੀਆਂ ਦੀ? ਇਹ ਕੀਤਾ ਨਹੀਂ ਹੋਇਆ। ਆ ਸਾਰਾ ਬਣਾਇਆ ਹੈ, ਭੱਬੜ ਭੂਸੇ ਚ ਪਾਏ ਪਏ ਨੇ ਲੋਕ। ਡਕੰ ਡਾਕਣੀ ਜੋਧ ਜਗੰਤ ਜਵਾਲੰ, ਜੋਤ ਜਾਗੰਤ ਜਵਾਲਮ, ਜਵਾਲਮ ਉਹ ਤਾਂ ਜੋ ਜਗਾਈ ਨਹੀਂ ਹੋਈ। ਜੋਤਾਂ ਵਾਲੀ ਹੈ ਨਹੀਂ, ਲਾਟਾਂ ਵਾਲੀ ਜਵਾਲਾ ਜੀ ਸਭ ਬਣਾ ਲੀਆਂ ਆਪਣੀਆਂ ਆਪਣੀਆਂ। ਲੈ ਲੋ, ਚਲੋ ਪਾਤੀ ਨਾ ਰੌਲੇ ਚ ਗੱਲ। ਵਿਵੇਕ ਬੁੱਧੀ ਦੇ ਮੁਕਾਬਲੇ ਚ ਇੰਨੀਆਂ ਬਣਾਤੀਆਂ ਦੇਵੀਆਂ। ਉਹ ਕੀ ਕਹਿੰਦੇ ਸੱਤੀ ਰੰਨੀ ਘਰੇ ਸਿਆਪਾ, ਰੋਬਣ ਕੂੜੇ ਕਮੀ। ਜਿਹਨਾਂ ਦੇਵੀਆਂ 7 ਨੇ, ਉਹ 10 ਦੇ 3 ਦੀਆਂ ਉੱਥੇ ਸਿਆਪਾ ਪੈ ਗਿਆ ਸੀ ਘਰ 'ਚ। 7 ਵਾਲਿਆਂ ਦਾ ਕੀ ਹਾਲ ਹੋਊ? ਉਹ ਤਾਂ ਸਿਆਪਾ ਰਹਿਣਾ ਹੀ ਉਹਨਾਂ ਦੇ ਰੋਜ਼। ਉਹਦੇ ਤਾਂ ਇੱਕੋ ਦਿਨ ਪਿਆ ਸੀ ਸਿਆਪਾ, ਉਹ ਚਲਿਆ ਗਿਆ। ਚਲੋ ਦਸ਼ਰਥ ਆਪਣਾ ਮਰ ਗਿਆ। ਬਾਅਦ ਦੇ ਵਿੱਚ ਭਰਤ ਨੇ ਤਾਂ ਚਲੋ ਮੋੜਨ ਵੀ ਗਿਆ, ਰਾਮ ਚੰਦਰ ਨਹੀਂ ਆਇਆ। ਸੁਲਾਹ ਦਾ ਹੋ ਗਈ, ਜੇ ਮੋੜਨ ਗਿਆ ਉਹ ਕਹਿੰਦਾ ਮੈਨੂੰ ਨਹੀਂ ਚਾਹੀਦਾ ਰਾਜ। 1-2 ਦਿਨ ਸਿਆਪਾ ਪਿਆ।
ਬਾਹਰ ਗਿਆ ਸੀ ਭਰਤ, ਜਾਂ ਘਰ ਆਇਆ ਉਹਨੇ ਗੁੱਸੇ ਹੋਇਆ ਮਾਂ ਨੂੰ ਆਪਣੀ ਨੂੰ, ਇਹ ਕੀ ਕੀਤਾ ਤੂੰ, ਤੈਨੂੰ ਕਿਹਨੇ ਕਿਹਾ ਸੀ ਮੈਂ ਰਾਜ ਕਰਨਾ। ਉਹ ਇੱਕੋ ਦਿਨ ਸਿਆਪਾ ਪਿਆ, 2 ਦਿਨ ਇਹਦਾ ਰੋਜ਼ੇ ਸਿਆਪਾ ਰੂ 7 ਵਾਲੇ ਦੇ, ਤਾਂ ਉਹਨਾਂ ਨੇ ਕਿਹਾ ਸੱਤੀ ਰੰਡੀ ਘਰੇ ਸਿਆਪਾ। ਰੋਵਣ ਕੂੜੇ ਕੰਮੀ ਜਾ ਕੇ ਰੋਂਦੇ ਕੀ ਨੇ, ਮੰਗਦੇ ਕੀ ਨੇ, ਆਹੀ ਦੁਨਿਆਵੀ ਕੂੜੇ ਕੰਮੀ। ਕੂੜੇ ਕੰਮ ਨੇ ਸਾਡੇ ਅੜੇ ਹੋਏ, ਕਿਸੇ ਦਾ ਕੋਈ ਕੰਮ ਅੜਿਆ, ਦੁਨਿਆਵੀ ਕੰਮ, ਦੁਨਿਆਵੀ ਕੰਮ ਕੂੜੇ ਕੰਮ ਨੇ, ਝੂਠੀ ਮਾਇਆ ਦੇ ਕੰਮ ਦੁਨਿਆਵੀ, ਜਿਹੜੇ ਸਾਡੇ ਲੋੜਾਂ ਜਾਂ ਕੰਮ ਅੜੇ ਹੋਏ ਕੰਮ, ਉਹ ਜਾ ਕੇ ਉਹਨਾਂ ਸਾਹਮਣੇ ਰੋਂਦੇ ਹਾਂ ਅਸੀਂ। ਇਹ ਜਿਹਾ ਹੀ ਕੁਛ ਇੱਥੇ ਹੋਣ ਲੱਗ ਗਿਆ ਗੁਰਦੁਆਰਿਆਂ 'ਚ। ਇਹਦਾ ਖਿਲਾਫ ਤੇ ਅਸੀਂ ਤਾਂ ਇਹਨਾਂ ਦੇ, ਅਸੀਂ ਆਪਣੇ ਘਰ ਉਹਨਾਂ ਨੇ ਬਾੜਤਾ ਨਾ, ਉਹਨਾਂ ਨੇ ਫੌਜ ਖੜੀ ਕਰਤੀ ਸੰਤਾਂ ਦੀ। ਸਾਰੇ ਇਹ ਲੋਕਾਂ ਨੇ ਸਾਰੇ ਸੈਂਟਰ ਖੋਏ ਨੇ, ਨਾਲ ਦੀ ਨਾਲੇ ਸੈਂਟਰ ਖਤਮ, ਪਿੱਛੇ ਪਿੱਛੇ ਲੱਗੇ ਹੋਏ ਤੇ। ਨਾਨਕ ਦੇ ਬਾਅਦ ਉੱਥੇ ਕਬਜ਼ਾ ਇਹਨਾਂ ਦਾ, ਗੁਰੂ ਅੰਗਦ ਦੇ ਬਾਅਦ ਉੱਥੇ ਕਬਜ਼ਾ ਇਹਨਾਂ ਦਾ, ਗੁਰੂ ਅਮਰਦਾਸ ਦੇ ਬਾਅਦ ਉੱਥੇ ਕਬਜ਼ਾ ਇਹਨਾਂ ਦਾ, ਰਾਮਦਾਸ ਦੇ ਬਾਅਦ ਵੀ ਕਬਜ਼ਾ ਜਦ ਹੀ ਹੋ ਗਿਆ, ਥੋੜਾ ਚਿਰ ਰਿਹਾ। ਪੰਜਵੇਂ ਪਾਤਸ਼ਾਹ ਦਾ ਤਾਂ ਪੰਜਵਾਂ ਨੇ ਬਣਾਇਆ ਹੀ ਆ। ਉਹ ਕਹਿੰਦੇ ਬਣ ਲੈਣ ਦੋ ਸਭ ਕੁਝ, ਫੇਰ ਕਬਜ਼ਾ ਕਰਾਂਗੇ, ਫੇਰ ਕਰ ਲਿਓ। ਜਾਂ ਬਣ ਗਿਆ ਕਬਜ਼ਾ ਕਰ ਲਿਆ। ਹਾਂ, ਤੇਰਾ ਜੋਰ ਮਚਿਓ ਜੋਰ ਜੁਦਮ ਹਟਿਓ ਨਾਹੇ ਕੋਊ, ਵੱਡੇ ਛਤਰ ਧਾਰੀ ਪਤੀ ਛਤਰ ਦੋ। ਇਹ ਜਿਆਦਾ ਹੀ ਜੁੱਧ ਮਚ ਰਿਹਾ, ਜਿਆਦਾ ਹੀ ਇਹ ਉਹ ਆਪਣਾ ਪ੍ਰਚਾਰ ਕਰ ਰਹੇ ਨੇ, ਉਹ ਆਪਣਾ ਹੋ ਰਿਹਾ। ਹਟਿਓ ਨਾਹੇ ਕੋਊ, ਕੋਈ ਵੀ ਨਹੀਂ ਹਟਿਆ। ਸੱਚ ਦਾ ਵੀ ਪ੍ਰਚਾਰ ਹੋ ਰਿਹਾ, ਵੇਦ ਵੀ ਹੈਗੇ ਨੇ, ਇਹ ਵੀ ਹੈਗੇ ਨੇ। ਕਦੋਂ ਦੇ ਨੇ ਦੱਸੋ? ਇਹ ਜਿਨ੍ਹਾਂ ਦੇ ਖਿਲਾਫ ਉਹ ਦੱਸਣ, ਜਾਂ ਤਾਂ ਕਹਿਣ ਵੀ ਇਹ ਤਾਂ ਹੁਣੇ ਬਣੇ ਨੇ ਦੇਵੀਆਂ, ਤਾਂ ਫਸਦੇ ਨੇ। ਜੇ ਲੱਖਾਂ ਬਰਸਾਂ ਦੇ ਕਹਿੰਦੇ ਨੇ ਤਾਂ ਫਸਦੇ ਨੇ। ਕਿੰਤੂ ਕੌਣ ਕਰੂ? ਉਹ ਪਹਿਲਾਂ ਤਾਂ ਗਿਆ ਹੈ ਭਾਈ, ਇਹੋ ਜਿਹਾ ਹੀ ਕੁਛ। ਹਾਂਜੀ, ਮਚਿਓ ਜੋਰ ਜੁਦਮ ਹਟਿਓ ਨਾਹੇ ਕੋਊ, ਬਸ ਜ਼ੋਰ ਨਾਲ ਜੁੱਧ ਹੋ ਰਿਹਾ ਦੋਹੀ ਪਾਸੀ। ਵੱਡੇ ਛਤਰ ਧਾਰੀ ਪਤੀ ਛਤਰ ਦੋ। ਬੜੇ ਛਤਰ ਧਾਰੀ ਪਤੀ ਛਤਰ ਦੋ, ਉਹ ਤਾਂ ਸੰਸਾਰੀ ਹੈ ਭਾਈ, ਉਹਨਾਂ ਨਾਲ ਤਾਂ ਪਬਲਿਕ ਹੈ, ਮਾਇਆ ਸੰਸਾਰੀ ਛਤਰ ਹੈ ਨਾ। ਉਹਦੇ ਕੋਲ ਦੂਜਾ ਗਰੀਬ ਨਵਾਜ ਕੇ ਸਹੀਆਂ ਮੇਰਾ ਮਾਥੇ ਛਤਰ ਧਰ ਹੈ। ਉਹਦੇ ਕੋਲ ਅਵਨਾਸ਼ੀ ਰਾਜ ਹੈ, ਇਹਨਾਂ ਕੋਲ ਸੰਸਾਰੀ ਰਾਜ ਹੈ। ਦੋ ਹੀ ਛਤਰਧਾਰੀ ਨੇ। ਇਹ ਆਪਣੀ ਸੰਸਾਰੀ ਮਾਇਆ ਤੇ ਗੱਲ ਖੜੀ ਹੈ, ਉਹਨਾਂ ਦੀ ਨਾਮ ਧਨ ਤੇ ਖੜੀ ਹੈ। ਅੱਡੋ ਅੱਡ ਧਨ ਗਿਆਨੀਆਂ ਦਾ ਧਨ ਨਾਮ ਹੈ, ਉਹ ਨਾਮ ਧਨ ਨੂੰ ਧਨ ਮੰਨਦੇ ਨੇ, ਇਹ ਸੰਸਾਰੀ ਧਨ ਨੂੰ ਧਨ ਮੰਨਦੇ ਨੇ। ਸੰਸਾਰੀ ਲੋਕ ਇਹਨਾਂ ਵੱਲ ਨੇ, ਜਿਹੜੇ ਭਗਤ ਨੇ ਉਹ ਦੂਏ ਪਾਸੇ। ਭਗਤਾਂ ਤੇ ਸਾਰੀਆਂ ਆ ਦੇਖ ਜੋੜ ਕੇ ਦੇਣਾ ਇੱਥੇ ਹੈ ਨਾ, ਜੋੜ ਕੇ ਮੈਂ ਆਪੇ ਲੜਾਈ ਹੈ ਦੋਹਾਂ ਦੀ। ਤਾਂ ਇਹਨਾਂ ਦਾ ਨਹੀਂ ਜੋੜ ਆਉਂਦਾ। ਆਹੋ, ਸੇਵਾ ਕਾਹਨੂੰ ਮੰਗਦੇ ਨੇ? ਗੋਲਕ ਮੰਗਦੇ ਨੇ। ਥਪਿਓ ਸਰਬ ਲੋਕੰ ਅਲੋਕੰ ਅਪਾਰੰ, ਮਿਟੇ ਜੁਦ ਤੇ ਏਨ ਜੋਦਾ ਜੁਝਾਰੰ। ਥਪਿਓ ਸਰਬ, ਥਪਿਓ ਸਰਬ ਲੋਕੰ ਅਲੋਕੰ ਅਪਾਰੰ। ਅਲੋਕੰ ਅਪਾਰੰ, ਸਾਰੇ ਲੋਕ ਨੇ ਜਿੰਨੇ, ਉਹਨਾਂ ਨੇ ਕਿਸੇ ਦੀ ਮਾਨਤਾ, ਕਿਸੇ ਦੀ ਮਾਨਤਾ, ਕਿਸੇ ਦੀ ਮਾਨਤਾ। ਕੋਈ ਕਿਤੇ ਜੁੜਿਆ ਹੈ, ਕੋਈ ਕਿਤੇ ਜੁੜਿਆ, ਕਿਤੇ ਜੁੜਿਆ ਹੈਗਾ ਹੀ ਨੇ। ਕਿਤੇ ਕਾਲੀ ਦੀ ਪੂਜਾ ਹੁੰਦੀ ਹੈ, ਕਿਤੇ ਚੰਡੀ ਦੀ ਹੁੰਦੀ ਹੈ, ਸਮਝਿਆ ਨਹੀਂ? ਨਾਨਾ ਦੇਵੀ ਦੀ ਹੁੰਦੀ ਹੈ, ਕਿਤੇ ਕੁਛ ਹੁੰਦਾ, ਕਿਤੇ ਮਾਨਤਾ ਸਾਰੇ ਹੀ ਨੇ। ਕੋਈ ਕਿਸੇ ਦੀ ਸੁੱਖਦਾ, ਕੋਈ ਕਿਸੇ ਦੀ ਸੁੱਖਦਾ, ਕੋਈ ਕਿਸੇ ਦੀ ਸੁੱਖਦਾ, ਕੋਈ ਕਿਸੇ ਦੀ ਸੁੱਖਦਾ। ਮਿਟੇ ਜੁਦ ਤੇ ਦੂਏ ਵੀ ਠੀਕ ਹੈਗੇ ਨੇ ਨਾਲ। ਇਹ ਜਿਹੜੇ ਆਤਮ ਗਿਆਨੀ ਨੇ ਇਹ ਵੀ ਰਹਿੰਦੇ ਨੇ, ਸੱਚ ਨਾਲ ਜੁੜੇ ਹੋਏ ਵੀ ਰਹਿੰਦੇ ਨੇ ਲੋਕ। ਉਹ ਵੀ ਰਹਿੰਦੇ ਨੇ, ਉਹ ਇੱਧਰ ਜੁੜੇ ਰਹਿੰਦੇ ਨੇ, ਉਹ ਵੀ ਰਹਿੰਦੇ ਨੇ, ਇਹੋ ਜਿਹੇ ਵੀ ਨੇ। ਮਿਟੇ ਜੁਦ ਤੇ ਏਨ ਜੋਧਾ ਜੁਝਾਰਨ। ਪਰ ਜੁੱਧ ਤੇ ਕੋਈ ਨਹੀਂ ਮਿਟਿਆ। ਜਿੱਥੇ ਜੁੜਿਆ ਹੋਇਆ ਉੱਥੇ ਜੁੜਿਆ ਹੋਇਆ। ਜਿਹੜਾ ਜਿੱਥੇ ਜੁੜ ਗਿਆ ਜੁੜਿਆ ਹੋਇਆ, ਉਹ ਨਹੀਂ ਫਿਰ ਟੁੱਟਦਾ। ਨਿਆਣਾ ਆ ਤਾਂ ਕੋਈ ਚੀਜ਼ ਫੜਦਾ ਨਹੀਂ, ਛੋਟਾ ਜਿਹਾ ਜੇ ਫੜ ਲੈ ਫਿਰ ਛੱਡਦਾ ਨਹੀਂ। ਇਹ ਜਿਹਾ ਹੀ ਮਨ ਆਇਆ ਤਾਂ ਕਿਸੇ ਨੂੰ ਮੰਨਦਾ ਨਹੀਂ ਗੁਰੂ। ਜੇ ਗੁਰੂ ਮੰਨ ਲਵੇ ਫਿਰ ਛੱਡਦਾ ਵੀ ਔਖਾ ਹੀ ਹੈ। ਅਣਜਾਣ ਹੈ ਨਾ, ਸਮਝ ਨਹੀਂ ਨਾ ਹੈਗੀ। ਸਮਝ ਕੇ ਜੇ ਆ ਜੇ ਭਾਵੇਂ ਛੱਡ ਦੇਵੇ, ਸਮਝ ਲਵੇ ਜੇ ਕੋਈ ਗੱਲ, ਫੇਰ ਭਾਵੇਂ ਛੱਡ ਦੇਵੇ।
ਬਿਨਾਂ ਸਮਝੇ ਉਹਨੇ ਕੀ ਛੱਡਣਾ? ਉਹ ਤਾਂ ਉਹ ਸੱਚ ਮੰਨੀ ਬੈਠਾ, ਉਹਨੂੰ ਸਮਝ ਨਹੀਂ ਹੈ। ਜਿੱਥੇ ਮੰਨ ਲਿਆ ਉੱਥੇ ਮੰਨੀ ਬੈਠਾ। ਹੁਣ ਤਾਂ ਅੰਤੇ ਕੋਈ ਨਹੀਂ, ਦੇਵੀਆਂ ਨੂੰ ਛੱਡੋ, ਹੁਣ ਤਾਂ ਕੱਲਾ ਕੱਲਾ ਸੰਤ ਘਰ ਘਰ ਬਣਿਆ ਬੈਠਾ। ਹੁਣ ਤਾਂ ਕੋਈ ਗਿਣੇ ਨਹੀਂ ਸਕਦਾ। ਘਰ ਘਰ ਹੋਏ ਬਹਾਂਗੇ ਰਾਮਾ। ਹਾਂ, ਘਰ ਘਰ ਹੋਏ ਬਹਾਂਗੇ ਰੱਬ। ਕਿਸੇ ਕੋ ਕੰਮ ਹਾਂਜੀ, ਤੇਰਾ ਜੋਰ ਦੋਹਰਾ, ਚਟਪਟ ਸੁਭੱਟ ਵਿਕਟ ਕਟੇ, ਝਟਪਟ ਭਈ ਅਭੰਗ। ਚਟਪਟ ਵਿਕਟ, ਚਟਪਟ ਸੁਭੱਟ ਵਿਕਟ ਕਟੇ। ਹਾਂ, ਭਈ ਸੁਭੱਟ ਅਭੰਗ। ਸੀ ਜਿਹੜੇ ਬੜੇ ਬੜੇ ਸੂਰਮੇ ਸੀ, ਜਿਹੜੇ ਕਹਿੰਦੇ ਸੀ ਕੱਟੇ ਹੀ ਨਹੀਂ ਜਾ ਸਕਦੇ, ਚਟਪਟ ਕੱਟ ਕੇ ਉਹ ਮਾਰੇ। ਝਟਪਟ ਭਈ ਅਭੰਗ। ਚਟਪਟ ਪਈ ਆਪਾਂ, ਜਿਹੜੇ ਬਹੁਤ ਦੇਰ ਦੇ ਖੜੇ ਤੇ ਨਾ, ਸਭ ਮਾਨਤਾਵਾਂ ਕੱਟ ਕੇ ਮਾਰੀਆਂ ਜਦ ਵਿਵੇਕ ਨੇ। ਜਦ ਵਿਵੇਕ ਆਉਂਦਾ ਮੈਦਾਨ 'ਚ, ਫਿਰ ਸਾਰਿਆਂ ਨੂੰ ਕੱਟ ਕੇ ਉਹ ਮਾਰਦਾ। ਲਾਟ ਭੱਟ ਹਟੇ ਨਾ ਰਣ ਘਟਿਓ, ਅਟਪਟ ਮਿਟੋ ਨ ਜੰਗ। ਲਟਪਟ, ਲਾਟਾਂ ਚੱਲਦੀਆਂ ਨੇ, ਲਾਟ ਭੱਟ ਹਟੇ ਨਾ ਰਣ ਘਟਿਓ। ਪੱਟਾਂ ਦੇ ਲਾਟਾਂ ਚੱਲਦੀਆਂ ਨੇ ਅੰਦਰ। ਉਹ ਕਹਿੰਦਾ ਮੈਂ ਨਹੀਂ ਪਿੱਛੇ ਹਟਦਾ, ਉਹ ਕਹਿੰਦਾ ਮੈਂ ਨਹੀਂ ਹਟਦਾ, ਮੈਂ ਇਹਨੂੰ ਖਤਮ ਕਰਕੇ ਛੱਡੂ, ਉਹ ਕਹਿੰਦਾ ਇਹਨੂੰ ਕਰਕੇ ਛੱਡੂ। ਨਾ ਰਣ ਘਟਿਓ। ਨਾ ਰਣ ਘਟਿਓ ਨਾ ਜੰਗ ਘਟਿਆ ਕਦੇ। ਹਾਂ, ਅਟਪਟ ਮਿਟਿਓ ਨ ਜੰਗ। ਅਟਪਟ, ਇਹ ਅਟਪਟਾ ਜਿਹਾ ਜੰਗ ਹੈ। ਇਹ ਜੰਗ ਬੜਾ ਅਟਪਟ ਹੈ। ਇਹ ਕਦੇ ਮਿਟਿਆ ਨਹੀਂ ਹੈਗਾ। ਬਾਹਰ ਦਾ ਕੋਈ ਜੰਗ ਹੈ ਨਹੀਂ, ਫਿਰ ਕਿੱਥੇ ਹੈ ਜੰਗ? ਕਿਹੜੇ ਜੰਗ ਦੀ ਗੱਲ ਕਰਦੇ ਨੇ? ਬਾਹਰ ਤਾਂ ਹੈ ਨਹੀਂ ਕਦੇ। ਕਹਿੰਦੇ ਕਦੇ ਹਟਿਆ ਹੀ ਨਹੀਂ ਜੰਗ। ਇਹ ਅਟਪਟਾ, ਅਟਪਟ ਮਿਟਿਓ ਨ ਜੰਗ। ਇਹ ਅਟਪਟਾ ਜੰਗ ਹੈ, ਨਾ ਰਣ ਕੋਈ ਘਟਿਆ। ਬਾਹਰਲੇ ਜੰਗ ਦੀ ਗੱਲ ਨਹੀਂ ਹੈ। ਨਾ ਰਣ ਘਟਿਓ। ਆਹੋ, ਇਹ ਕਦੇ ਬੰਦ ਨਹੀਂ ਹੋਈ ਲੜਾਈ। ਅੰਦਰ ਇਹ ਲੜਾਈ ਹੈ, ਚਿੱਤਰ ਬਣਦੀ ਇਹ ਅੰਦਰ ਚੱਲਦੀ ਹੈ। ਹਾਂ, ਤੇਰੇ ਜੋਰ ਚੌਪਈ, ਹਾਂ, 20 ਲੱਛ ਜੁਗ ਐਤ ਪਰਮਾਨਾ। ਮੇਰੇ ਦਊ ਭਈ ਕਿਸੂ ਨਾ ਹਾਨਾ। 20 ਲੱਖ ਯੁੱਗ ਹੋ ਗਏ 20 ਲੱਛ ਜੁਗ ਐਤ ਪਰਮਾਨਾ। ਇਸੇ ਤਰੀਕੇ ਨਾਲ ਹੋ ਗਏ। ਜਦ ਇਹ ਸ੍ਰਿਸ਼ਟੀ ਚੱਲਦੀ ਹੈ, ਇਹ ਜਦ ਵੀ ਚੱਲਦੀ ਹੈ, ਇਹ ਜਦ ਏਦਾਂ ਹੋ ਜਾਂਦਾ। ਪਾਪ ਪੁੰਨ ਦੋਨੋਂ ਪਾਈ ਦੋ ਮਿਲ ਕੇ ਜਦ ਸ੍ਰਿਸ਼ਟੀ ਰਹੂ, ਪਾਪ ਪੁੰਨ ਦੋਏ ਰਹਿਣਗੇ। ਲੜੈ ਦੋ ਪਾਪ ਔਰ ਪੁੰਨ ਦੇ ਵਿੱਚ ਲੜਾਈ ਹੈ। ਪਾਪ ਹੈ ਅਵਿਵੇਕ, ਪੁੰਨ ਹੈ ਵਿਵੇਕ। ਉਹ ਦੋਏ ਆਪਾਂ ਵਿਰੋਧੀ ਨੇ। ਵਿਰੋਧੀ ਦਾ ਫਿਰ ਜੰਗ ਹੁੰਦਾ ਹੀ, ਮਤਭੇਦ ਰਹਿਣਾ ਹੀ ਹੁੰਦਾ। ਲੜੈ ਦੋ ਭਈ ਕਿਸੂ ਨਾ ਹਾਨਾ। ਦੋਏ ਲੜਦੇ ਨੇ। ਲੜੇ ਦੋ ਭਈ ਕਿਸੂ ਨਾ ਹਾਨਾ। ਹਾਂ, ਕੋਈ ਹਾਨੀ ਕਿਸੇ ਦੀ ਵੀ ਨਹੀਂ ਹੋਈ। ਦੋਏ ਤਿਆਰ ਪਰ ਤਿਆਰ ਨੇ। ਸੌ ਜਾਂਦੇ ਨੇ, ਦੋਏ ਸੌ ਜਾਂਦੇ ਨੇ, ਜਾਂ ਉੱਠਦੇ ਨੇ ਫਿਰ ਚੱਕ ਲੈਂਦੇ ਤਲਵਾਰਾਂ ਆਪਣੀ। ਉੱਠਦੇ ਹੀ ਜੇ ਸੌ ਜਾਂਦੇ ਨੇ, ਉਹਨਾਂ ਚਿਰ ਆਰਾਮ ਕਰਦੇ ਨੇ। ਸੁਬਾਹ ਉੱਠਦੇ ਹੀ ਫਿਰ ਆਪਣੀਆਂ ਤਲਵਾਰਾਂ ਚੱਕ ਲੈਂਦੇ ਨੇ। ਬੰਨਿਆ ਕੋਈ ਵੀ ਨਹੀਂ ਹੈਗਾ, ਥੱਕਿਆ ਕੋਈ ਵੀ ਨਹੀਂ ਦੋਹਾਂ ਚੋਂ। ਤਬ ਰਾਜਾ ਜੀ ਮੈਂ ਅਕੁਲਾਇਓ। ਤਬ ਰਾਜਾ ਜੀ ਮੈਂ ਉਕਲਾਇਓ। ਨਾਕ ਚੜੇ ਮਛਿੰਦਰ ਪੈ ਆਇਓ। ਰਾਜ ਨੇ ਕਹਾ ਵੀ ਇਹ ਕਿੱਧਰ ਨੂੰ ਲੈ ਗਿਆ ਗੱਲ ਨੂੰ? ਨਾਕ ਚੜਾ ਕੇ ਮਛਿੰਦਰ ਤੇ ਨੂੰ ਆਇਆ ਰਾਜਾ ਪਾਰਥਨਾਥ। ਤਬ ਰਾਜਾ ਜੀ ਮੈਂ ਅਕੁਲਾਇਓ। ਅੱਕ ਗਿਆ ਵੀ ਇਹ ਤਾਂ ਜੁੱਧ ਬੰਦੇ ਨਹੀਂ ਕਰਦਾ। ਮੇਰਾ ਤਾਂ ਨਾਸ ਹੈ ਮਾਰਤਾ ਇਹਨੇ। ਨਾਕ ਚੜੇ ਮਛਿੰਦਰ ਪੈ ਆਇਓ। ਨਾਕ ਜਿਹੜੇ ਮਛਿੰਦਰ ਪੇ ਆਇਓ। ਮਛਿੰਦਰ ਨੂੰ ਕਹਿੰਦਾ ਵੀ ਇਹ ਹੁਣ ਬੋਲੂਗਾ ਕੁਛ। ਨੱਕ ਚੜਾ ਕੇ, ਨਾਕ ਚੜੇ, ਉਹ ਨੱਕ ਚੜਾ ਕੇ। ਆਹੋ, ਕਹੀ ਮੁਨੀ ਬਰ ਸਭ ਮੋਹੇ ਵਿਚਾਰਾ। ਇਹ ਦੋ ਵੀਰ ਵੱਡੇ ਬਰਿਆਰਾ। ਹਾਂ, ਕਹਿੰਦੇ ਜਿਹੜੇ ਤੁਸੀਂ ਇਹ ਦੋਏ ਵੀਰ ਕਹੇ ਨੇ ਬੜੇ ਬਰਿਆਰ ਨੇ, ਜਿਹੜੇ ਤੁਸੀਂ ਦੱਸੇ ਨੇ ਹੁਣ ਸਹੀ। ਹਾਂ, ਇਨਕਾ ਵਿਰੁੱਧ ਨਿਵਰਤ ਨਾ ਭਇਆ। ਇਨੋ ਛਡਾਵਤ ਸਭ ਜਗ ਗਿਆ। ਇਹਨਾਂ ਦਾ ਤਾਂ ਫਿਰ ਲੜਾਈ ਹਟਿਓ ਨਹੀਂ, ਸਮਝ ਗਿਆ ਉਹ। ਇਨਕਾ ਵਿਰੁੱਧ ਨਿਵਰਤ ਨਾ ਭਇਆ। ਇਹ ਤਾਂ ਕਦੇ ਜੋ ਕੋਈ ਹਟਿਆ ਨਹੀਂ। ਫਿਰ ਜਿਹੜਾ ਤੁਸੀਂ ਕਹਿੰਦੇ ਹੋ, ਉਹਦੇ ਆਪਣੇ ਅੰਦਰ ਚੱਲਦਾ ਸੀ। ਉਹ ਆਪਣੇ ਅੰਦਰ ਜੋ ਚੱਲਦਾ ਸੀ ਉਹਦੇ, ਸਮਝ ਗਿਆ ਉਹ ਗੱਲ ਕੀ ਕਹਿੰਦਾ ਵੀ ਇਹ ਤਾਂ ਫਿਰ ਹਟਿਆ ਨਹੀਂ ਹੈ, ਇਹ ਤਾਂ ਚੱਲਦਾ ਹੀ ਹੈ। ਇਨੋ ਛਡਾਵਤ ਸਭ ਜਗ ਗਿਆ। ਇਹਨਾਂ ਨੂੰ ਛਡਾਉਂਦਾ ਸਾਰਾ ਜਗ ਮਰੀ ਜਾਂਦਾ। ਇਹਨਾਂ ਦੀ ਲੜਾਈ ਹਟਾਉਂਦਾ ਸਾਰਾ ਸੰਸਾਰ। ਆ ਜਿਹੜੇ ਧਰਮ ਨੇ ਲੜਾਈ ਇਸੇ ਦੀ ਹਟਾਉਂਦੇ ਨੇ।
ਕਹਿਣ ਨੂੰ ਤਾਂ ਐਸੇ ਦੀ ਹਟਾਉਂਦੇ ਨੇ। ਪੁੰਨ ਪਾਪ ਦੀ ਲੜਾਈ ਆ, ਉਹ ਬੁਰਾਈ ਯਾਰ ਭਲਾਈ ਦੀ, ਅੱਛਾਈ ਦੀ ਯਾਰ ਬੁਰਾਈ ਦੀ ਲੜਾਈ ਆ। ਸਾਰਾ ਜੱਗ ਇਸੇ ਨੂੰ ਮਿਟਾਉਂਦਾ ਚੱਲਿਆ ਜਾਂਦਾ, ਜਾਈ ਜਾਂਦਾ। ਹਾਂਜੀ। ਤੇਰਾ ਜੋਰ ਇਨੇ ਜੁਝਾਵਤ ਸਭ ਕੋਈ ਜੂਝਾ, ਇਨਕਾ ਅੰਤ ਨ ਕਾਹੂ ਸੂਝਾ। ਇਹਨਾਂ ਦੀ ਲੜਾਈ 'ਚ ਸਾਰਾ ਜੱਗ ਲੜੀ ਜਾਂਦਾ, ਸਭ ਦੇ ਅੰਦਰੋਂ ਲੜਾਈ ਹੈ ਨਾ। ਇਹਨਾਂ ਜੁਝਾਵਤ, ਇਹਨਾਂ ਨੂੰ ਲੜਾਉਂਦਾ ਸਾਰਾ ਜੱਗ ਆਪੇ ਲੜੀ ਜਾਂਦਾ। ਇਨੇ ਜੁਝਾਵਤ ਸਭ ਇਹਨਾਂ ਦੀ ਲੜਾਈ ਅਸਲ ਤੇ ਸੰਸਾਰ ਇਹਨਾਂ ਦਾ ਲੜਾਇਆ ਲੜਦਾ, ਇਹਦੇ ਸੰਸਾਰ ਦੇ ਲੜਾਈ ਲੜਦੇ ਨੇ। ਸੰਸਾਰੇ ਲੜਾ ਰਿਹਾ ਇਹਨਾਂ ਨੂੰ, ਫਿਰ ਆਪ ਤਾਂ ਲੜਦੇ ਨਹੀਂ। ਆ ਸੰਸਾਰ ਜੇ ਮਾਇਆ ਤਾਂ ਲੜਾ ਰਹੀ ਹੈ, ਉਹਦਾ ਮਤਲਬ ਹੈ ਇਨੇ ਜੁਝਾਵਤ ਸਭ ਕੋਈ ਜੂਝਾ। ਹਾਂ, ਤਾਂ ਮਾਇਆ ਹੀ ਲੜਾ ਰਹੀ ਹੈ। ਫਿਰ ਜੇ ਮਾਇਆ ਨਾ ਹੋਵੇ ਫਿਰ ਲੜਾਈ ਹੈ ਨਹੀਂ। ਤ੍ਰੇਤੇ ਤਾਂ ਲੜਾਈ ਖਤਮ ਹੋ ਜਾਂਦੀ ਹੈ, ਦੇਵ ਲੋਕ ਤਾਂ ਹੈ ਲੜਾਈ, ਉਹ ਕਲਯੁਗ ਚ ਹੈ। ਦੁਆਪਰ 'ਚ ਵੀ ਹੈ ਨਹੀਂ, ਦੁਆਪਰ 'ਚ ਵੀ ਤੇ ਕਿਆ ਹੈ, ਲਿਵ ਲੱਗੀ ਹੋਈ ਹੈ। ਇਹ ਤਾਂ ਫਿਰ ਜੱਗ ਹੀ, ਇਹ ਤਾਂ ਫਿਰ ਲੜਾਈ ਬੰਦ ਹੋਣ ਵਾਲੀ ਹੈ ਨਹੀਂ। ਤੂੰ ਕਿਵੇਂ ਕਹਿਣਾ ਸਾਰੀ ਦੁਨੀਆ ਜਿੱਤਣੀ ਮੈਂ ਲੜਾਈ ਬੰਦ ਹੋ ਗਈ? ਲੜਾਈ ਅੰਦਰ ਚੱਲਦੀ ਹੈ, ਜੇ ਬਾਹਰ ਨਹੀਂ ਚੱਲਦੀ। ਜੇ ਬਾਹਰੋਂ ਹਾਰ ਮੰਨ ਕੇ ਅੰਦਰ ਤਾਂ ਚੱਲਦੀ ਹੈ। ਇਨਕਾ ਅੰਤ ਨਾ ਕਾਹੂ ਸੂਝਾ। ਇਹਨਾਂ ਦਾ ਅੰਤ ਦਾ ਕਿਸੇ ਨੇ ਅੱਜ ਨਹੀਂ, ਕਿਸੇ ਨੂੰ ਸਮਝ ਨਹੀਂ ਆਈ ਅੰਤ ਇਹ ਕਦ ਹੋਵੇ ਲੜਾਈ ਦਾ। ਇਹ ਲੜਾਈ ਦਾ ਅੰਤ ਹੋ ਜਾ, ਸੰਸਾਰ 'ਚ ਸ਼ਾਂਤੀ ਹੈ। ਸੰਸਾਰ ਦੀ ਸ਼ਾਂਤੀ ਇੱਥੋਂ ਹੋਣੀ ਹੈ। ਜਿਹੜੇ ਸ਼ਾਂਤੀ ਦੀ ਗੱਲ ਕਰਦੇ ਨੇ ਸੰਸਾਰ ਦੇ ਵਿੱਚ, ਇੱਥੋਂ ਹੋ ਜੂਗੀ। ਵਿਦਵਾਨ ਵਿਚਾਰੇ ਕਹੀ ਜਾਣ ਸ਼ਾਂਤੀ ਕਿਵੇਂ, ਇੱਥੋਂ ਹੋ ਜੂ ਸ਼ਾਂਤੀ। ਇਹ ਹੈ ਆਦ ਹਠੀ ਬਰਿਆਰਾ। ਇਹ ਤਾਂ ਆਦ ਤੋਂ ਲੱਗ ਜਾਂਦੀ ਸੇਸੀ ਹੋ ਗਿਆ, ਉਦੋਂ ਤੇ ਬਰਿਆੜ ਦੋਏ। ਇਹ ਹੈ ਆਦ ਹਠੀ ਬਰਿਆਰਾ, ਜੱਦੀ ਲੜਾਈ ਚੱਲਦੀ ਹੈ ਇਹਨਾਂ ਦੀ। ਤਾਂ ਫਿਰ ਇਹਦਾ ਮਤਲਬ ਹੈ ਇਹ ਤਾਂ ਆਦ ਤੋਂ ਹੀ ਲੈ ਕੇ ਦੋਏ ਬਰਿਆੜ ਨੇ। ਮਹਾਰਥੀ ਦੋਏ ਨਹੀਂ ਮੰਨਦੇ, ਦੋਏ ਨਹੀਂ ਮੰਨਦੇ। ਹਾਂ, ਮਹਾਰਥੀ ਉਹ ਮਹਾ ਭਿਆਰਾ। ਦੋਏ ਮਹਾ ਭਿਆਨਕ ਨੇ, ਦੋਏ ਮਹਾਰਥੀ ਨੇ, ਹਠੀ ਨੇ। ਕੋਈ ਵੀ ਨਹੀਂ ਹਟ ਛੱਡਦਾ, ਹਟ ਛੱਡਦਾ ਹੀ ਨਹੀਂ ਕੋਈ ਦੋਹਾਂ ਚੋਂ। ਆਪਣੀ ਜਿੱਦ ਨਹੀਂ ਛੱਡਦਾ ਦੋਹਾਂ ਚੋਂ। ਇਹ ਨਹੀਂ ਕਹਿੰਦਾ ਮੈਂ ਘੱਟ ਹਾਂ, ਬਰਾਬਰ ਦੀ ਟੱਕਰ ਹੈ ਦੋਹਾਂ ਦੀ। ਵਚਨ ਮਛਿੰਦਰ ਸੁਣ ਤੋ ਚੁੱਪ ਰਹਾ, ਧਰਾ ਨਾਥ ਸਭਨਨ ਤਨ ਕਹਾ। ਹਾਂ, ਮਛਿੰਦਰ ਚੁੱਪ ਹੋ ਗਿਆ। ਵਚਨ ਮਛਿੰਦਰ ਸੁਣ ਤੋ ਚੁੱਪ ਰਹਾ। ਜਦੋਂ ਨੇ ਵਚਨ ਆ ਕੇ ਕਿਹਾ ਬਈ ਕਿ ਉਹਦੀ ਅਕਲ ਤੋਂ ਉੱਥੋਂ ਲਿਆਂਦਾ ਉਹਨਾਂ ਨੂੰ ਮੋਲਡ ਕਰਕੇ, ਉਹ ਮਛਿੰਦਰ ਨੇ ਨਹੀਂ ਜਵਾਬ ਦਿੱਤਾ। ਮਛਿੰਦਰ ਚੁੱਪ ਹੋ ਗਿਆ ਵੀ ਚਲੋ ਆਇਆ ਲੈਣ ਤੇ, ਹੁਣ ਥੋੜਾ ਜਿਹਾ ਇਹਨੂੰ ਸਮਝੋ, ਕਮ ਸੇ ਕਮ ਇੰਨੇ ਤਾਂ ਸਮਝ ਆ ਗਿਆ ਨਾ ਵੀ ਮੈਂ ਕੀ ਕਹਿਣਾ ਚਾਹੁੰਦਾ। ਉਹ ਇਹਨੇ ਗੱਲ ਤਾਂ ਪਕੜ ਲਈ ਨਾ। ਧਰਾ ਨਾਥ ਸਭਨਨ ਤਨ ਕਹਾ। ਹਾਂ, ਧਰਾ ਨਾਥ, ਧਰਾ ਨਾਥ ਸਭਨਨ ਤਨ ਕਹਾ, ਸਭਨਨ ਤਨ ਕਹਾ। ਹਾਂ, ਜੋ ਪਾਰਥਨਾਥ ਨੇ ਕਿਹਾ। ਹਾਂ, ਜੋ ਨਾਥ ਪਾਰਥਨਾਥ ਨੇ ਕਿਹਾ ਸਾਰਿਆਂ ਨੇ ਸੁਣ ਲਿਆ, ਸਮਝ ਲਿਆ। ਚੱਕਰਤ ਚਿਤੋ ਚਟਪਟ ਹਵੈ ਦਿਖਸਾ, ਚਰਪਟ ਨਾਥ ਤੇ ਦਿਨ ਤੇ ਨਿਕਸਾ। ਹਾਂ, ਉਹ ਜਿਹੜਾ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਪਾਰਥਨਾਥ। ਚੱਕਰਤ ਚਿਤ ਚਟਪਟ ਹਵੈ ਦਿਖਸਾ, ਚਟਪਟ ਹੋ ਗਿਆ। ਉਹ ਬਈ ਇਹ ਕੀ ਹੋ ਗਿਆ? ਇਹਨੇ ਕਿਹੜੀ ਕਹਾਣੀ ਸੁਣਾਤੀ ਮੈਨੂੰ? ਚਰਪਟ ਉਹਦਾ ਨਾਮ ਰੱਖਿਆ, ਫਿਰ ਚਰਪਟ ਉਦਣ ਤੇ ਲਫ਼ਜ਼ ਰੱਖਿਆ, ਉਹ ਚਰਪਟ ਹੋ ਗਿਆ। ਚਰਪਟ ਨਾਥ ਤੇ ਦਿਨ ਤੇ ਨਿਕਸਾ। ਆ ਚਰਪਟ ਨਾਥ ਜਿਹੜਾ ਆਇਆ ਨਾ, ਚਰਪਟ ਨਾਥ, ਉਹ ਨਾਥ ਦਾ ਨਾਮ ਨਹੀਂ ਕਿਸੇ ਦਾ। ਜਿਹੜਾ ਚੱਕਰ ਤੋਂ ਹੋ ਜਾਏ ਕੋਈ ਗੱਲ ਸੁਣ ਕੇ ਨਾ, ਚੱਕਰ 'ਚ ਪੈ ਜਾਏ, ਉੱਥੋਂ ਜਾਣੀ ਕਮ ਸੇ ਕਮ ਉੱਥੋਂ ਤਾਂ ਮੁੜ ਜਾਵੇ ਜਦੋਂ ਜਾ ਰਿਹਾ ਹੋਵੇ, ਉਹ ਚਰਪਟ ਹੁੰਦਾ। ਚਰਪਟ ਨਾਥ ਤੇ ਦਿਨ ਤੇ ਨਿਕਸਾ। ਚਰਪਟ ਕਹਿ ਰਿਹਾ ਉੱਥੇ ਵੀ ਸੋ ਗੁਰੂ ਹਮਾਰਾ, ਸੋ ਗੁਰੂ। ਹਾਂ, ਇਹ ਤੂੰ ਆਹ ਗੱਲ ਦੱਸ, ਮੈਂ ਤੈਨੂੰ ਗੁਰੂ ਮੰਨ ਲਿਆ। ਘੁੰਮ ਗਿਆ ਨਾ ਉੱਥੋਂ, ਆਪਣੇ ਗੁਰੂ ਤੋਂ ਘੁੰਮ ਗਿਆ। ਸਿੱਧ ਗੋਸ਼ਟ ਸਿੱਧ ਗੋਸ਼ਟ ਵਿੱਚ। ਹਾਂ, ਚੌਪਈ ਸੁਣ ਰਾਜਾ ਤੋਹੇ ਕਹੇ ਵਿਵੇਕਾ, ਇਨ ਕਹਿ ਦਵੈ ਜਾਣੋ ਜਿਨ ਏਕਾ। ਹਾਂ, ਉਹ ਵਿਵੇਕ ਕਹਿੰਦਾ ਸੁਣ ਰਾਜਾ ਤੋਹੇ ਕਹੇ ਵਿਵੇਕਾ, ਇਨ ਕਹਿ ਦਵੈ ਜਾਣੋ ਜਿਨ ਏਕਾ। ਜਿਹਨੇ ਇਹਨਾਂ ਦੋਹਾਂ ਦਾ ਏਕਤਾ ਜਾਣ ਲਈ, ਇਨ ਕਹਿ ਦਵੈ ਜਾਣੋ ਜਿਨ ਏਕਾ। ਜਿਹਨਾਂ ਦੋਹਾਂ ਦੀ ਏਕਤਾ ਜਾਣ ਲਈ ਵੀ ਇੱਕ ਕਿਵੇਂ ਹੁੰਦੇ ਨੇ, ਕਦ ਹੁੰਦੇ ਨੇ।
ਹਾਂ ਇਹ ਅਵਿਕਾਰ ਪੁਰਖ ਅਵਤਾਰੀ। ਉਹ ਅਵਕਾਰ ਪੁਰਖ ਅਵਤਾਰੀ ਹੈ ਜਿਹਨੇ ਜਾਣ ਲਈ ਇਹਨਾਂ ਦੀ ਏਕਤਾ, ਜਿਹੜਾ ਇਹਨਾਂ ਦੀ ਏਕਤਾ ਕਰਾਉਣੀ ਜਾਣਦਾ ਹੈ, ਇਹ ਅਵਿਕਾਰ ਪੁਰਖ ਅਵਤਾਰੀ। ਉਹ ਅਵਕਾਰ ਪੁਰਖ ਅਵਤਾਰੀ ਹੈ ਜਿਹੜਾ ਇਹਨਾਂ ਦੀ ਏਕਤਾ ਕਰਾ ਦਿੰਦਾ ਹੈ। ਮਨ ਅਰਜਿਤ ਦੀ, ਮਨ ਅਰਚਿਤ ਦੀ ਏਕਤਾ ਜਾਣਦਾ, ਆਪਣੇ ਦੀ ਕਰਾ ਲੈਂਦਾ, ਜਿਹੜਾ ਆਪਣੇ ਦੀ ਗੱਲ ਹੈ। ਜਿਹਨੇ ਆਪਣੇ ਦੀ ਕਰਾ ਲਈ ਦੱਸ ਵੀ ਦਊ ਮੇਰੀ ਬਿਮਾਰੀ ਕਿਵੇਂ ਗਈ ਹੈ, ਜਿਹਦੀ ਬਿਮਾਰੀ ਚਲੀ ਗਈ ਦੱਸ ਦਿੰਦਾ ਵੀ ਮੇਰੀ ਤਾਂ ਭਾਈ ਐਂ ਗਈ ਹੈ। ਵੱਡੇ ਧਨੁਰ ਧਰ ਵੱਡੇ ਜੁਝਾਰੀ। ਵੱਡੇ ਧਨੁਰ ਧਾਰ ਨੇ ਦੋਏ ਧਨ ਸਵਾਨ ਵੱਡੇ ਵੱਡੇ ਨੇ, ਕੋ ਵੱਡੇ ਜੁਝਾਰੀ ਨੇ, ਜੂਝਣ ਵਾਲੇ ਨੇ, ਜੰਗਜੂ ਨੇ ਬੜੇ। ਇਹ ਨਹੀਂ ਤੀਰ ਇਹ ਚਲਾਉਂਦੇ ਹੀ ਰਹਿੰਦੇ ਨੇ, ਤੀਰ ਇਹ ਨਹੀਂ ਹਟਦੇ, ਥੱਕਦੇ ਹੀ ਨਹੀਂ ਇਹ। ਹਾਂ ਆਦ ਪੁਰਖ ਜਬ ਆਪ ਸੰਭਾਰਾ, ਆਦ ਪੁਰਖ, ਆਪ ਰੂਪ ਮੈਂ ਆਪ ਨਿਹਾਰਾ। ਆਦ ਪੁਰਖ ਜਿਹੜਾ ਜਦੋਂ ਆਪਣਾ ਆਪ ਸੰਭਲਦਾ ਹੈ, ਜਾਗਰਤ ਅਵਸਥਾ ਚ ਆਪ ਆਉਂਦਾ ਹੈ, ਪੁਰਖ ਜਬ ਆਪ ਸੰਭਾਰਾ, ਆਪਣੇ ਆਪ ਸੰਭਲਦਾ ਹੈ, ਆਪ ਰੂਪ ਮੈਂ ਆਪ ਨਿਹਾਰਾ। ਬਸ ਆਪਣੇ ਰੂਪ ਚ ਆਪਣੇ ਆਪ ਨੂੰ ਹੀ ਦਰਸ਼ਨ ਕਰਦਾ। ਇਹ ਅਸਲ ਚ ਆਦ ਪੁਰਖ ਦਾ ਹੀ ਮਨ ਹੈ। ਆਪ ਰੂਪ ਮੈਂ ਆਪ ਨੇ। ਜਦ ਆਪਣਾ ਮਨ ਕਾਬੂ ਕਰ ਲੈਂਦਾ, ਸੰਭਾਲੇ ਦਾ ਮਤਲਬ ਹੈ ਜਦ ਤੁਸੀਂ ਆਪਣਾ ਮਨ ਕਾਬੂ ਕਰ ਲੈਣਾ, ਆਪਣੇ ਆਪ 'ਚ ਆਪਣੇ ਸਰੂਪ ਦੇਖਣਾ, ਹੋਰ ਬਾਕੀ ਕੁਛ ਨਹੀਂ। ਆਪ ਏਕੋ ਜਦੋਂ ਤੁਹਾਨੂੰ ਇੱਕ ਦਾ ਦਰਸ਼ਨ ਹੋਣਾ, ਜਾਂ ਤੁਸੀਂ ਸੰਭਲ ਜਾਣਾ, ਹਾਲੇ ਤੁਸੀਂ ਡੋਲਦੇ ਹੋ ਮਾਇਆ 'ਚ। ਜਿੰਨਾ ਚਿਰ ਜਿਹੜਾ ਆਦਮੀ ਧੱਕਾ ਖਾਂਦਾ ਹੋਵੇ, ਡੋਲਦਾ ਹੋਵੇ, ਉਹ ਕਹਿੰਦਾ ਸੰਭਲ ਸੰਭਲ। ਜਦ ਮਨ ਸੰਭਲ ਜੂ, ਜਦ ਸੰਭਲ ਜੂ ਮਨੇ ਦਾ, ਫਿਰ ਆਪਣੇ ਆਪ ਦਾ ਹੀ ਦਰਸ਼ਨ, ਆਪਣੇ ਆਪ ਚੋਂ ਆਪਣਾ ਆਪਾ ਹੀ ਦੇਖਣਾ। ਆਪ ਰੂਪ ਮੈਂ ਆਪ ਨਿਹਾਰਾ। ਆਪਣੇ ਰੂਪ 'ਚ ਆਪਣਾ ਆਪਾ ਹੀ ਦੇਖਣਾ। ਰੂਪ ਕੀ ਹੈ ਦੇਖੋ, ਰੂਪ ਮਨ ਹੈ ਆਪਣਾ, ਮਨ ਦੇ ਵਿੱਚੋਂ ਆਪਣੇ ਆਪ ਨੂੰ ਦੇਖਣਾ। ਆਪ ਰੂਪ ਮੈਂ, ਆਪ ਰੂਪ ਮੈਂ ਆਪ ਨਿਹਾਰਾ। ਰੂਪ ਤਾਂ ਮਨ ਹੈ। ਸੈਕੰਡ ਚੀਜ਼, ਜਿਵੇਂ ਮਨ ਕੀ ਹੈ, ਜੋਤ। ਜੋਤ ਮਨ ਮੈਂ ਆਪ, ਬਸ ਮਨ ਦੇ ਵਿੱਚ ਮੈਂ ਆਪ ਹੀ ਹਾਂ, ਮੇਰੇ ਮਨ 'ਚ ਹੀ ਮੈਂ ਹਾਂ। ਮਨ ਮੇਰੇ ਵਿੱਚ ਆਪਣੇ ਆਪ ਨਾ ਮਨ ਮੇਰਾ ਅਲੱਗ ਹੈ, ਨਾ ਮੈਂ ਅਲੱਗ ਹਾਂ, ਇੱਕੋ ਹੀ ਹਾਂ। ਕਹਿਣ ਸੁਣਨ ਕੋ ਦੂਜਾ। ਜਦ ਮਨ ਟਿਕ ਜਾਂਦਾ, ਥੰਮ ਜਾਂਦਾ, ਮਨ ਮੰਦਰ ਮੈਂ ਮਨਸਾ, ਮਨ ਮੰਦਰ ਫਿਰ ਬਣ ਜਾਂਦਾ, ਮਨ ਦੀ ਇੱਛਾ ਟਿਕ ਜਾਂਦੀ ਹੈ। ਜਦ ਥੰਮ ਹੈ, ਥੰਮ ਇੱਕ ਹੀ ਹੁੰਦਾ, ਥੰਮੇਗਾ ਨਹੀਂ ਹੁੰਦਾ, ਥੰਮ ਇੱਕ ਹੀ ਹੁੰਦਾ। ਐ ਲਿਖਦੇ ਆਪਾਂ ਸਿੱਧਾ ਹੀ ਥੰਮ ਗਿਆ, ਉਹ ਥੰਮੇ ਹੀ ਤਾਂ। ਜਦ ਤੁਹਾਨੂੰ ਮੈਂ ਧਿਆਨ ਮੈਂ ਜਾਣਿਆ, ਥੰਮ ਧਿਆਨ ਹੈ ਨਾ, ਥੰਮਿਆ ਹੋਇਆ ਟਿਕਿਆ ਹੋਇਆ। ਥੰਮ ਗਿਆ ਧਿਆਨ ਟਿਕਿਆ ਹੋਇਆ, ਧਿਆਨ ਮੈਂ ਜਾਣਿਆ। ਧਿਆਨ ਚ ਆਪਣਾ ਕੀ ਜਾਣਿਆ, ਜਾਣਿਆ ਬਿਰਛ ਰੂਪ ਆਪਣਾ। ਇੱਕ ਹੋ ਗਿਆ ਨਾ ਬੀਜ। ਜਾਣਨਾ ਕੀ ਹੈ, ਜਾਣਨਾ ਸ਼ਬਦ ਹੈ ਫਿਰ ਉਹ ਜਿਹੜਾ ਪ੍ਰਗਟ ਹੋਣਾ ਵਿੱਚੋਂ, ਉਹੀ ਹੈ ਤਰਵਰ ਰੂਪੀ ਰਾਮ ਹੈ। ਉਹ ਤਰਵਰ ਰਾਮ ਜਿਹੜਾ ਸ਼ਬਦ ਪੈਦਾ ਹੋਣਾ ਨਾ, ਫੁਰਨਾ ਪੈਦਾ ਹੋਣਾ, ਫੁਰਨਾ ਜਿਹੜਾ ਮਨ ਚੋਂ ਫੁਰਨਾ ਪੈਦਾ ਹੁੰਦਾ, ਜਿਵੇਂ ਫਿਰ ਚਿੱਤ ਚੋਂ ਫੁਰਨਾ ਪੈਦਾ ਹੋਣਾ। ਮਨ ਨੇ ਟਿਕ ਜਾਣਾ, ਫੁਰਨਾ ਚਿੱਤ ਚੋਂ ਪੈਦਾ ਹੋਣਾ, ਦੋਹਾਂ ਦੇ ਵਿਚਾਲਿਓਂ ਪੈਦਾ ਹੋਣਾ ਹੈ ਕਹਿ ਲਓ। ਉਹ ਕੀ, ਉਹ ਪੇੜ ਹੈ। ਜਿਵੇਂ ਬੀਜ ਦੇ ਵਿੱਚੇ ਪੇੜ ਹੁੰਦਾ, ਬੀਜ ਦੇ ਵਿੱਚੋਂ ਹੀ ਨਿਕਲਦਾ ਪੇੜ, ਉਹ ਪੇੜ ਹੈ, ਉਹ ਫੁਰਨਾ ਹੈ। ਉਹ ਫੁਰਨੇ ਦਾ ਨਾਮ ਹੈ, ਜਿਹੜਾ ਹੈਗਾ ਨਾਮ ਹੈ, ਉਹ ਫੁਰਨਾ ਹੀ ਹੁਕਮ ਹੈ। ਦੋਹਾਂ ਦੀ ਏਕਤਾ ਚੋਂ ਨਿਕਲਣਾ, ਜਿਹੜਾ ਏਕਤਾ ਚੋਂ ਨਿਕਲਣਾ, ਏਕਤਾ ਤੋਂ ਬਾਅਦ। ਹਾਂ, ਉਹੀ ਦਾ ਨਾਮ ਹੈ, ਉਹੀ ਇਹਦੀ ਦੇਹ ਹੈ ਅਸਲ 'ਚ। ਬੀਜ ਜਿਹੜਾ ਹੈ ਕਿੱਥੋਂ ਪੈਦਾ ਹੁੰਦਾ, ਬਿਰਛ ਚੋਂ। ਬੀਜ ਦੀ ਦੇਹ ਕੀ ਹੈ, ਬਿਰਛ। ਬੀਜ ਦੇ ਵਿੱਚੋਂ ਬਿਰਛ ਪੈਦਾ ਹੋਇਆ। ਬਿਰਛ ਬੀਜ ਦੀ ਦੇਹੀ ਹੋਈ ਹੈ ਨਾ। ਜਦ ਬਿਰਛ ਪੜ ਜਾਣਾ, ਫਿਰ ਇੱਕ ਅਸਲ ਦੇ ਵਿੱਚ ਇਹ ਬੀਜ ਦੇ ਵਿੱਚ ਫਿਰ ਵੀ ਦੋਏ ਨੇ ਅੰਦਰੋਂ। ਜੇ ਇੱਕ ਹੋ ਗਿਆ ਬੀਜ, ਦੋਏ ਨੇ, ਇੱਕ ਨਹੀਂ ਹੁੰਦਾ। ਫੁਰਨੇ ਜਾ ਕੇ ਫੁਰਨੇ ਜਾ ਕੇ ਕੌਣ ਨੇ, ਦੇਹ 'ਚ ਨਹੀਂ ਕੌਣ। ਫਿਰ ਉਹ ਜਿਹੜਾ ਸ਼ਬਦ ਹੈ,
ਉਹਦੇ ਨਾਲ ਜਦ ਸੁਰਤ ਜੁੜਦੀ ਹੈ, ਸੁਰਤ ਸ਼ਬਦ ਭਵ ਸਾਗਰ ਤਰੀ ਹੈ, ਫਿਰ ਉਹ ਸ਼ਬਦ ਨਾਲ ਜੁੜ ਜਾਂਦਾ, ਬਾਹਰ ਸੰਸਾਰ ਛੱਡ ਦਿੰਦਾ। ਫਿਰ ਸੋਝੀ ਆਪਣੇ ਆਪੇ ਆਉਂਦੀ ਅੰਦਰੋਂ। ਜੇ ਸੋਝੀ ਸ਼ਬਦ ਅੰਦਰੋਂ ਸੋਝੀ ਆਉਣ ਲੱਗਦੀ ਹੈ, ਫਿਰ ਇਹ ਪਤਾ ਲੱਗਦਾ ਹੈ ਸਭ ਕਾਸੇ ਦਾ, ਇਹ ਬੁਝਾਰਤ ਦਾ। ਸੁਰਤ ਸ਼ਬਦ ਭਵ ਸਾਗਰ ਤਰੀ, ਨਾਨਕ ਨਾਮ ਬਖਾਣਾ, ਨਾਨਕ ਨਾਮ ਬਖਾਣਾ। ਫਿਰ ਨਾਨਕ ਨੇ ਨਾਮ ਬਖਾਣੇ। ਉਸ ਅਵਸਥਾ 'ਚ ਜਾ ਕੇ ਇਹਦਾ ਫਿਰ ਪਤਾ ਲੱਗ ਜਾਂਦਾ ਵੀ ਨਾਨਕ ਨੇ ਆਹ ਗੱਲ ਕਹੀ ਹੈ, ਇੱਥੇ ਨਹੀਂ ਐ ਗੱਲ ਕਹੀ ਹੈ। ਉਦੋਂ ਪਹਿਲਾਂ ਨਹੀਂ ਪਤਾ ਲੱਗਦਾ, ਪਹਿਲਾਂ ਉੜ ਜਾਂਦਾ। ਪਹਿਲਾਂ ਤਾਂ ਫਿਰ ਬਾਹਰਲੀ ਅਕਲ ਹੈ ਨਾ, ਇਹ ਅੰਦਰਲੀ ਅਕਲ ਹੈ। ਉਹ ਬਾਹਰਲੀ ਅਕਲ ਹੈ, ਇਹ ਅੰਦਰਲੀ ਅਕਲ ਹੈ, ਅੰਦਰ ਦੀ ਗੱਲ ਹੈ। ਹਾਂਜੀ, ਓਮ ਆਕਾਰ ਕਹਿ ਇੱਕ ਦਾ ਕਹਾ। ਮਨ ਦੇ ਅੰਦਰਲੀ ਗੱਲ ਹੈ ਇਹ। ਤੁਰਕੀ ਬਾਣੀ ਹੈ ਜਿਹੜੀ ਮਨ ਦੇ ਅੰਦਰੋਂ ਆਉਂਦੀ ਹੈ, ਬਾਹਰੋਂ ਨਹੀਂ ਆਉਂਦੀ। ਬਾਹਰਲੀ ਇਹਨਾਂ ਕੰਨਾਂ ਤੇ ਸੁਣਦੇ ਅਸੀਂ, ਬਿਨਾਂ ਕੰਨਾਂ ਦੇ ਸੁਣਨ ਵਾਲੀ ਤਾਂ ਹੀ ਅੰਦਰੋਂ ਆਉਣੀ ਆਵਾਜ਼। ਤਾਂ ਆਵਾਜ਼ ਤਾਂ ਅੰਦਰੋਂ ਆਉਣੀ ਹੈ। ਮੋਬਾਈਲ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਕੋਈ ਹੁੰਦਾ ਮੋਬਾਈਲ 'ਚ ਬੈਠਾ? ਮੋਬਾਈਲ ਤਾਂ ਕੋਈ ਨਹੀਂ ਬੈਠਾ। ਆਵਾਜ਼ ਕਿੱਥੋਂ ਆਉਂਦੀ ਹੈ? ਮੋਬਾਈਲ 'ਚੋਂ ਆਉਂਦੀ ਹੈ। ਤੋੜ ਕੇ ਦੇਖ ਲਓ, ਕਿਤੇ ਵੀ ਹੈ ਨਹੀਂ ਆਦਮੀ। ਆਉਂਦੀ ਤਾਂ ਕਿਤੇ ਹੋਰ ਹੋਈ ਹੈ, ਪਰ ਆਉਂਦੀ ਅੰਦਰੋਂ ਹੀ ਹੈ। ਆਉਂਦੀ ਤਾਂ ਮੋਬਾਈਲ 'ਚੋਂ ਹੀ ਹੈ ਆਵਾਜ਼, ਪਰ ਮੋਬਾਈਲ ਦੀ ਆਵਾਜ਼ ਨਹੀਂ ਹੈਗੀ, ਹੈ ਕਿਸੇ ਹੋਰ ਦੀ। ਉਹ ਓਮ ਆਕਾਰ ਕਹਿ ਇੱਕ ਦਾ ਕਹਾ। ਇਹ ਤੁਰਕੀ ਬਾਣੀ ਹੈ। ਉਹੀ ਉੱਥੋਂ ਆਉਣੀ ਹੈ, ਉਹੀ ਇੱਥੋਂ ਆਉਣੀ ਹੈ। ਉਹ ਜਦ ਸਟੇਸ਼ਨ ਉਹ ਲਾਓਗੇ, ਸਾਰੇ ਟੈਲੀਵਿਜ਼ਨ 'ਚ ਉਹੀ ਗਾਣਾ ਆਊਗਾ। ਜਿਹੜਾ ਸਟੇਸ਼ਨ ਲੱਗੂ ਉੱਥੇ ਦਾ ਹੀ ਗਾਣਾ ਆਊਗਾ। ਟੈਲੀਵਿਜ਼ਨ ਚਾਹੇ ਆਪਾਂ 100 ਲਾਇਆ ਹੋਇਆ, ਚਾਹੇ ਚੈਨਲ ਉਹ ਆ ਗਿਆ ਤੁਹਾਡਾ, ਫਿਰ ਉਹੀ ਆਵਾਜ਼ ਹੈ, ਜੋ ਉਹੀ ਜੋ। ਹੁਣ ਸਾਡੇ ਸਟੇਸ਼ਨ ਅੱਡੋ ਅੱਡ ਨੇ, ਸਾਰਿਆਂ ਦੇ ਅੱਡੋ ਅੱਡ ਆਵਾਜ਼ ਹੈ। ਜੇ ਸਟੇਸ਼ਨ ਅੱਡੋ ਅੱਡ ਨੇ, ਅੱਡੋ ਅੱਡ ਆਵਾਜ਼ ਹੈ। ਜੇ ਸਟੇਸ਼ਨ ਇੱਕ ਹੈ, ਫਿਰ ਇੱਕ ਆਵਾਜ਼ ਹੈ। ਇਹਨਾਂ ਦਾ ਸਟੇਸ਼ਨ ਇੱਕ ਹੈ ਛੱਤੀਆਂ ਦਾ। ਜਦ ਸਟੇਸ਼ਨ ਉਹੀ ਆ ਜਾਂਦਾ, ਫਿਰ ਉਹੀ ਆਵਾਜ਼ ਸਾਰਿਆਂ 'ਚ ਨਿਕਲਦੀ ਹੈ। ਉਹ ਲੱਭ ਜਾਣਾ ਚੈਨਲ ਉਹੀ। ਚੈਨਲ ਅੱਡ ਅੱਡ ਨੇ, ਚੈਨਲ ਅੱਡ ਅੱਡ ਨੇ। ਚੈਨਲ ਥੋੜੇ ਬਣਾਏ ਹੋਏ ਨੇ, ਸਾਰੀਆਂ ਮੱਤਾਂ ਨੇ ਆਪਣੇ ਆਪਣੇ ਚੈਨਲ ਨੇ। ਗੁਰਮਤ ਵਾਲਾ ਚੈਨਲ ਹੋਰ ਹੈ, ਇਹਨਾਂ ਵਾਲੇ ਹੋਰ ਨੇ। ਹਾਂਜੀ, ਓਮ ਆਕਾਰ ਕਹਿ ਇੱਕ ਦਾ ਕਹਾ। ਭੂਮ ਆਕਾਸ਼ ਸਗਲ ਬਣ ਰਹਾ। ਓਂਕਾਰ ਕਹਿ ਇੱਕ ਦਾ ਕਹਾ। ਕਹਿ ਇੱਕ ਦਾ ਕਹਾ। ਇਹ ਇੱਕ ਕੀ ਓਂਕਾਰ ਹੈ, ਇੱਕ ਦਾ ਕਿਹਾ ਹੋਇਆ ਹੈ। ਇੱਕ ਦਾ ਕਿਹਾ ਹੋਇਆ ਕੀ ਆ? ਓਂਕਾਰ ਕਿਹਾ ਹੋਇਆ, ਉਚਾਰਨ ਕੀਤਾ ਹੋਇਆ ਇੱਕ ਦਾ। ਇੱਕ ਨੇ ਕੀ ਕਿਹਾ? ਓਂਕਾਰ ਕਿਹਾ। ਉਹ ਕਹਿੰਦੇ ਨੇ ਓਮ ਕਿਹਾ, ਇੱਕ ਨੇ ਉੱਥੇ ਓਮ ਕਿਹਾ ਹੋਇਆ। ਬ੍ਰਹਮਾ ਜਦ ਪੈਦਾ ਹੋਇਆ ਤਾਂ ਪਹਿਲਾ ਲਫ਼ਜ਼ ਓਮ ਨਿਕਲਿਆ ਮੂੰਹ ਚੋਂ। ਓਂਕਾਰੋਂ ਵੀ ਕੋਈ ਗੱਲ ਆ। ਓਂਕਾਰ ਕਹੇ ਇੱਕ ਦਾ ਕਹਾ। ਇੱਕ ਦਾ ਕਹਾ। ਇੱਕ ਜਦ ਓਂਕਾਰ ਇੱਕ ਹੋ ਕੇ ਕਹਿੰਦਾ ਹੈ, ਓਂਕਾਰ ਇੱਕ ਦਾ ਕਿਹਾ, ਉਹ 'ਚ ਸ਼ਕਤੀ ਹੈ। ਸਾਡੇ ਓਂਕਾਰ ਕਹੇ 'ਚ ਨਹੀਂ ਸ਼ਕਤੀ ਕੋਈ। ਉਹਦਾ ਕਹਿਣਾ ਕੁਛ ਹੋਰ ਗੱਲ ਹੈ। ਜਦ ਉਹ ਕਹਿੰਦਾ ਇੱਕ ਹੋ ਕੇ ਓਂਕਾਰ, ਦੇਖੋ ਇੱਕ ਅੱਡ ਹੈ, ਓਂਕਾਰ ਅੱਡ ਹੈ। ਇੱਕ ਓਂਕਾਰ ਨਹੀਂ ਹੈ, ਇੱਕ ਓਂਕਾਰ ਨਹੀਂ ਹੈ। ਓਂਕਾਰ ਕਹੇ ਇੱਕ ਦਾ ਕਿਹਾ ਹੋਇਆ, ਇੱਕ ਦਾ ਕਿਹਾ ਹੋਇਆ ਓਂਕਾਰ ਹੈ। ਇਹੀ ਲਿਆ ਸੀ ਆਪਾਂ ਨੇ ਵੀ। ਇੱਕ ਬਾਹਰ ਹੈ, ਓਂਕਾਰ ਬਾਹਰ ਹੈ। ਇੱਥੋਂ ਪਤਾ ਲੱਗਿਆ ਸੀ। ਹੁਣ ਕਿਵੇਂ ਪਤਾ ਲੱਗ ਜੂਗਾ? ਹੈ ਨਾ, ਆ ਗਿਆ। ਕੀ ਗਰਾਊਂਡ ਸੀ ਕਹਿਣ ਦੀ? ਉਹ ਗਰਾਊਂਡ ਆ ਸੀ, ਗੁਰੂ ਦੀ ਗਰਾਊਂਡ ਹੈ। ਜੇ ਇਹ ਪੜਿਆ ਹੁੰਦਾ, ਸਮਝਿਆ ਹੁੰਦਾ, ਤਾਂ ਇਹ ਕਿਉਂ ਕਾਰ ਦਾ ਰੌਲਾ ਨਹੀਂ ਸੀ ਪਾਉਂਦੇ ਸਿੱਖ। ਉੱਥੇ ਵੀ ਲਿਖਿਆ ਓਂਕਾਰ ਬ੍ਰਹਮਾ ਉਤਪਤ। ਇੱਕ ਲਾਇਆ ਨਹੀਂ ਉੱਥੇ। ਇੱਕ ਤਾਂ ਹੈ ਨਹੀਂ।
ਬ੍ਰਹਮਾ ਦੀ ਉਤਪਤੀ ਨਾ ਓਂਕਾਰ ਹੈ। ਓਂਕਾਰ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਓਂਕਾਰ ਕੀ ਅਜਨ ਚਿੱਤ, ਉੱਥੇ ਤਾਂ ਇਹ ਗੱਲ ਲੱਗਿਆ ਨਹੀਂ ਹੋਇਆ ਨਾਲ। ਉਹ ਉਚਾਰਨ ਕੀਤਾ, ਇੱਕ ਦਾ ਉਚਾਰਨ ਕੀਤਾ ਹੋਇਆ, ਜਾਂ ਇੱਕ ਹੋ ਕੇ ਓਂਕਾਰ ਕਹਿੰਦਾ, ਉਹਦਾ ਉਚਾਰ ਕੀਤਾ ਹੋਇਆ ਇੱਕ ਓਂਕਾਰ। ਇੱਕ ਦਾ ਕੀਤਾ ਹੋਇਆ ਉਚਾਰਨ ਓਂਕਾਰ ਨੂੰ ਅਸੀਂ ਇੱਕ ਓਂਕਾਰ, ਇੱਕ ਅੱਡ ਹੈ ਓਂਕਾਰ ਅੱਡ। ਭੂਮ ਆਕਾਸ਼ ਸਗਲ ਬਨ ਰਹਾ। ਉਹਨੇ ਇੱਕ ਨਾ ਜਦ ਓਂਕਾਰ ਉਚਾਰਨ ਕੀਤਾ, ਭੂਮ ਆਕਾਸ਼ ਸਭ ਕੁਝ ਬਣ ਗਿਆ ਉੱਤੇ। ਇਹਦਾ ਮਤਲਬ ਕੀ ਹੈ ਇੱਕ ਓਂਕਾਰ ਦਾ? ਓਂਕਾਰ ਦਾ ਕੀ ਮਤਲਬ ਹੈ? ਮੈਂ ਸਰਗੁਣ ਰੂਪ ਧਾਰਨ ਕਰਨਾ, ਉਹਦੀ ਇੱਛਾ ਹੈ ਓਂਕਾਰ। ਉਹਨੇ ਆਪਣਾ ਹੁਕਮ ਪੈਦਾ ਕੀਤਾ। ਓਂਕਾਰ ਹੁਕਮ, ਆਕਾਰ ਕੀ? ਆਕਾਰ ਹੁਕਮ ਹੈ ਦਾ ਸ਼ਬਦ ਹੁਕਮ ਹੈ। ਇੱਕ ਜਦ ਸ਼ਬਦ ਰੂਪ ਹੋਇਆ, ਉਹ ਜੋਤ ਹੈ, ਆਕਾਰ ਸ਼ਬਦ ਹੈ। ਸ਼ਬਦ ਔਰ ਜੋਤ ਦੋ ਹੋ ਗਏ, ਪਾਣੀ 'ਚ ਲਹਿਰ ਪੈਦਾ ਹੋ ਗਈ, ਉਹਦੇ ਮਨ 'ਚ ਇੱਛਾ ਪੈਦਾ ਹੋ ਗਈ। ਸ਼ਬਦੋਂ ਹੀ ਸਭ ਉਪਤ ਹੋਵੇ। ਸ਼ਬਦੋਂ ਹੀ ਉਪਤ ਹੋਵੇ, ਸ਼ਬਦ ਤੋਂ ਹੀ ਉਤਪਤੀ ਹੋਈ ਹੈ ਸਾਰੀ। ਭੂਮ ਆਕਾਸ਼ ਸਗਲ ਬਨ ਰਹਾ। ਸਗਲ ਆ ਭੂਮਾ ਆਕਾਸ਼ ਸਾਰਾ ਬਣ ਗਿਆ ਤੋ ਉਸ ਸ਼ਬਦ ਤੋਂ ਉਤਪਤੀ ਹੋਈ ਹੈ।